देखो ला एंड ऑर्डर की कोई स्थिति नहीं। आ नवे मुख्य मंत्री बने ने कई तरह दी छोटा, मैं तो ये कहा कि किसी बंदे को 1000 वोट है ना, ਉਹਦਾ ਬੱਚਾ ਜੇ ਕਤਲ ਵੀ ਕਰੂਗਾ ਤੇ ਕਹਿਣਗੇ ਕਿੰਨੀਆਂ ਵੋਟਾਂ ਨੇ। ਜਿਸ ਹਿਸਾਬ ਨਾਲ ਮਤਲਬ ਸਹੂਲਤਾਂ ਦਿੰਦੇ ਨੇ ਇਹਨਾਂ ਦਿਨਾਂ ਦੇ ਵਿੱਚ, ਤੇ ਇਹ ਤੁਹਾਡਾ ਮਾਫ ਜੀ ਸਾਰਾ ਕੁਝ। लाख तलवारें आ जाएं मेरी गर्दन की तरफ, सर झुकाना नहीं सीखा तो सर झुकाऊं कैसे। ਚੰਗੇ ਘਰਾਂ ਦੇ ਬੱਚੇ ਸਿਆਸਤ 'ਚ ਆਉਣੇ ਚਾਹੀਦੇ ਆ, ਪਰ ਉਹਨਾਂ ਨੂੰ ਅੱਗੇ ਆਉਣ ਕਦੋਂ ਦਿੱਤਾ ਜਾਂਦਾ ਹੈ। ਜਿਵੇਂ ਆਪਾਂ ਮੰਨਾ ਸਾਹਿਬ ਦੇਖਦੇ ਆ ਤਾਂ ਪੀੜ੍ਹੀ ਦਰ ਪੀੜ੍ਹੀ ਤਾਂ ਸਿਆਸਤ ਚੱਲਦੀ ਰਹਿੰਦੀ ਹੈ। ਇਹ ਤੇ ਉਸ ਗੰਨੇ ਦੀ ਰੇਹੜੀ ਵਾਂਗੂ, ਜਾਂ ਜਿਵੇਂ ਘਲਾੜੀ ਦਾ ਕੰਮ ਕਿਸੇ ਨੂੰ ਪੁੱਛੇ ਵੀ ਤੂੰ ਕਦੋਂ ਤੋਂ ਕਰਦਾ, ਉਹ ਕਹਿੰਦਾ ਸਾਡੀ 6ਵੀਂ ਪੀੜ੍ਹੀ ਹੈ। ਉਹ ਘਲਾੜੀਆਂ ਦੇ ਕੰਮਾਂ ਵਾਂਗੂ ਤਾਂ ਸਿਆਸਤ ਹੋ ਗਈ ਹੈ। मैं उनको कहना चाहता हूँ चन्नी साहब, वो कह रहे हैं कि रिश्ता करना है क्या चन्नी साहब को। ਕਿਸੇ ਨੂੰ ਇਹ ਗੱਲ ਕਹਿਣੀ ਵੀ ਤੂੰ ਮੈਨੂੰ ਰਿਸ਼ਤਾ ਕਰਨਾ ਹੈ, ਗਾਲ ਹੈ। ਮਤਲਬ ਤੁਸੀਂ ਵੀ ਪੰਜਾਬ ਦੇ ਲੋਕਾਂ ਨੂੰ ਉਹ ਸੁਣਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤੇ ਥੱਲੇ ਲੋਕੀ ਕੀ ਕਰ ਰਹੇ ਆ, ਬੋਲੇ ਸੋਨਿਹਾਲ। ਮਤਲਬ ਲੱਖ ਲਾਹਨਤ ਹੈ ਯਾਰ, ਤੁਸੀਂ ਮਤਲਬ ਜਕਾਰਾ ਤੇ ਵੇਖ ਕੇ ਛੱਡੋ ਨਾ, ਉੱਥੇ ਸਮਝਾਓ ਵੀ ਯਾਰ ਇਹ ਗਾਲ ਹੈ। ਚੰਨੀ ਸਾਹਿਬ ਨੂੰ ਹਰ ਕੰਮ ਆਉਂਦਾ ਯਾਰ, ਇਹ ਬੇਰੂਪੀਆ ਹੈ, ਇਹ ਮਤਲਬ ਬੰਦਾ ਹੈ ਕਿ ਮਤਲਬ ਛਲੇਡਾ ਯਾਰ। ਮੇਰਾ ਵੈਲਡਿੰਗ ਵਾਲਾ ਕਾਰੀਗਰ ਭੱਜ ਗਿਆ, ਚੰਨੀ ਸਾਹਿਬ ਨੂੰ ਪੁੱਛੋ ਇਹ ਕੰਮ ਆਉਂਦਾ। ਕੋਈ ਕਿਸੇ ਸਿੰਗਰ ਨੂੰ ਲੈ ਰਿਹਾ, ਕੋਈ ਕਿਸੇ ਐਕਟਰ ਨੂੰ ਲੈ ਰਿਹਾ, ਸਿਰਫ ਵੋਟਾਂ ਦੇ ਚੱਕਰ 'ਚ। ਇਸ ਤਰ੍ਹਾਂ ਦਾ ਮਾਹੌਲ ਹੈ ਕਿ ਜਿਵੇਂ ਪੰਜਾਬ 'ਚ ਸਰਕਾਰ ਨਹੀਂ ਬਣ ਜਾ ਰਹੀ, ਪੰਜਾਬ ਦੇ ਉੱਤੇ ਕੋਈ ਫਿਲਮ ਬਣ ਜਾ ਰਹੀ ਹੈ। ਕੇਸ ਬੜੀ ਦੁਨੀਆ ਤੇ ਹੋ ਜਾਂਦੇ ਨੇ, ਜਿੰਨਾ ਚਿਰ ਉਹਨੂੰ ਸਜ਼ਾ ਨਹੀਂ ਹੁੰਦੀ। ਮੈਂ ਸਿੱਧੂ ਸਾਹਿਬ ਦੀ ਗੱਲ ਨਾਲ ਸਹਿਮਤ ਹਾਂ, ਉਹਨੂੰ ਮੈਂ ਦੋਸ਼ੀ ਨਹੀਂ ਗਿਣਦਾ। ਪਰ ਜੇ ਕਿਸੇ ਬੰਦੇ ਦੇ ਉੱਤੇ ਮੁਕੱਦਮਾ ਦਰਜ ਹੈ ਤੇ ਉਹ ਮੁੱਖ ਮੰਤਰੀ ਦੇ ਕੋਲ ਬੈਠਾ, ਮਤਲਬ ਇਹ ਸਾਡੇ ਮਤਲਬ ਦੇਸ਼ ਦੀ ਡੈਮੋਕ੍ਰੇਸੀ ਤੁਸੀਂ ਇਹਨੂੰ ਗਿਣਦੇ ਹੋ ਵੀ ਜਾਂ ਤੈਨੂੰ ਕਲੀਨ ਚਿੱਟ ਦਿੱਤੀ ਹੋਵੇ ਪੁਲਿਸ ਨੇ। ਰਾਘਵ ਚੱਡਾ ਨੇ ਇਹਨਾਂ ਦੇ ਝਾੜੂ ਵਾਲਿਆਂ ਦੇ ਜਿਹੜੇ ਸਹਿ ਪ੍ਰਭਾਰੀ ਨੇ, ਉਹ ਕੀ ਕਰਦੇ ਨੇ, ਇੱਕ ਬਿਆਨ ਆਉਂਦਾ ਉਹਨਾਂ ਦਾ ਕਿ ਰਵੀਦਾਸੀਆ ਭਾਈਚਾਰੇ ਦੇ ਨਾਲ ਧੋਖਾ ਹੋ ਰਿਹਾ। ਇਹਦੇ ਵਿੱਚ ਜਿਹੜਾ ਚੰਨੀ ਨੂੰ ਦੁਬਾਰਾ ਇਹ ਮੁੱਖ ਮੰਤਰੀ ਨਹੀਂ ਬਣਾ ਰਹੇ, ਉਹ ਬਣਾਉਣਾ ਚਾਹੀਦਾ, ਇਹਨਾਂ ਨਾਲ ਧੋਖਾ ਕੀਤਾ ਜਾ ਰਿਹਾ। ਤੇ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਜਿੰਨੀ ਦੇਰ ਦਾ ਭਗਵੰਤ ਮਾਨ ਲੱਗਾ ਤੇ ਤੁਸੀਂ ਧੋਖਾ ਨਹੀਂ ਕਰ ਰਹੇ। ਸਾਡਾ ਤੇ ਇੱਕ ਕੰਮ ਕਰੋ, ਮੈਂ ਤੁਹਾਨੂੰ ਕਹਿੰਦਾ ਭਰਾਵਾ, ਸਾਡੇ ਉੱਤੇ ਰਹਿਮ ਕਰੋ ਤੁਸੀਂ ਸਾਰੇ ਜਿੰਨੇ ਪਾਰਟੀਆਂ ਵਾਲੇ। ਜੋ ਪੰਜਾਬ ਦਾ ਕਾਰੋਬਾਰ, ਚਾਹੇ ਉਹ ਰੇਤਾ, ਚਾਹੇ ਉਹ ਸ਼ਰਾਬ ਹੈ, ਚਾਹੇ ਉਹ ਟਰਾਂਸਪੋਰਟ ਹੈ, ਸਾਰਾ ਤੁਹਾਨੂੰ ਲੀਡਰਾਂ ਨੂੰ ਦਿੱਤਾ। ਪਿੱਛੇ ਜੇ ਉਹਦੇ ਉੱਤੇ ਇੱਕ ਪਰਚਾ ਦਰਜ ਹੁੰਦਾ ਹੈ ਕਿ ਉਹ ਆਮ ਐਕਟ ਦਾ, ਕਿ ਉਹ ਸ਼ੂਟਿੰਗ ਕਰ ਰਿਹਾ ਰਾਈਫਲ ਦੇ ਨਾਲ, AK-47 ਦੇ ਨਾਲ। ਮਾੜਾ ਬੰਦਾ ਕਿਤੇ ਖਿਡੌਣੇ ਨਾਲ ਕਿਸੇ ਨੂੰ ਡਰਾ ਦੇਵੇ ਨਾ, ਖਿਡੌਣਾ ਪਿਸਤੌਲ ਨਾਲ, ਤੇ ਉਹਦਾ ਪਿਸਤੌਲ ਅਸਲੀ ਕਰ ਦਿੰਦੀ ਹੈ ਪੁਲਿਸ। ਇੱਥੇ ਮਤਲਬ ਤਗੜੇ ਦਾ 37-20 ਹੈ, ਉਹ ਸ਼ਰੇਆਮ ਮਤਲਬ ਗੋਲੀ ਚਲਾ ਰਿਹਾ, ਤੇ ਪੁਲਿਸ ਆਪਣੀ ਰਿਪੋਰਟ 'ਚ ਲਿਖਦੀ ਆ ਵੀ ਉਹ ਜਿਹੜਾ ਹਥਿਆਰ ਹੈ ਉਹ ਪਲਾਸਟਿਕ ਦਾ, ਕਿ ਖਿਡੌਣਾ ਸੀਗਾ। ਮੈਨੂੰ ਲੱਗਦਾ ਨੌਜਵਾਨ ਜਿਹੜੇ ਹੈਗੇ ਉਹ ਵਕਾਲਤ ਕਰਨੀ ਛੱਡ ਦੇਣਗੇ, ਜਾਂ ਜੱਜ ਵੀ, ਕਿਉਂਕਿ ਕਿਸੇ ਦੇ ਉੱਤੇ ਕੋਈ ਕੇਸ ਹੁੰਦਾ ਹੈ ਤਾਂ ਪਾਰਟੀ ਉਹਨੂੰ ਕਹਿ ਦਿੰਦੀ ਆ ਵੀ ਜਾਂ ਤਾਂ ਤੇਰਾ ਕੇਸ ਰਫਾ ਦਫਾ ਕਰ ਦਾਂਗੇ, ਜਾਂ ਸਾਡੀ ਪਾਰਟੀ 'ਚ ਆ ਜੇ ਚਲ ਜਾ। ਬੱਚਾ ਇੱਥੇ ਰਹਿਣਾ ਕਿਉਂ ਨਹੀਂ ਚਾਹੁੰਦਾ? ਤੁਹਾਡਾ ਬੱਚਾ ਪੜ੍ਹ ਲਿਖ ਕੇ PCS ਅਫਸਰ ਬਣਦਾ, ਉਹ ਟੀਚਰ ਬਣਦਾ, ਜਾਂ ਉਹ ਮਤਲਬ ਮੈਡੀਕਲ ਅਫਸਰ ਬਣਦਾ, ਉੱਚ ਪੋਸਟ ਤੇ ਵੀ ਜਾਂਦਾ। ਤੇ ਮੇਰੇ ਵਰਗਾ ਇੱਕ ਮੰਤਰੀ ਹੁੰਦਾ, ਕੋਰਾ ਅਨਪੜ੍ਹ, 5-7 ਪੜ੍ਹਿਆ, ਉਹ ਸਵੇਰੇ ਟਾਈਮ ਦਿੰਦਾ ਵੀ ਉੱਥੇ ਪਹੁੰਚੀ ਮੇਰੇ ਕੋਲ, ਆਪ ਉਹ ਘੰਟਾ ਲੇਟ ਆਉਂਦਾ, ਉਹ ਬਾਹਰ ਖਲੋਤਾ ਰਹਿੰਦਾ, ਤੇ ਜੇ ਆਉਂਦਾ ਤਾਂ ਉਹਨੂੰ ਕੁੱਤੇ ਵਾਂਗੂ ਪੈ ਜਾਂਦਾ। ਤੇ ਜਿਹੜਾ ਪੜ੍ਹਿਆ ਲਿਖਿਆ ਜਨੂਨੀ ਬੱਚਾ ਇਨਕਲਾਬੀ, ਉਹ ਆਉਂਦਾ ਛੱਡਿਆ ਭਰਾਵਾ ਇਹ ਭਾਰਤ ਤੇ ਛੱਡਿਆ ਇਹ ਪੰਜਾਬ ਤੇ ਮੈਂ ਚੱਲਿਆ ਬਾਹਰ ਨੂੰ। ਉਹ ਪੰਡਤ ਵਿਚਾਰਾ ਔਖਾ ਸੌਖਾ ਅੱਧੀ ਕਿਰਲੀ ਜਿਹੜੀ ਉਹ ਖਾ ਜਾਂਦਾ, ਵੀ ਟਿੰਡ 'ਚ ਕਰਨਾ ਹੀ ਪਾਉਣਾ ਨਾ, ਉਹ ਅੱਧੀ ਕਿਰਲੀ ਖਾ ਜਾਂਦਾ, ਤੇ ਉਹ ਜਵਾਕ ਅੱਗੇ ਰੱਖੀ ਜਾਂਦੀ ਵੀ ਲੈ ਭਾਈ ਅੱਧੀ ਕਿਰਲੀ ਹੁਣ ਬਚ ਗਈ ਆ, ਤੂੰ ਖਾ ਲਾ। ਤਾਂ ਨਾ ਜਿਹੜੀ ਮੈਂ ਖਾਣੀ ਸੀ ਉਹ ਤਾਂ ਪੰਡਤ ਖਾ ਗਿਆ। ਜਿਵੇਂ 2022 ਦੀਆਂ ਚੋਣਾਂ ਨੇੜੇ ਆ ਰਹੀਆਂ ਨੇ, ਤਿਵੇਂ ਸਿਆਸੀ ਧਮਾਕੇ ਹੋ ਰਹੇ ਨੇ, ਤੇ ਬਹੁਤ ਸਾਰੇ ਚਰਚਿਤ ਜਿਹੜੇ ਚਿਹਰੇ ਨੇ ਉਹ ਆਪਣੀ ਪਾਰਟੀ ਛੱਡ ਕੇ ਦੂਜੀਆਂ ਪਾਰਟੀਆਂ ਦੇ ਵਿੱਚ ਸ਼ਾਮਿਲ ਹੋ ਰਹੇ ਨੇ, ਜਾਂ ਫਿਰ ਕਲਾਕਾਰ ਵੀ ਜਿਹੜੇ ਹੈਗੇ ਆ ਹੁਣ ਉਹ ਰਾਜਨੀਤੀ ਨੂੰ ਚੁਣਨ ਲੱਗ ਗਏ ਨੇ। ਜੇ ਗੱਲ ਕਰੀਏ ਮਨਜਿੰਦਰ ਸਿਰਸਾ ਹੋਰਾਂ ਦੀ, ਤਾਂ ਉਹਨਾਂ ਨੇ ਦਿੱਲੀ ਕਮੇਟੀ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਤੇ ਨਾਲ ਹੀ BJP ਦੇ ਵਿੱਚ ਸ਼ਾਮਿਲ ਹੋ ਜਾਂਦੇ ਨੇ। ਸਿੱਧੂ ਮੂਸੇਵਾਲਾ ਜਿਹੜੇ ਹੈਗੇ ਆ, ਉਹਨਾਂ ਨੂੰ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਹੋਰੀ ਖੁਦ ਕਾਂਗਰਸ ਦੇ ਵਿੱਚ ਸ਼ਾਮਿਲ ਕਰਵਾਉਂਦੇ ਨੇ। ਅਜਿਹੇ ਦੌੜ ਦੇ ਵਿੱਚ ਬਹੁਤ ਸਾਰੇ ਲੋਕਾਂ ਦੀਆਂ ਨਜ਼ਰਾਂ ਬਹੁਤ ਸਾਰੇ ਲੋਕਾਂ ਦੇ ਉੱਤੇ ਬਣੀਆਂ ਹੋਈਆਂ ਨੇ, ਖਾਸ ਤੌਰ ਤੇ ਸਿਆਸੀ ਲੀਡਰ ਜਿਹੜੇ ਚਰਚਾ ਦਾ ਵਿਸ਼ਾ ਰਹਿੰਦੇ ਨੇ। ਉਹਨਾਂ ਵਿੱਚੋਂ ਮਨਦੀਪ ਮੰਨਾ ਵੀ ਇੱਕ ਨੇ। ਸੋ ਮਨਦੀਪ ਮੰਨਾ ਕਿਹੜੀ ਪਾਰਟੀ ਦੇ ਵਿੱਚ ਜਾ ਰਹੇ ਨੇ, ਜਾਂ ਹੁਣ ਜੋ ਸਿਆਸੀ ਧਮਾਕੇ ਹੋ ਰਹੇ ਨੇ ਉਹਨਾਂ ਬਾਰੇ ਕੀ ਸੋਚਦੇ ਨੇ, ਗੱਲਬਾਤ ਦੇ ਲਈ ਸਾਡੇ ਨਾਲ ਨੇ। ਮਨਦੀਪ ਜੀ, ਬਹੁਤ ਸਵਾਗਤ ਤੁਹਾਡਾ। ਧੰਨਵਾਦ ਜਗਦੀਪ ਜੀ, ਤੁਸੀਂ ਮੈਨੂੰ ਆਪਣੀ ਗੱਲ ਰੱਖਣ ਦਾ ਮੌਕਾ ਦਿੱਤਾ ਆਪਣੇ ਚੈਨਲ ਦੇ ਉੱਤੇ। ਦਿਲ ਦੀਆਂ ਗਹਿਰਾਈਆਂ ਤੋਂ ਥਲੀ ਸਾਹਿਬ ਤੁਹਾਡਾ ਧੰਨਵਾਦ। ਸਭ ਤੋਂ ਪਹਿਲਾ ਸਵਾਲ ਇਹੀ ਵੀ ਜਿਵੇਂ ਸਿਆਸੀ ਧਮਾਕੇ ਹੋ ਰਹੇ ਨੇ, ਮਨਜਿੰਦਰ ਸਿਰਸਾ BJP ਦੇ ਵਿੱਚ ਚਲੇ ਗਏ ਤੇ ਮਤਲਬ ਕਿ ਫੇਰ ਬਦਲ ਜਾਰੀ ਨੇ, ਕਿਵੇਂ ਦੇਖਦੇ ਹੋ ਇਹਨੂੰ? ਦੇਖੋ, ਹਰ ਬੰਦਾ ਓਪਰਚੁਨਿਸਟ ਹੈ।
ਜੇ ਕੋਈ ਸਿਆਸਤ ਦੇ ਵਿੱਚ ਹੈ ਤੇ ਉਹਨੇ ਆਪਣਾ ਜਿਹੜਾ ਆਧਾਰ ਹੈ ਉਹ ਦੇਖਣਾ ਹੈ, ਆਪਣਾ ਟੀਚਾ ਕੀ ਹੈ ਉਹਨੇ ਉਹ ਦੇਖਣਾ। ਕੋਈ ਬੰਦਾ ਕੋਈ ਟੀਚਾ ਲੈ ਕੇ ਚੱਲਦਾ, ਕੋਈ ਬੰਦਾ ਕੋਈ ਟੀਚਾ ਲੈ ਕੇ ਚੱਲਦਾ। ਜਿਸ ਤਰੀਕੇ ਇੱਧਰ ਆਵਾਗਮਨ ਮਤਲਬ ਸਾਰੇ ਪਾਸੇ ਚੱਲ ਪਿਆ, ਕੋਈ ਲੈ ਰਿਹਾ, ਕੋਈ ਜਾ ਰਿਹਾ, ਕਿਸੇ ਨੂੰ ਛੱਡ ਕੇ ਕਹਿ ਲਿਆ ਜਾਵੇ। ਅੱਜ ਨਾ ਸਾਡੇ ਐਸਪੀ ਨੇ ਮੇਰੇ ਖਿਆਲ ਉਹ ਸ਼ੂਟਰ ਵੀ ਰਹੇ ਨੇ ਵਨੀਤ, ਉਹਨਾਂ ਦੀ ਮੈਂ ਫੇਸਬੁੱਕ ਤੇ ਪੜ੍ਹਦਾ ਸੀਗਾ ਤੇ ਮੈਂ ਨੋਟ ਕੀਤਾ ਕਿ ਨਏ ਕਿਰਦਾਰ ਆਤੇ ਜਾ ਰਹੇ ਹੈ ਮਗਰ ਨਾਟਕ ਪੁਰਾਣਾ ਚੱਲ ਰਹਾ ਹੈ। ਉਹਨਾਂ ਅੱਜ ਫੇਸਬੁੱਕ ਤੇ ਪਾਇਆ ਸੀ ਕਿ ਹਰ ਬੰਦਾ ਸਮਝ ਰੱਖਦਾ, ਤੇ ਮੈਂ ਉਹ ਉਸ ਲੜਕੀ ਦੀ ਵੀ ਦਲੇਰੀ ਸਮਝਦਾ ਕਿ ਜਿਹੜਾ ਖੁੱਲ੍ਹ ਕੇ ਸ਼ਾਇਰਿਆਂ 'ਚ ਹਰ ਬੰਦੇ ਨੂੰ ਆਪਣੀ ਗੱਲ ਰੱਖਣੀ ਚਾਹੀਦੀ ਹੈ। ਸਿਰਸਾ ਸਾਹਿਬ ਕੀ ਸੋਚ ਲੈ ਕੇ ਗਏ ਆ ਨਵੇਂ ਕੱਲ੍ਹ ਕਾਂਗਰਸ ਨੇ ਸ਼ਾਮਲ ਕੀਤੇ ਕਿ ਸਿੱਧੂ ਮੂਸੇਵਾਲਾ ਕੀ ਸੋਚ ਲੈ ਕੇ ਆਏ। ਤੁਸੀਂ ਦੇਖੋ ਕਿ ਮਨਜਿੰਦਰ ਸਿੰਘ ਸਿਰਸਾ ਨੇ ਕਿਸਾਨ ਅੰਦੋਲਨ ਦੇ ਵਿੱਚ ਇੱਕਦਮ ਬਹੁਤ ਜ਼ਿਆਦਾ ਕੰਮ ਕੀਤਾ, ਤੇ ਉਸ ਤੋਂ ਪਹਿਲਾਂ ਛਵੀ ਦੇ ਵਿੱਚ ਤੇ ਜਦੋਂ ਕੰਮ ਕਰਨਾ ਪਿਆ ਕਿਸਾਨ ਅੰਦੋਲਨ ਦੇ ਵਿੱਚ, ਜਦੋਂ ਉਹਨਾਂ ਨੀਤ ਨਾਲ ਕੰਮ ਕੀਤਾ ਤੇ ਛਵੀ 'ਚ ਬੜਾ ਫਰਕ ਆ ਗਿਆ। ਹੋਰ ਉਹਨਾਂ ਦਾ ਟੀਚਾ ਕੀ ਸੀਗਾ, ਉਹਨਾਂ ਨੇ ਸਿਆਸੀ ਤੌਰ ਤੇ ਇਹਦਾ ਕੀ ਲਾਹ ਲੈਣਾ ਸੀਗਾ, ਇਹ ਤੇ ਉਹ ਦੱਸ ਸਕਦੇ। ਪਾਰਟੀ ਕਿਸੇ 'ਚ ਵੀ ਕੋਈ ਜਾਵੇ, ਉਸ ਬੰਦੇ ਦੀ ਮਤਲਬ ਸੋਚ ਨਹੀਂ ਬਦਲਣੀ ਚਾਹੀਦੀ। ਮੇਰੀ ਇੱਕ ਆਦਤ ਹੈ ਕਿ ਜਿਸ ਗੱਲ ਨੂੰ ਤੁਸੀਂ ਕਹਿ ਦਿੱਤਾ ਛੇਤੀ ਕੀਤਿਆਂ ਤੋਂ ਫਿਰਨਾ ਨਹੀਂ ਚਾਹੀਦਾ। ਮਤਲਬ ਇਹ ਸਾਰਾ ਕੁਝ ਜਿੰਨੇ ਵੀ ਸਿਆਸੀ ਲੀਡਰ ਇੱਧਰ ਉੱਧਰ ਜਾ ਰਹੇ ਨੇ ਉਹਨਾਂ ਨੂੰ ਇਹ ਸੋਚ ਸਮਝ ਕੇ ਚੱਲਣਾ ਚਾਹੀਦਾ। ਔਰ ਇਹ ਕਿਸੇ ਨੇ ਬੜਾ ਸ਼ਾਇਰ ਨੇ ਖੂਬ ਲਿਖਿਆ ਕਿ ਕਿਸੇ ਦਾ ਕੀ ਮਕਸਦ ਹੈ, ਕਿ ਉਹਨਾਂ ਸੇਵਾ ਕੀਤੀ, ਅਗਲਾ ਉਹਨਾਂ ਦਾ ਟੀਚਾ ਕੀ ਹੈ, ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਮੈਂ ਤਾਂ ਇੰਨਾ ਹੀ ਕਹੂੰਗਾ ਕਿ ਕੋਈ ਭੁੱਲ ਗਿਆ ਮਕਸਦ ਆਵਣ ਦਾ, ਕੋਈ ਕਰਕੇ ਮਕਸਦ ਹੱਲ ਚੱਲਿਆ। ਗੁਲਾਮ ਫਰੀਦ ਦਾ ਇੱਥੇ ਸਭ ਮੁਸਾਫਰ, ਕੋਈ ਅੱਜ ਚੱਲਿਆ ਕੋਈ ਕੱਲ੍ਹ ਚੱਲਿਆ, ਠੀਕ ਹੈ ਨਾ। ਤੁਸੀਂ ਕਿਸਾਨ ਅੰਦੋਲਨ ਦੇ ਵਿੱਚ ਇਕੱਲਾ ਮਨਜਿੰਦਰ ਸਿੰਘ ਸਿਰਸਾ ਨਹੀਂ, ਅਜੇ ਹੋਰ ਤੁਸੀਂ ਬਹੁਤ ਜ਼ਿਆਦਾ ਲੋਕ ਦੇਖੋਗੇ ਕਿ ਜਿਨ੍ਹਾਂ ਦੇ ਬਾਰੇ ਆਪਾਂ ਕਿਆਫੇ ਲਾਉਂਦੇ ਸੀਗੇ ਕਿ ਇਹ ਵੀ ਟਿਕਟਾਂ ਮੰਗਣਗੇ ਔਰ ਰਾਜਨੀਤੀ ਦਾ ਹਿੱਸਾ ਬਣਨਾ ਚਾਹੀਦਾ। ਮੈਂ ਇਹਦੇ ਤੋਂ ਕਿਸੇ ਨੂੰ ਇਨਕਾਰੀ ਨਹੀਂ ਹੋ ਸਕਦਾ। ਹਰ ਬੰਦੇ ਨੂੰ ਮੇਰੀ ਅਕਸਰ ਇਹ ਸੋਚ ਹੈ ਕਿ ਇਕੱਲੇ ਬੰਦੇ ਨੂੰ ਤੁਸੀਂ ਵੀ ਬੜੀ ਨਿਗਾਹ ਰੱਖਦੇ ਹੋ। ਕੇਵਲ ਪੱਤਰਕਾਰਾਂ ਦਾ, ਰਾਜਨੀਤਿਕ ਲੋਕਾਂ ਦਾ ਕੰਮ ਨਹੀਂ ਹੈ ਰਾਜਨੀਤੀ ਦੇ ਉੱਤੇ ਚਰਚਾ ਕਰਨਾ ਜਾਂ ਰਾਜਨੀਤੀ ਦੇ ਉੱਤੇ ਗੱਲ ਕਰਨਾ। ਜਿੰਨੀ ਦੇਰ ਤੱਕ ਇਕੱਲਾ ਬੰਦਾ, ਚਾਹੇ ਉਹ ਪਾਰਕਾਂ 'ਚ ਬੈਠਾ ਹੋਵੇ, ਚਾਹੇ ਆਪਣੀ ਦੁਕਾਨ ਚਲਾਉਂਦਾ ਹੋਵੇ, ਚਾਹੇ ਨੌਕਰੀ ਕਰਦਾ ਹੋਵੇ, ਜਿੰਨੀ ਦੇਰ ਤੱਕ ਉਹ ਰਾਜਨੀਤੀ ਦਾ ਹਿੱਸਾ ਨਹੀਂ ਬਣਦਾ, ਇਸ ਸੂਬੇ ਦੇ ਹਾਲਾਤ, ਇਸ ਦੇਸ਼ ਦੇ ਹਾਲਾਤ ਨਹੀਂ ਬਦਲ ਸਕਦੇ। ਮੈਂ ਅੱਗੇ ਕਈ ਵਾਰੀ ਕਿਹਾ ਕਿ ਦੇਖੋ ਕੋਈ ਵੀ ਜਿਹੜਾ ਚੰਗਾ ਬੰਦਾ, ਜਿਹੜਾ ਮਤਲਬ ਸਮਾਜ 'ਚ ਚੰਗੀ ਇੱਜ਼ਤ ਰੱਖਦਾ ਜਾਂ ਚੰਗਾ ਉਹਦਾ ਕਾਰੋਬਾਰ ਹੈ, ਉਹ ਆਪਣੇ ਬੱਚਿਆਂ ਨੂੰ ਸਿਆਸਤ ਦਾ ਹਿੱਸਾ ਹੀ ਨਹੀਂ ਬਣਾਉਣਾ ਚਾਹੁੰਦਾ, ਕਿਉਂਕਿ ਇਹਦੀ ਪਰਿਭਾਸ਼ਾ ਹੀ ਚੇਂਜ ਹੋ ਚੁੱਕੀ ਹੈ। ਮਤਲਬ ਜਿੰਨਾ ਮਰਜ਼ੀ ਨੇਤਾ ਨੀਤ ਨਾਲ ਕੰਮ ਕਰ ਲਵੇ, ਉਹਦੇ ਉੱਤੇ ਇੱਕ ਟੈਗ ਲੱਗ ਗਿਆ ਕਿ ਇਹ ਚੋਰ ਹੀ ਹੋਣਾ। ਔਰ ਚੰਗੇ ਜਿਹੜੇ ਲੋਕ ਨੇ, ਕੋਈ ਮਤਲਬ ਡਾਕਟਰ ਕਹਿ ਲਓ, ਕੋਈ ਸਿਆਣੇ ਅਫਸਰ ਕਹਿ ਲਓ, ਤੁਸੀਂ ਇਮਾਨਦਾਰ IAS, ਆਪਣੇ ਬੱਚਿਆਂ ਨੂੰ ਸਿਆਸਤ 'ਚ ਨਹੀਂ ਲਿਆਉਣਾ ਚਾਹੁੰਦੇ। ਔਰ ਜਿੰਨੇ ਵੀ IAS ਅਫਸਰ ਜਾਂ ਜਿੰਨੇ ਵੀ ਰਿਟਾਇਰ ਹੋ ਕੇ ਲੋਕ ਸਿਆਸਤ 'ਚ ਆਉਂਦੇ ਨੇ, ਇਹਨੂੰ ਕੰਪਲੀਮੈਂਟਰੀ ਲੈਂਦੇ ਨੇ ਕਿ ਜਿੱਦਾਂ ਆਪਣੀ ਨੌਕਰੀ ਕਰ ਲਈ ਤੇ ਉਹ ਟੱਲੀ ਵਜਾਉਣ ਵਾਲੀ ਆਦਤ ਨਹੀਂ ਨਾ ਜਾਂਦੀ। ਉਸ ਤੋਂ ਬਾਅਦ ਇਹਦੇ ਉੱਤੇ ਦਾ ਖੇਡਦੇ ਨੇ ਆ ਕੇ। ਨੀਤ ਦੇ ਨਾਲ ਇਹਦੇ ਉੱਤੇ ਚਰਚਾ ਕਰਨੀ ਚਾਹੀਦੀ ਹੈ। ਚੰਗੇ ਘਰਾਂ ਦੇ ਬੱਚੇ ਸਿਆਸਤ 'ਚ ਆਉਣੇ ਚਾਹੀਦੇ ਆ। ਔਰ ਜੇ ਨਵੇਂ ਲੋਕ ਆਉਣਗੇ ਤੇ ਮੇਰਾ ਇਹ ਮੰਨਣਾ ਹੈ ਕਿ ਡਾਕੂ ਚੱਲਦੇ ਬਣਨਗੇ। ਕੋਈ ਨਵਾਂ ਆਊਗਾ ਤੇ ਜੇਬ ਕਤਰਾਊਗਾ, ਇਹਨਾਂ ਜਿੱਡਾ ਡਾਕੂ ਨਹੀਂ ਆ ਸਕਦਾ। ਸਿਆਸਤ ਦੇ ਵਿੱਚ ਹਰ ਬੰਦੇ ਨੂੰ ਹਿੱਸਾ ਲੈਣਾ ਚਾਹੀਦਾ, ਚਾਹੇ ਉਹ ਕਿਸੇ ਵੀ ਪਾਰਟੀ ਜਾਵੇ, ਕਿਤੇ ਵੀ ਕਵੇ। ਆਪਣਾ ਉਹਦਾ ਜ਼ਮੀਰ ਤੇ ਆਪਣੀ ਉਹਦੀ ਸੋਚ ਜਿਹੜੀ ਉਹ ਪੰਜਾਬ ਪ੍ਰਤੀ, ਆਪਣੇ ਦੇਸ਼ ਪ੍ਰਤੀ ਹੋਣੀ ਚਾਹੀਦੀ। ਤੁਸੀਂ ਗੱਲ ਕੀਤੀ ਵੀ ਬੱਚਿਆਂ ਨੂੰ ਅੱਗੇ ਆਉਣਾ ਚਾਹੀਦਾ ਜਾਂ ਜਿਹੜੇ ਚੰਗੀ ਸੋਚ ਰੱਖਦੇ ਨੇ, ਪਰ ਉਹਨਾਂ ਨੂੰ ਅੱਗੇ ਆਉਣ ਕਦੋਂ ਦਿੱਤਾ ਜਾਂਦਾ ਹੈ? ਜਿਵੇਂ ਆਪਾਂ ਮੰਨਾ ਸਾਹਿਬ ਦੇਖਦੇ ਹਾਂ ਤਾਂ ਪੀੜ੍ਹੀ ਦਰ ਪੀੜ੍ਹੀ ਤਾਂ ਸਿਆਸਤ ਚੱਲਦੀ ਰਹਿੰਦੀ ਹੈ। ਇਹ ਤੇ ਉਸ ਗੰਨੇ ਦੀ ਰੇਹੜੀ ਵਾਂਗੂ, ਜਾਂ ਜਿਵੇਂ ਘਲਾੜੀ ਦਾ ਕੰਮ ਕਿਸੇ ਨੂੰ ਪੁੱਛੀਏ ਵੀ ਤੂੰ ਕਦੋਂ ਤੋਂ ਕਰਦਾ, ਉਹ ਕਹਿੰਦਾ ਸਾਡੀ 6ਵੀਂ ਪੀੜ੍ਹੀ ਹੈ। ਉਹ ਘਲਾੜੀਆਂ ਦੇ ਕੰਮਾਂ ਵਾਂਗੂ ਤਾਂ ਅੱਜ ਸਿਆਸਤ ਹੋ ਗਈ ਹੈ ਜੀ। ਮੈਂ ਇਹਦੇ ਉੱਤੇ ਵੀ ਦੱਸਣ ਲੱਗਾ ਜੀ ਥੱਲੇ ਸਾਹਿਬ, ਮੈਂ ਅੱਗੇ ਵੀ ਅਕਸਰ ਬੋਲਿਆ, ਤੁਹਾਡੇ ਮਾਧਿਅਮ ਰਾਹੀਂ ਵੀ ਮੈਂ ਗੱਲ ਕੀਤੀ ਹੈ ਕਿ ਸਾਡੇ ਲੋਕਾਂ ਦੇ ਉੱਤੇ ਇੱਕ ਪੋਲੀਟੀਕਲ ਟੈਰਰਿਜ਼ਮ ਜਿਹੜਾ ਉਹ ਬੜਾ ਹਾਵੀ ਹੈ। ਅੱਤਵਾਦ ਕਈ ਤਰ੍ਹਾਂ ਦਾ, ਮਤਲਬ ਇਹ ਪੋਲੀਟੀਕਲ ਟੈਰਰਿਜ਼ਮ ਹਾਵੀ ਹੈ ਇੱਥੇ। ਇਹ ਸਾਜ਼ਿਸ਼ ਹੈ ਕਿ ਜੇ ਕਿਸੇ ਨੂੰ ਸਿਆਸਤ 'ਚ ਨਹੀਂ ਨਾ ਆਉਣ ਦਿੱਤਾ ਜਾ ਰਿਹਾ, ਮੰਨ ਲਓ ਤੁਸੀਂ ਕੋਈ ਦੁਕਾਨ ਕਰਦੇ ਹੋ, ਤੁਸੀਂ ਕੋਈ ਬਿਜ਼ਨਸ ਕਰਦੇ ਹੋ, ਤੁਹਾਡਾ ਬੱਚਾ ਪੜ੍ਹ ਲਿਖ ਜਾਂਦਾ, ਉਹ ਸੋਸ਼ਲ ਮੀਡੀਆ ਦੇ ਉੱਤੇ ਐਕਟਿਵ ਹੈ, ਜਦੋਂ ਵੇਖਦਾ ਕਿ ਫਲਾਣੀ ਥਾਂ ਤੇ ਬੁਰਾਈ ਹੈ, ਮੈਂ ਇਹਦੇ ਖਿਲਾਫ ਲੜਨਾ, ਮੈਂ ਆਹ ਕਰਨਾ, ਤੇ ਉਹ ਜਿਹੜਾ ਲੀਡਰ ਹੈ ਨਾ, ਜਿਹੜਾ ਉਸ ਇਲਾਕੇ ਦਾ ਕੋਈ ਕਾਉਂਸਲਰ ਹੈ, MLA ਹੈ, ਉਸ ਬੱਚੇ ਨੂੰ ਕਹਿਣ ਦੀ ਹਿੰਮਤ ਨਹੀਂ ਰੱਖਦਾ ਕਿ ਯਾਰ ਇਹ ਬਾਗੀ ਹੋ ਸਕਦਾ। ਉਹ ਸਿੱਧਾ ਹੀ ਉਹਦੇ ਬਾਪ ਨੂੰ ਫੜਦਾ, ਉਹਦੇ ਉੱਤੇ ਕੋਈ ਨਾ ਕੋਈ ਮਤਲਬ ਸ਼ਿਕੰਜਾ ਕੱਸਿਆ ਜਾਂਦਾ, ਚਾਹੇ ਉਹ ਸੇਲ ਟੈਕਸ ਦੇ ਰੂਪ 'ਚ ਹੋਵੇ, ਚਾਹੇ ਉਹਦੀ ਕੋਈ ਗੱਡੀ ਬੰਦ ਕਰਨ ਦੇ ਰੂਪ 'ਚ ਹੋਵੇ। ਸਰਕਾਰ ਕੋਲ 20 ਕੰਮ ਨੇ, ਕਿਸੇ ਦਾ ਰੈਸਟੋਰੈਂਟ ਚੱਲਦਾ ਕਿਸੇ ਦੇ ਬਾਪ ਦਾ, ਤੇ ਉਹਦੇ ਉੱਤੇ ਕੋਈ ਮਤਲਬ ਫੂਡ ਜਿਹੜੇ ਹੈਗੇ ਨੇ ਉਹਨਾਂ ਨੂੰ ਮਤਲਬ ਪਵਾ ਦਿੱਤਾ ਜਾਂਦਾ ਛਾਪਾ। ਔਰ ਉਹ ਬਾਪ ਜਿਹੜਾ ਆਪਣੇ ਬੱਚੇ ਨੂੰ ਝਿੜਕਦਾ, ਓਏ ਤੂੰ ਕੀ ਲੈਣਾ, ਤੂੰ ਮੇਰਾ ਕੰਮ ਕਰ ਬੰਦ ਕਰਾ ਦੇਣ ਲੱਗਾ। ਇਸ ਤਰੀਕੇ ਪੋਲੀਟੀਕਲ ਜਿਹੜਾ ਟੈਰਰਿਜ਼ਮ ਹੈ, ਇਹ ਚੁੰਗਲ 'ਚ ਫਸ ਚੁੱਕੇ ਹਾਂ ਅਸੀਂ। ਇਹ ਸਾਜ਼ਿਸ਼ ਹੈ ਸਾਡੇ ਨਾਲ, ਜਿਹੜੇ ਲੋਕਾਂ ਦੇ ਨਾਲ ਹੋ ਰਹੀ ਹੈ। ਪਰ ਕਿਤੇ ਨਾ ਕਿਤੇ ਲੋਕਾਂ ਨੂੰ ਬਗਾਵਤ ਕਰਨੀ ਪਊਗੀ, ਹਿੱਸਾ ਬਣਨਾ ਪਊਗਾ, ਨਹੀਂ ਤੇ ਜੋ ਆ ਹਾਲਾਤ ਨੇ ਅੱਜ ਦੇ ਪੰਜਾਬ ਦੇ, ਤੁਸੀਂ ਕੀ ਸਮਝਦੇ ਵੀ ਆਉਣ ਵਾਲੇ ਦਿਨਾਂ 'ਚ ਸੁਧਰਨਗੇ? ਮੈਨੂੰ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਕੁਝ ਮਤਲਬ ਸੁਧਰਦਾ ਨਜ਼ਰ ਨਹੀਂ ਆ ਰਿਹਾ। ਪੋਲੀਟੀਕਲ ਬੰਦਿਆਂ ਦਾ ਸਿਸਟਮ ਕੀ ਚੱਲ ਪਿਆ, ਇਹਨਾਂ ਬਾਰੇ ਤੇ ਜੇ ਮੈਂ ਦੋ ਲੈਣਾ ਕਹਾਂ ਨਾ, ਕਿ ਬਾਂਦਰਾਂ ਹੱਥ ਬਗੀਚੇ ਆਏ,
ਬਹੁਤ ਮਾੜਾ ਹਸ਼ਰ ਕਰਨਗੇ, ਖਿੜਿਆ ਬਾਗ ਉਜਾੜਨਗੇ ਤੇ ਕਰਤੂਤਾਂ ਉੱਤੇ ਫਖਰ ਕਰਨਗੇ। ਜੇ ਕੋਈ ਮਾੜੇ ਕੰਮ ਵੀ ਕਰਦੇ ਆ ਤੇ ਉਹਦੇ ਉੱਤੇ ਫਖਰ ਮਹਿਸੂਸ ਕਰਦੇ ਵੀ ਅਸੀਂ ਆਹ ਕਰ ਦਿੱਤਾ। ਤੁਸੀਂ ਦੇਖੋ ਲਾ ਐਂਡ ਆਰਡਰ ਦੀ ਕੋਈ ਸਥਿਤੀ ਨਹੀਂ। ਆ ਨਵੇਂ ਮੁੱਖ ਮੰਤਰੀ ਬਣੇ ਨੇ, ਕਈ ਤਰ੍ਹਾਂ ਦੀਆਂ ਛੋਟਾਂ। ਮੈਂ ਤਾਂ ਇਹ ਕਿਹਾ ਕਿ ਕਿਸੇ ਬੰਦੇ ਕੋਲ 1000 ਵੋਟ ਹੈ ਨਾ, ਉਹਦਾ ਬੱਚਾ ਜੇ ਕਤਲ ਵੀ ਕਰੂਗਾ ਤੇ ਕਹਿਣਗੇ ਕਿੰਨੀਆਂ ਵੋਟਾਂ ਨੇ। ਜਿਸ ਹਿਸਾਬ ਨਾਲ ਮਤਲਬ ਸਹੂਲਤਾਂ ਦਿੰਦੇ ਨੇ ਇਹਨਾਂ ਦਿਨਾਂ ਦੇ ਵਿੱਚ, ਤੇ ਇਹ ਤੁਹਾਡਾ ਮਾਫ ਜੀ ਸਾਰਾ ਕੁਝ। ਇਹਨਾਂ ਚੀਜ਼ਾਂ ਦੇ ਉੱਤੇ ਗੌਰ ਕਰਨਾ ਪਊਗਾ। ਬੱਚਿਆਂ ਨੂੰ ਇਸ ਚੁੰਗਲ ਦੇ ਵਿੱਚੋਂ ਨਿਕਲਣਾ ਪਊਗਾ। ਮਤਲਬ ਆਪਾਂ ਕਹਿਣ ਨੂੰ ਤਾਂ ਕਹਿੰਦੇ ਆ ਸ਼ਹੀਦ ਭਗਤ ਸਿੰਘ ਦੀ ਸੋਚ, ਪੋਸਟਰ ਸਾਰੇ ਹੀ ਲਾਉਨੇ ਆ, ਸ਼ਹੀਦ ਊਧਮ ਸਿੰਘ ਦਾ ਆ ਫਿਲਮਾਂ ਬਣਦੀਆਂ ਨੇ, ਪਰ ਉਸ ਸੋਚ ਨੂੰ ਅਪਣਾ ਕਿਉਂ ਨਹੀਂ ਰਿਹਾ? ਭਗਤ ਸਿੰਘ ਨੇ ਆਪਣੇ ਲਈ ਕੰਮ ਕੀਤਾ ਸੀਗਾ। ਜਦੋਂ ਮਤਲਬ ਦੇਸ਼ ਆਜ਼ਾਦ ਹੋਣਾ ਸੀ, ਉਹ ਉਹਨਾਂ ਦੀ ਮੌਤ ਤੋਂ ਬਾਅਦ, ਉਹਨਾਂ ਦੀ ਸ਼ਹੀਦੀ ਤੋਂ ਬਾਅਦ 10-15 ਸਾਲਾਂ ਬਾਅਦ, ਤੇ ਉਹ ਤੇ ਜਾ ਚੁੱਕੇ ਸੀਗੇ। ਤੇ ਜੇ ਉਹ ਵੀ ਇੱਥੇ ਹੁੰਦੇ ਤੇ ਹੋ ਸਕਦਾ ਉਹਨਾਂ ਨੂੰ ਮਤਲਬ ਉਹ ਇਸ ਦੇਸ਼ ਨੂੰ ਚਲਾਉਣ ਦੇ ਵਿੱਚ ਸਹਾਈ ਹੁੰਦੇ। ਉਹਨੇ ਆਪਣੇ ਲਈ ਕੰਮ ਨਹੀਂ ਕੀਤਾ, ਆਉਣ ਵਾਲੀ ਪੀੜ੍ਹੀ ਲਈ ਕੰਮ ਕੀਤਾ। ਮੈਂ ਲੋਕਾਂ ਨੂੰ ਇੱਕ ਅਪੀਲ ਕਰਦਾ ਕਿ ਦੇਖੋ, ਸਾਡੇ ਲੈਵਲ ਤੱਕ, ਤੁਹਾਡੇ ਲੈਵਲ ਤੱਕ ਤੁਹਾਡਾ ਬੱਚਾ ਪੜ੍ਹ ਲਿਖ ਗਿਆ, ਤਰਲੇ ਕੱਢਣੇ ਪੈਂਦੇ ਨੇ ਨੌਕਰੀਆਂ ਲਈ। ਜੇ ਉਹਨੇ ਵਪਾਰ ਕਰਨਾ ਤੇ ਉਹਦੇ ਲਈ ਤਰਲੇ ਕੱਢਣੇ ਪੈਂਦੇ ਨੇ। ਆਹ ਪਟਵਾਰੀ ਕੋਲੋਂ ਜਗ੍ਹਾ ਕਲੀਅਰ ਕਰਾਉਣੀ ਹੈ, ਆਹ ਬਿਜਲੀ ਘਰ ਦੇ ਵਿੱਚੋਂ NOC ਲੈਣੀ ਹੈ, ਆਹ ਕਾਰਪੋਰੇਸ਼ਨ ਚੋਂ NOC ਲੈਣੀ ਹੈ, ਆਹ ਪੰਚਾਇਤ ਕੋਲ NOC ਲੈਣੀ ਆ। ਲਿੱਲੜੀਆਂ ਕੱਢਦੇ ਨੇ ਉਹ ਲੋਕ ਜੈਨੂਅਨ ਕਾਗਜ਼ਾਂ ਦੇ ਨਾਲ ਵੀ। ਸਾਡੀ ਪੀੜ੍ਹੀ ਤੱਕ ਤੇ ਅਸੀਂ ਗੁਲਾਮੀ ਝੱਲੀ ਆ। ਅਸੀਂ 47 'ਚ ਯਾਦ ਹੋਏ ਆ ਨਾ, ਉਹ ਕਾਗਜ਼ਾਂ 'ਚ ਗੁਲਾਮੀ ਤੇ ਸਾਨੂੰ ਅੱਜ ਵੀ ਝੱਲਣੀ ਪੈਂਦੀ। ਨਿੱਕੇ ਨਿੱਕੇ ਕੰਮਾਂ ਦੇ ਉੱਤੇ ਆਮ ਤੁਹਾਡੇ ਦੇਖਣ ਸੁਣਨ 'ਚ ਆਉਂਦਾ ਕਿ ਕਿਸੇ ਨੇ ਡੈਥ ਬਰਥ ਦਾ ਵੀ ਸਰਟੀਫਿਕੇਟ ਬਣਾਉਣਾ ਤੇ ਉਹਦੇ ਉੱਤੇ ਵੀ ਇੰਨੀ ਕਰਪਸ਼ਨ ਤੇ ਇੰਨੀ ਸਿਫਾਰਿਸ਼ ਚਾਹੀਦੀ ਹੈ। ਕਮ ਸੇ ਕਮ ਅਸੀਂ ਲੋਕਾਂ ਨੇ ਤੇ ਆਪਣੀ ਗੁਲਾਮੀ ਕੱਢ ਲਈ। ਅਸੀਂ ਲੋਕ ਤੇ ਮਤਲਬ ਲੀਡਰਾਂ ਦੇ ਤਰਲੇ ਕੱਢ ਕੇ ਮਤਲਬ ਇੱਥੋਂ ਤੱਕ ਪਹੁੰਚ ਚੁੱਕੇ ਹਾਂ। ਆਉਣ ਵਾਲੀ ਪੀੜ੍ਹੀ ਨੂੰ ਤੇ ਸੌਖੇ ਕਰੀਏ ਨਾ। ਇੱਕ ਪੀੜ੍ਹੀ ਤੇ ਕੁਰਬਾਨੀ ਦੇਣ ਲਈ ਤਿਆਰ ਹੋਵੇ। ਇਸ ਦੇਸ਼ ਦਾ ਮਾਹੌਲ ਤੇ ਸੁਧਰੇ, ਇਸ ਸੂਬੇ ਦਾ ਮਾਹੌਲ ਤੇ ਸੁਧਰੇ। ਕੋਈ ਕਰਨਾ ਹੀ ਨਹੀਂ ਚਾਹੁੰਦਾ, ਅੱਗੇ ਲੱਗਣਾ ਹੀ ਨਹੀਂ ਚਾਹੁੰਦਾ। ਮੈਂ ਅੱਗੇ ਬੜੀ ਵਾਰੀ ਕਿਹਾ ਕਿ ਪੌਣੇ 5 ਸਾਲ ਜਗਦੀਪ ਥੱਲੀ ਜੀ, ਮਨਦੀਪ ਸਿੰਘ ਮੰਨਾ, ਲੋਕਾਂ ਨੂੰ ਬਹੁਤ ਵਧੀਆ ਲੱਗੂਗਾ। ਇਹ ਬੜਾ ਜਾਗਰ ਕਰਦੇ ਨੇ ਯਾਰ, ਲੋਕਾਂ ਨੂੰ ਬੜਾ ਜਾਗਰੂਕ ਕਰਦੇ ਨੇ। ਜਦੋਂ 3 ਮਹੀਨੇ ਆਉਂਦੇ ਆ ਨਾ ਇਲੈਕਸ਼ਨਾਂ ਦੇ ਵਿੱਚ, ਇਹੋ ਜਿਹਾ ਛੱਪੜ ਜਿਹੜਾ ਸਾਡੇ ਮੱਤ ਦੇ ਉੱਤੇ ਪਾ ਦਿੱਤਾ ਜਾਂਦਾ, ਇਹੋ ਜਿਹਾ ਜਿਹੜਾ ਪਰਦਾ ਸਾਡੀ ਮੱਤ ਦੇ ਉੱਤੇ ਪਾ ਦਿੱਤਾ ਜਾਂਦਾ। ਜਿੰਨੇ ਲਾਰੇ ਲੱਗ ਰਹੇ ਨੇ, ਕੋਈ ਆਟਾ ਦੇ ਰਿਹਾ ਫਰੀ, ਕੋਈ ਤੇਲ ਦੇ ਰਿਹਾ ਫਰੀ, ਕੋਈ ਬਿਜਲੀ ਫਰੀ ਦੇ ਰਿਹਾ, ਤੇ ਉਹ 3 ਮਹੀਨੇ ਇਹ ਸਾਜ਼ਿਸ਼ ਹੈ। ਇਹਨਾਂ ਦੇ ਜਿਹੜੇ ਉਹ ਸਟ੍ਰੈਟਜੀ ਬਣਾਉਂਦੇ ਨੇ, ਸਟ੍ਰੈਟਜਿਸਟ ਜਿੱਦਾਂ ਪ੍ਰਸ਼ਾਂਤ ਕਿਸ਼ੋਰ ਸੀਗੇ, ਉਹ ਇਹੋ ਜਿਹਾ ਤਾਣਾ ਬਾਣਾ ਬੁਣਦੇ ਨੇ। ਨਾ 3 ਮਹੀਨੇ ਇਲੈਕਸ਼ਨ ਦੌਰਾਨ ਤੁਹਾਨੂੰ ਕਿਸੇ ਨੇ ਸੁਣਨਾ ਤੇ ਨਾ ਮੈਨੂੰ ਕਿਸੇ ਨੇ ਸੁਣਨਾ। ਇਹਨਾਂ ਚੀਜ਼ਾਂ ਦੇ ਉੱਤੋਂ ਪਰਦਾ ਚੁੱਕਣਾ ਚਾਹੀਦਾ। ਲੋਕਾਂ ਨੂੰ ਆਪਣਾ ਜ਼ਮੀਰ ਜਿਹੜਾ ਉਹ ਜਗਾਉਣਾ ਚਾਹੀਦਾ ਵਾ। ਇਹਨਾਂ ਚੀਜ਼ਾਂ ਦੇ ਉੱਤੇ ਜਿੰਨਾ ਚਿਰ ਅਸੀਂ ਸੋਚਾਂਗੇ ਨਹੀਂ ਕਿਵੇਂ ਸਾਡੇ ਹਾਲਾਤ ਜਿਹੜੇ ਉਹ ਸੁਧਰਨਗੇ, ਕਿਵੇਂ ਬਣਨਗੇ। ਤੇ ਉਹਦੇ ਲਈ ਫਿਰ ਕੀ ਹਮਲਾ ਮਾਰਨਾ ਚਾਹੀਦਾ? ਹੁਣ ਕੋਈ ਅਜਿਹੀ ਸਿਆਸੀ ਪਾਰਟੀ ਵੇਖਦੇ ਹੋ ਜਿਹੜੀ ਲੋਕਾਂ ਦੇ ਭਲੇ ਲਈ ਹੋਵੇ? ਕੋਈ ਹੈ ਅਜਿਹੀ? ਮੈਂ ਥੱਲੀ ਸਾਹਿਬ, ਮੈਨੂੰ ਇੱਕ ਚੀਜ਼ ਦੱਸੋ। ਮੈਂ ਵੀ ਸਿਆਸੀ ਬੰਦਾ, ਮੈਂ ਕਦੀ ਇਸ ਗੱਲ ਤੋਂ ਮੁਨਕਰਤ ਨਹੀਂ ਹੋਇਆ। ਤੁਹਾਡੇ ਨਾਲ ਵੀ ਬੜੀ ਵਾਰੀ ਚਰਚਾ ਹੋਈ ਹੈ। ਮੇਰਾ ਇਹ ਟੀਚਾ ਜਾਂ ਮੇਰਾ ਇਹ ਜਨੂਨ ਹੋ ਸਕਦਾ ਕਿ ਮੈਂ MLA ਬਣਾ, ਮੈਂ MP ਬਣਾ, ਪਰ ਮੇਰੀ ਕੋਈ ਮਜਬੂਰੀ ਨਹੀਂ ਹੈਗੀ। ਦੇਖੋ, ਮੈਨੂੰ ਕੇਜਰੀਵਾਲ ਵਧੀਆ ਲੱਗਦਾ ਸੀਗਾ, ਇਹਦੇ ਵਿੱਚ ਕੋਈ ਮਤਲਬ ਇਨਕਾਰ ਨਹੀਂ ਕਿ ਉਹਨੇ ਦਿੱਲੀ ਵਧੀਆ ਕੰਮ ਕੀਤੇ, ਦਿੱਲੀ ਦੇ ਵਿੱਚ ਚੰਗੇ ਕੰਮ ਕੀਤੇ, ਪਰ ਪੰਜਾਬ ਆ ਕੇ ਉਹਨਾਂ ਦੇ ਉੱਤੇ ਵੀ ਉਹ ਜਿਹੜਾ ਰੰਗ ਚੜ੍ਹ ਗਿਆ ਜਿਹਦੇ ਤੋਂ ਅਸੀਂ ਛੁਟਕਾਰਾ ਚਾਹੁੰਦੇ ਸੀ। ਅਸੀਂ ਪੰਜਾਬੀ ਕੀ ਚਾਹੁੰਦੇ ਸੀਗੇ ਕਿ ਯਾਰ ਸਾਨੂੰ ਆਟੇ ਦਾਲ ਤੋਂ ਫਰੀ ਤੋਂ ਛੱਡੋ, ਸਾਨੂੰ ਛੁਟਕਾਰਾ ਦਿਓ, ਸਾਡੇ ਬੱਚਿਆਂ ਨੂੰ ਰੁਜ਼ਗਾਰ ਦਿਓ, ਸਾਡੇ ਮਾਪਿਆਂ ਨੂੰ ਰੁਜ਼ਗਾਰ ਦਿਓ, ਸਾਡੇ ਬੱਚਿਆਂ ਨੂੰ ਪੜ੍ਹਾਈ ਦਿਓ। ਆਟੇ ਤੋਂ ਛੁਟਕਾਰਾ ਚਾਹੁੰਦੇ ਸੀ, ਬੱਤੀ ਫਰੀ ਤੋਂ ਛੁਟਕਾਰਾ ਚਾਹੁੰਦੇ ਸੀ। ਇੱਥੇ ਤੇ ਦੌੜ ਲੱਗ ਗਈ, ਬੋਲੀ ਲੱਗ ਰਹੀ ਹੈ ਸਾਡੀ। ਕੋਈ ਕਹਿੰਦਾ 100 ਯੂਨਿਟ ਦਊਂਗਾ, ਕੋਈ ਕਹਿੰਦਾ 200 ਯੂਨਿਟ ਦਊਂਗਾ, ਕੋਈ ਕਹਿੰਦਾ 300 ਯੂਨਿਟ ਦਊਂਗਾ। ਕੇਜਰੀਵਾਲ ਤੋਂ ਇਹ ਬੜੀਆਂ ਆਸਾਂ ਸੀ। ਤੇ ਜਿੱਦਣ ਉਹ ਆਉਂਦੇ ਨੇ, ਮੈਂ ਅੱਗੇ ਵੀ ਕਿਹਾ ਕਿ 1000 ਰੁਪਈਆ ਜਿਹੜਾ ਲੜਕੀਆਂ ਨੂੰ ਲਾਰਾ ਲਾ ਕੇ ਕਿ ਤੁਹਾਨੂੰ ਦੇਖੋ, ਆਪਾਂ ਵੋਟਾਂ ਖਰੀਦਣੀਆਂ ਹੁੰਦੀਆਂ ਨੇ ਨਾ, ਪੋਲੀਟੀਸ਼ੀਅਨ ਨੇ। ਵੋਟਾਂ ਵਾਲੇ ਦਿਨਾਂ ਦੇ ਵਿੱਚ ਲੋਕਾਂ ਨੂੰ ਇਹ ਲਾਲਚ ਦਿੱਤਾ ਜਾਂਦਾ, ਤੈਨੂੰ ਆਟਾ ਫਰੀ, ਤੈਨੂੰ ਦਾਲ ਫਰੀ, ਤੈਨੂੰ ਬਿਜਲੀ ਫਰੀ, ਤੈਨੂੰ 1000 ਰੁਪਈਆ ਜਿਹੜਾ ਦੇਵਾਂਗੇ। ਤੇ ਕੇਜਰੀਵਾਲ ਸਾਹਿਬ ਤੇ ਲੀਗਲੀ ਕਰ ਗਏ ਕਿ 1000 ਰੁਪਈਆ ਮੈਂ ਹਰ ਘਰ ਦੇ ਵਿੱਚ ਹਰ ਲੇਡੀ ਨੂੰ ਦਊਂਗਾ। ਸਾਡਾ ਪੰਜਾਬ ਤਰੱਕੀ ਮੰਗਦਾ। ਇਹਨਾਂ ਚੀਜ਼ਾਂ ਤੋਂ ਅਸੀਂ ਛੁਟਕਾਰਾ ਚਾਹੁੰਦੇ ਸੀ। ਤੁਸੀਂ ਵੀ ਇਹਨਾਂ ਚੀਜ਼ਾਂ ਦੇ ਵਿੱਚ ਰੰਗੇ ਗਏ ਹੋ। ਇਸ ਕਰਕੇ ਮੇਰਾ ਮਤਲਬ ਕਿਸੇ ਤੇ ਮਤਲਬ ਜੇ ਸੁਖਬੀਰ ਬਾਦਲ ਆਉਂਦੇ ਨੇ ਤੇ ਉਹ ਵੀ ਦੇ ਗੱਪਾਂ ਤੇ ਗੱਪਾਂ ਮਤਲਬ ਛੱਡੀ ਜਾਂਦੇ ਨੇ। ਕੋਈ ਵੀ ਚੰਨੀ ਸਾਹਿਬ ਲਾ ਲਓ, ਇਹ ਤੇ ਹੱਦਾਂ ਹੀ ਟੱਪ ਗਏ ਕਿ ਲੋਕੀ ਕਿੰਨਾ ਇਹਨਾਂ ਦਾ ਮਜ਼ਾਕ ਉਡਾ ਰਹੇ ਨੇ ਕਿ ਮੈਂ ਆ ਵੀ ਕੀਤਾ, ਮੈਂ ਆ ਵੀ ਕਰ ਦੂੰਗਾ, ਮੈਂ ਆ ਵੀ ਕਰ ਦੂੰ। ਇਹਨੇ ਸੋਰਸ ਕੋਈ ਬੰਦਾ ਰੋਡ ਮੈਪ ਦੱਸ ਰਿਹਾ ਸਾਨੂੰ, ਕੋਈ ਬੰਦਾ ਸਾਨੂੰ ਪਲਾਨ ਦੱਸ ਰਿਹਾ। ਜੇ ਮੈਨੂੰ ਕੋਈ ਜਚੇ ਤੇ ਮੈਂ ਉਹਦੇ ਨਾਲ ਜਾਵਾਂ ਨਾ, ਕਿਸ ਤਰ੍ਹਾਂ ਮੈਂ ਕਿਹਦੇ ਵੱਲ ਚੱਲ ਜਾਵਾਂ। ਅੱਜ ਮੇਰੀ ਪਾਰਟੀ ਮੈਂ ਜਿਹਦੇ ਵਿੱਚ ਵੀ ਚੱਲ ਜਾਂਦਾ, ਉਹ ਬੜੇ ਲਾਰੇ ਲਾ ਰਹੀ ਹੈ। ਮੈਂ 1000 ਰੁਪਈਆ ਰੋਜ਼ ਦਾ ਮਹੀਨੇ ਦਾ ਦਊਂਗਾ, ਮੈਂ ਬਿਜਲੀ ਆ ਪਾ ਦਊਂਗਾ, ਮੈਂ ਤੇਲ ਆ ਪਾ ਦਊਂਗਾ। ਕੀ ਪਬਲਿਕ ਦੇ ਨਾਲ ਕੋਈ MOU ਸਾਈਨ ਕਰ ਲਿਆ ਕਿ ਮਾਰਚ ਤੋਂ ਬਾਅਦ ਇਹ ਸਾਰਾ ਕੁਝ ਮਿਲੂਗਾ? ਮਤਲਬ ਇਹ ਮੈਨੂੰ ਨਜ਼ਰ ਹੀ ਨਹੀਂ ਆ ਰਿਹਾ। ਮੈਂ ਜਾਵਾਂ ਕਿਹਦੇ ਨਾਲ? ਮੈਂ ਜੇ ਤੁਹਾਨੂੰ ਆ ਸ਼ਾਇਰੀ ਦੱਸਾਂ, ਕਿਸੇ ਸ਼ਾਇਰ ਨੇ ਬੜਾ ਵਧੀਆ ਲਿਖਿਆ, ਮੈਂ ਜਾਵਾਂ ਕਿੱਥੇ? ਜੋ ਮੇਰੀ ਫਿਤਰਤ ਹੈ ਉਹਨੂੰ ਮੈਂ ਲੁਕਾਵਾਂ ਕਿਵੇਂ? ਜੋ ਮੇਰਾ ਜ਼ਮੀਰ ਹੈ ਉਹਨੂੰ ਮੈਂ ਮਾਰਾਂ ਕਿਵੇਂ? ਇੱਕ ਟਿਕਟ ਲੈਣ ਲਈ, ਇੱਕ MP ਬਣਨ ਲਈ। ਕਿ ਆਪਣੇ ਇਹ ਕਿਸਾਨ ਅੰਦੋਲਨ 'ਚ ਇੱਕ ਲੜਕੀ ਨੇ ਸ਼ੇਰ ਬੋਲਿਆ ਸੀ, ਔਰ ਮੈਨੂੰ ਬੜਾ ਹੀ ਮਤਲਬ ਇਹ ਚੰਗਾ ਲੱਗਾ ਸੀ, ਜਿਹੜਾ ਮੈਂ ਤੁਹਾਨੂੰ ਸੁਣਾ ਰਿਹਾ। ਮੈਂ ਲਿਖ ਕੇ ਲਿਆਇਆ ਕਿ ਆਪਣੇ ਚਿਹਰੇ ਸੇ ਜੋ ਜ਼ਾਹਿਰ ਹੈ ਉਸਕੋ ਛੁਪਾऊं कैसे, अपने चेहरे से जो जाहिर है उसको छुपाऊं कैसे, तेरी मर्जी के मुताबिक नज़र आऊं कैसे, घर सजाने की
घर सजाने की तसव्वुर तो बाद की बात है, पहले ये तो तय हो मैं इस घर को बचाऊं कैसे। लाख तलवारें आ जाएं मेरी गर्दन की तरफ, सर झुकाना नहीं सीखा तो सर झुकाऊं कैसे। मतलब ਕਿਵੇਂ ਮੈਨੂੰ ਦੱਸੋ ਨਾ, ਉਹਨਾਂ ਦੀ ਮਰਜ਼ੀ ਦੇ ਮੁਤਾਬਕ ਢਲ ਜਾਵਾਂ ਵੀ ਉਹਨਾਂ ਅੱਜ ਲਾਰੇ ਲਾ ਦਿੱਤੇ, ਕੱਲ ਨੂੰ ਮੈਂ ਕਿਸੇ ਇਲਾਕੇ 'ਚ ਜਾਊਂਗਾ, ਲੋਕ ਮੈਨੂੰ ਪੁੱਛਣਗੇ ਵੀ ਭਾਈ ਇਹ ਚੋਣ ਮੈਨੀਫੈਸਟੋ ਦਾ ਤੁਸੀਂ ਵੀ ਹਿੱਸਾ ਸੀਗੇ, ਤੁਹਾਨੂੰ ਵੀ ਇਹਦੇ ਬਦਲੇ ਵੋਟਾਂ ਪਾਈਆਂ, ਪੂਰੇ ਹੁੰਦੇ ਮੈਨੂੰ ਨਜ਼ਰ ਹੀ ਨਹੀਂ ਆ ਰਹੇ ਕਿ ਇੰਨਾ ਸੋਰਸ ਨਹੀਂ ਪੰਜਾਬ ਕੋ ਹੈਗਾ। ਆ ਸਿੱਧੂ ਸਾਹਿਬ ਵੀ ਕਿੰਨੀਆਂ ਗੱਲਾਂ ਕਰਦੇ ਨੇ। ਕੋਈ ਤੁਹਾਨੂੰ ਲੱਗ ਰਿਹਾ ਕਿ ਮਤਲਬ ਇਹਦੇ ਉੱਤੇ ਕੋਈ ਜਿਹੜਾ ਠੋਸ ਪਲਾਨ ਹੈਗਾ, ਤੇ ਫਿਰ ਮੈਨੂੰ ਤੁਸੀਂ ਦੱਸੋ। ਤੁਸੀਂ ਵੀ ਮੇਰੇ ਮਤਲਬ ਮੇਰੀ ਤੁਹਾਡੇ ਨਾਲ ਭਾਈਚਾਰਕ, ਤੁਹਾਨੂੰ ਮੈਂ ਭਰਾ ਮੰਨਦਾ ਵਾਂ ਆਪਣਾ, ਮੈਨੂੰ ਦੱਸੋ ਮੈਨੂੰ ਕਿਹਦੇ ਨਾਲ ਜਾਣਾ ਚਾਹੀਦਾ ਕਿ ਜਿਹੜਾ ਬੰਦਾ ਤੁਹਾਨੂੰ ਸੱਚਾ ਸੁੱਚਾ ਲੱਗ ਰਿਹਾ, ਸਿਰਫ ਸਾਨੂੰ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ, ਜਿਹੜਾ ਆਉਂਦਾ ਇੱਕ ਤੋਂ ਇੱਕ ਸਾਨੂੰ ਲਾਰੇ ਲਾ ਰਿਹਾ, ਔਰ ਗੱਲਾਂ ਦੇ ਨਾਲ ਜਿਹੜੀ ਸਾਨੂੰ ਉਹ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਕੀਕਤ ਤੇ ਆ ਹੀ ਨਹੀਂ ਰਹੀ ਸਾਹਮਣੇ। ਮਤਲਬ ਗੱਲਾਂ ਉਹ ਕੀਤੀਆਂ ਜਾ ਰਹੀਆਂ ਨੇ ਕਿ ਉਹ ਜਿਹੜੀਆਂ ਪੂਰੀਆਂ ਹੀ ਨਹੀਂ ਹੋ ਸਕਦੀਆਂ। ਖੁਦ ਨੂੰ ਵੀ ਸਮਝ ਨਹੀਂ ਹੈਗੀ ਕਿ ਕभी कभी यूं भी हमने अपने दिल को बहलाया है, जिन बातों को खुद नहीं समझे वो औरों को ਸਮਝਾਇਆ ਹੈ। ਇਹ ਜਿੰਨੀਆਂ ਪਾਰਟੀਆਂ ਵਾਲੇ ਇਹੀ ਕਰ ਰਹੇ ਨੇ ਨਾ, ਮਤਲਬ ਜਿਹੜੀਆਂ ਚੀਜ਼ਾਂ ਪੂਰੀਆਂ ਨਹੀਂ ਹੋ ਸਕਦੀਆਂ ਉਹ ਲੋਕਾਂ ਨੂੰ ਸਮਝਾ ਰਹੇ, ਔਰ ਸਮਝ ਇਹਨਾਂ ਨੂੰ ਵੀ ਹੈਗੀ ਆ ਕਿ ਉਹ ਪੂਰੀਆਂ ਨਹੀਂ ਹੋ ਸਕਦੀਆਂ। ਇੱਕ ਤੋਂ ਇੱਕ ਲਾਰਾ ਜਿਹੜਾ ਮਤਲਬ ਉਹ ਲਾਇਆ ਜਾ ਰਿਹਾ। ਜਿਵੇਂ ਇੱਕ ਕਹਾਵਤ ਹੈ ਨਾ, ਪਿੱਛੇ ਜੇ ਆਉਂਦਾ ਸੀਗਾ, ਮਤਲਬ ਅੱਜ ਕੱਲ੍ਹ ਸੋਸ਼ਲ ਮੀਡੀਆ ਤੋਂ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਂਦੀ ਹੈ ਕਿ ਗਵਈਏ ਜਾਂਦੇ ਨੇ ਰਾਜੇ ਦੇ ਕੋਲ, ਉੱਥੇ ਉਹਨੂੰ ਗਾ ਕੇ ਸੁਣਾਉਂਦੇ ਨੇ ਤੇ ਰਾਜਾ ਬੜਾ ਹੀ ਖੁਸ਼ ਹੁੰਦਾ। ਤੇ ਉਸ ਤੋਂ ਬਾਅਦ ਉਹ ਕਹਿੰਦਾ ਜੀ ਤੁਹਾਨੂੰ ਇੰਨੇ ਸੋਨੇ ਜਵਾਹਰਾਤ ਗਹਿਣੇ ਦਿੱਤੇ ਜਾਣਗੇ ਤੇ ਤੁਹਾਨੂੰ ਭੇਜ ਦਿੱਤੇ ਜਾਣਗੇ। ਜਿੱਦਾਂ ਇਹ ਲਾਰੇ ਲਾ ਰਹੇ ਨੇ, ਉਹ ਮਹੀਨਾ ਨਿਕਲ ਜਾਂਦਾ, 2 ਮਹੀਨੇ ਨਿਕਲ ਜਾਂਦੇ, 3 ਮਹੀਨੇ ਨਿਕਲ ਜਾਂਦੇ, ਉਹ ਆਉਂਦੇ ਨਹੀਂ। ਉਹ ਰਾਜੇ ਦੇ ਦਰਬਾਰ 'ਚ ਜਾਂਦੇ ਵੀ ਮਹਾਰਾਜ ਤੁਸੀਂ ਬੜੇ ਮਤਲਬ ਸਾਨੂੰ ਵਾਅਦੇ ਕੀਤੇ ਸੀ, ਤਾਂ ਸਮਾਨ ਤੁਹਾਡੇ ਕੋਲ ਸਾਨੂੰ ਤੇ ਪਹੁੰਚਿਆ ਨਹੀਂ। ਤੇ ਉਹ ਅੱਗੋਂ ਜਵਾਬ ਕੀ ਦਿੰਦਾ ਰਾਜਾ, ਕਹਿੰਦਾ ਜੋ ਮੇਰੇ ਕੰਨਾਂ ਨੂੰ ਚੰਗਾ ਲੱਗਾ ਤੁਸੀਂ ਗਾਇਆ, ਤੇ ਜੋ ਤੁਹਾਡੇ ਕੰਨਾਂ ਨੂੰ ਚੰਗਾ ਲੱਗਾ ਮੈਂ ਕਹਿਤਾ, ਦੇਣ ਲੈਣ ਦੀ ਤੇ ਗੱਲ ਹੀ ਕੋਈ ਨਹੀਂ ਹੈਗੀ। ਤੇ ਉਹ ਹਾਲਾਤ ਮਤਲਬ ਸਾਡੇ ਨਾਲ ਇਹ ਬਣਾ ਦਿੱਤੇ ਗਏ ਨੇ। ਇੱਥੇ ਹਰ ਬੰਦੇ ਦੀ ਦੌੜ ਕੀ ਹੈ, ਮੁੱਖ ਮੰਤਰੀ ਬਣਨਾ ਨਾ। ਕੋਈ ਇੱਕ ਬੰਦਾ ਦੱਸ ਦਿਓ ਮੈਨੂੰ, ਮਤਲਬ ਜਿਹਦਾ ਜਿਹੜਾ ਨੀਤ ਨਾਲ ਗੱਲ ਕਰਦਾ ਹੋਵੇ। ਮੈਂ ਕੱਲ੍ਹ ਇੱਕ ਬਿਆਨ ਪੜ੍ਹਦਾ ਸੀਗਾ, ਮਿਸਟਰ ਰਾਘਵ ਚੱਡਾ ਨੇ, ਇਹਨਾਂ ਦੇ ਝਾੜੂ ਵਾਲਿਆਂ ਦੇ ਜਿਹੜੇ ਸਹਿ ਪ੍ਰਭਾਰੀ ਨੇ, ਉਹ ਕੀ ਕਰਦੇ ਨੇ, ਇੱਕ ਬਿਆਨ ਆਉਂਦਾ ਉਹਨਾਂ ਦਾ ਕਿ ਰਵੀਦਾਸੀਆ ਭਾਈਚਾਰੇ ਦੇ ਨਾਲ ਧੋਖਾ ਹੋ ਰਿਹਾ। ਇਹਦੇ ਵਿੱਚ ਜਿਹੜਾ ਚੰਨੀ ਨੂੰ ਦੁਬਾਰਾ ਇਹ ਮੁੱਖ ਮੰਤਰੀ ਨਹੀਂ ਬਣਾ ਰਹੇ, ਉਹ ਬਣਾਉਣਾ ਚਾਹੀਦਾ। ਇਹਨਾਂ ਨਾਲ ਧੋਖਾ ਕੀਤਾ ਜਾ ਰਿਹਾ। ਤੇ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਜਿੰਨੀ ਦੇਰ ਦਾ ਭਗਵੰਤ ਮਾਨ ਲੱਗਾ ਤੇ ਤੁਸੀਂ ਧੋਖਾ ਨਹੀਂ ਕਰ ਰਹੇ। ਮਤਲਬ ਇੱਕ ਦੂਜੇ ਨੂੰ ਸਮਝਾਇਆ ਜਾਂਦਾ, ਆ ਵੀ ਇੱਕ ਦੂਜੇ ਨੂੰ ਨਿੰਦੀ ਜਾ ਰਹੇ ਨੇ। ਕੋਈ ਬੰਦਾ ਪਲਾਨ ਨਹੀਂ ਦੱਸ ਰਿਹਾ, ਉਹਨੂੰ ਕਹੀ ਜਾ ਰਿਹਾ ਮਾੜਾ, ਉਹਨੂੰ ਕਹੀ ਜਾ ਰਿਹਾ ਮਾੜਾ। ਰਿਜ਼ਲਟ ਤੇ ਕੋਈ ਵੀ ਨਹੀਂ ਦੇ ਰਿਹਾ। ਵੀ ਤੁਸੀਂ ਵੀ ਅੱਜ ਪੰਜਾਬੀਆਂ ਨਾਲ ਧੋਖਾ ਨਹੀਂ ਕਰ ਰਹੇ ਕਿ ਮਹੀਨਾ ਇੱਕ ਰਹਿ ਗਿਆ ਇਲੈਕਸ਼ਨ ਦੇ ਵਿੱਚ, ਤੁਸੀਂ ਸਾਨੂੰ ਦੱਸਿਆ ਹੀ ਨਹੀਂ ਕਿ ਯਾਰ ਸਾਡੀ ਗਵਾਹੀ ਕੌਣ ਕਰੂਗਾ। ਜੋ ਤੁਹਾਡੇ ਕੋਲੋਂ ਸੁਣਦੇ ਆਏ ਆ, ਮਾਰਚ 'ਚ ਦੱਸਣਗੇ, ਅਪ੍ਰੈਲ 'ਚ ਦੱਸਣਗੇ। ਮਤਲਬ ਅੱਜ 8-9 ਮਹੀਨੇ ਤੁਸੀਂ ਇਸ ਤਰੀਕੇ ਕਢਾ ਦਿੱਤੇ ਵੀ ਜਿਹਨੂੰ ਮਰਜ਼ੀ ਸਾਡੇ ਉੱਤੇ ਥੋਪ ਦਿਓਗੇ, ਉਹਨੂੰ ਅਸੀਂ ਵੇਖ ਪਰਖ ਹੀ ਨਾ ਸਕੀਏ। ਸਾਜ਼ਿਸ਼ ਕੀ ਹੈ ਇਹਦੇ ਪਿੱਛੇ ਵੀ ਪਲਾਨ ਹੈ ਕਿ ਜੇ ਇੱਕਦਮ ਉਸ ਬੰਦੇ ਨੂੰ ਲੈਣ ਦਾ ਤੇ 2 ਮਹੀਨਿਆਂ ਦੇ ਵਿੱਚ ਲੋਕ ਉਹਦੇ ਕੋ ਅੱਕ ਨਾ ਜਾਣ, ਜਿੱਦਾਂ ਚੰਨੀ ਸਾਹਿਬ ਕੋ ਅੱਕੇ ਨੇ, ਤੇ ਇੱਕੋ ਦਮ ਇਹਨਾਂ ਦੀਆਂ ਲਿਆ ਕੇ ਅੱਖਾਂ ਦੇ ਉੱਤੇ ਪਰਦਾ ਪਾਵਾਂਗੇ। ਔਰ ਇੱਕ ਦੂਜੇ ਦੇ ਨੁਕਸ ਕੱਢਣ ਤੋਂ ਬਿਨਾਂ ਕੋਈ ਵੀ ਬੰਦਾ ਜਿਹੜਾ ਉਹ ਸਹੀ ਪਾਸੇ ਚੱਲ ਹੀ ਨਹੀਂ ਰਿਹਾ। ਮੈਨੂੰ ਦੱਸੋ ਕਿੱਧਰ ਜਾਵਾਂ। ਇਹਨਾਂ ਲਈ ਮੈਂ ਇਹ ਗੱਲ ਕਹਾਂ ਕਿ ਉਤਰਾ ਮੈਂ ਆਪਣੇ ਦਿਲ ਮੇਂ तो खुद से किया कलाम, अपना पता मुझे मेरी मुलाकात से मिला। ਇਹਨਾਂ ਨੂੰ ਆਪਣੇ ਅੰਦਰ ਝਾਕ ਲੈਣਾ ਚਾਹੀਦਾ ਵੀ ਅਸੀਂ ਕੀ ਬੋਲ ਰਹੇ ਹਾਂ। ਇਹਨਾਂ ਸਭ ਨੂੰ ਚਾਨਣ ਆ, ਸਿਰਫ ਸਾਨੂੰ ਹਨੇਰੇ 'ਚ ਰੱਖਿਆ ਜਾ ਰਿਹਾ। ਕੋਈ ਵੀ ਮਤਲਬ ਮੈਂ ਫਿਰ ਆਪਣੀ ਗੱਲ ਤੇ ਆਉਣ ਲੱਗਾ ਕਿ ਸਵਾਏ ਮੈਨੂੰ ਥੱਲੀ ਸਾਹਿਬ ਦੱਸੋ, ਮੁੱਖ ਮੰਤਰੀ ਦੀ ਦੌੜ ਤੋਂ ਬਿਨਾਂ ਕੀ ਹਾਲਾਤ ਕੀ ਨੇ, ਕੀ ਕਿਸੇ ਦੀ ਦੌੜ ਹੈਗੀ ਹੈ ਪੰਜਾਬ ਦੇ ਪ੍ਰਤੀ। ਅੱਜ ਸਿੱਧੂ ਸਾਹਿਬ ਜੋ ਬੋਲਦੇ ਨੇ, ਮੈਂ ਹਰ ਬੰਦੇ ਦੀ ਗੱਲ ਕਰ ਰਿਹਾ ਵਾਂ, ਇਕੱਲਾ ਤੁਸੀਂ ਮੈਂ ਇਹਨਾਂ ਨੂੰ ਟਾਰਗੇਟ ਨਹੀਂ ਕਰਦਾ, ਕਿ ਜੋ ਅੱਜ ਹਾਲਾਤ ਬਣ ਗਏ ਪੰਜਾਬ ਦੇ, ਸਿੱਧੂ ਸਾਹਿਬ ਨੂੰ ਨਹੀਂ ਚਾਨਣ ਕਿ ਪੰਜਾਬ ਜਿਹੜਾ ਉਹ ਨਹੀਂ ਇੱਕਦਮ ਲੀਹ ਦੇ ਉੱਤੇ ਆ ਸਕਦਾ। ਜੋ ਅਸੀਂ ਵਾਅਦੇ ਕਰ ਰਹੇ ਹਾਂ, ਕਿਸਾਨਾਂ ਨਾਲ ਵੀ ਕਰੀ ਜਾ ਰਹੇ ਹਾਂ, ਵਪਾਰੀਆਂ ਨਾਲ ਵੀ ਕਰੀ ਜਾ ਰਹੇ ਹਾਂ, ਮਤਲਬ ਜਿਹੜੇ ਨੌਕਰੀਆਂ ਵਾਲੇ ਉਹਨਾਂ ਨਾਲ ਵੀ ਕਰੀ ਜਾ ਰਹੇ ਹਾਂ, ਤੇ ਉਹਦੇ ਬਦਲੇ ਕੋਈ ਸੋਰਸ ਦੱਸ ਰਿਹਾ ਪੰਜਾਬ ਦਾ। ਤੇ ਜਨਤਾ ਵੀ ਇੰਨੀ ਅੰਨੀ ਹੋ ਗਈ ਆ ਕਿ ਸਿਰਫ ਜੋ ਮੌਕੇ 'ਤੇ ਮਿਲ ਰਿਹਾ ਉਹਨੂੰ ਲੈਣ ਦੀ ਤਿਆਰੀ ਦੇ ਵਿੱਚ ਹੈ। ਅੱਗੋਂ ਇਹਦੇ ਉੱਤੇ ਕਿਸ ਤਰ੍ਹਾਂ ਪਲਾਨ ਹੋਣਾ, ਮਾਰਚ ਮਹੀਨੇ ਤੋਂ ਬਾਅਦ ਜੇ ਤੁਹਾਡਾ ਤੇਲ ਸਸਤਾ ਰਹਿ ਗਿਆ, ਜਾਂ ਮਤਲਬ ਜਿਹੜੀਆਂ ਨਾ ਫੈਸਿਲਿਟੀਜ਼ ਦਿੱਤੀਆਂ ਨੇ ਬਿਜਲੀ, ਤੇ ਤੁਹਾਡੇ ਤੇ ਸਰਕਾਰੀ ਨੌਕਰਾਂ ਦੀਆਂ ਤਨਖਾਹਾਂ ਨਹੀਂ ਮਿਲਣੀਆਂ। ਕੋਈ ਵੀ ਰੋਡ ਮੈਪ ਨਹੀਂ ਦੱਸ ਰਿਹਾ, ਸਿਰਫ ਝਾਕ ਹੈ ਤੇ ਇੱਕ ਦੂਜੇ ਨੂੰ ਲੜਾਈ ਲੜੀ ਜਾ ਰਹੀ ਹੈ। ਜੇ ਕੋਈ ਚੰਨੀ ਐਲਾਨ ਵੀ ਕਰਦਾ ਤੇ ਸਿੱਧੂ ਸਾਹਿਬ ਅਗਲੇ ਦਿਨ ਉਹਦੀ ਹਵਾ ਕੱਢ ਦਿੰਦੇ ਨੇ। ਦੌੜ ਕੀ ਹੈ? ਤੇ ਹੁਣ ਤੁਹਾਡੇ ਕੋਲ ਕੋਈ ਆਪਸ਼ਨ ਹੈਗਾ? ਜਿਵੇਂ ਤੁਸੀਂ ਗੱਲ ਵਿੱਚ ਭਗਵੰਤ ਮਾਨ ਦੀ ਵੀ ਕਰਦੇ ਹੋ, ਜੇ ਭਗਵੰਤ ਮਾਨ ਨੂੰ ਲਗਾਇਆ ਜਾਂਦਾ ਤਾਂ ਤੁਸੀਂ ਆਮ ਆਦਮੀ ਪਾਰਟੀ ਦੇ ਨਾਲ ਜਾਂਦੇ ਹੋ? ਮੈਂ ਇਹ ਨਹੀਂ ਕਿਹਾ ਕਿ ਮੈਂ ਭਗਵੰਤ ਮਾਨ ਲੱਗਣਗੇ ਤੇ ਮੈਂ ਆਮ ਆਦਮੀ ਪਾਰਟੀ ਨਾਲ ਜਾਂਦਾ। ਮੇਰੀ ਕੋ ਕਿਸੇ, ਦੇਖੋ ਥੱਲੀ ਸਾਹਿਬ, ਮੇਰੀ ਚਿਹਰੇ ਨਾਲ ਪਸੰਦ ਨਹੀਂ ਹੈਗੀ, ਮੇਰੀ ਉਸ ਪਾਰਟੀ ਦੀ ਸੋਚ ਨਾਲ ਪਸੰਦ ਹੈ। ਕਿ ਕੋਈ ਵੀ ਪਾਰਟੀ, ਚਾਹੇ ਉਹ ਬੀਜੇਪੀ ਹੋਵੇ, ਚਾਹੇ ਉਹ ਕਾਂਗਰਸ ਹੋਵੇ, ਚਾਹੇ ਉਹ ਅਕਾਲੀ ਦਲ ਹੋਵੇ, ਚਾਹੇ ਮਤਲਬ ਇਹ ਝਾੜੂ ਵਾਲੇ ਹੋਣ, ਉਹ ਸੋਚ ਦੱਸਣਾ ਬੰਦੇ ਨੂੰ ਥੋੜ੍ਹੀ ਵੋਟ ਪਾਉਣੀ ਹੈ। ਮਤਲਬ ਸਾਨੂੰ ਤੁਸੀਂ ਦੇਖ ਹੀ ਸਕਦੇ ਹੋ, ਸਾਡੇ ਲਈ ਤੁਸੀਂ ਪਲਾਨ ਕੀ ਤਿਆਰ ਕੀਤਾ ਕਿ ਪੰਜਾਬ
ਪੰਜਾਬ ਦਾ ਅੱਜ ਜਿੱਦਣ ਕੇਜਰੀਵਾਲ ਸਾਹਿਬ ਹਜ਼ਾਰ ਕਰੋੜ ਕਹਿ ਕੇ ਗਏ ਨੇ ਰੁਪਈਆ, ਤੇ ਮੈਂ 8200 ਕਰੋੜ ਬਣਾਇਆ ਸੀ ਸਾਲ ਦਾ, ਤੇ ਇੱਕ ਬੜੇ ਉਹ ਜਰਨਲਿਸਟ ਨੇ ਰੰਗਾਨਾਥਨ, ਉਹਨਾਂ ਕਿਹਾ ਜੀ ਨਹੀਂ 13200 ਕਰੋੜ ਬਣਦਾ। ਤੇ ਕੇਜਰੀਵਾਲ ਸਾਹਿਬ ਨਾਲ ਸਵਾਲ ਵੀ ਬੰਦ ਕਰ ਜਾਂਦੇ ਨੇ। ਇਹ ਲੋਕ ਤੁਹਾਨੂੰ ਮੇਰੇ ਬਾਰੇ ਬੋਲਣਗੇ, ਮਤਲਬ ਇਹਨਾਂ ਦੀਆਂ ਗੱਲਾਂ 'ਚ ਨਹੀਂ ਆਉਣਾ ਵੀ ਇਹਨਾਂ ਕੋਲ ਸੋਰਸ ਪੁੱਛੋ ਪੈਸੇ, ਤੁਸੀਂ ਸਾਨੂੰ ਦੱਸੋ ਤੇ ਸਹੀ ਨਾ ਯਾਰ। ਉਹਨਾਂ ਲੋਕਾਂ ਨੂੰ ਨਾ ਜਵਾਬ ਦਿਓ ਜਿਹੜੇ ਪੋਲੀਟੀਸ਼ੀਅਨ ਤੁਹਾਨੂੰ ਨਿੰਦਦੇ ਨੇ, ਪਬਲਿਕ ਨੂੰ ਤੇ ਜਵਾਬ ਦਿਓ ਨਾ ਕਿ 13200 ਕਰੋੜ ਰੁਪਈਆ ਆਊਗਾ ਕਿੱਥੋਂ। ਉਹ ਕਹਿੰਦੇ ਵੀ ਇੰਨੀ ਕਰਪਸ਼ਨ ਹੋਈ ਹੈ, ਜਿੱਥੇ ਵਿਕਾਸ ਦੇ ਨਾਂ ਦੇ ਉੱਤੇ 100 ਕਰੋੜ ਲੱਗਣਾ ਹੈ, ਉੱਥੇ ਲਗਾਇਆ ਹੀ 500 ਕਰੋੜ ਜਾਂਦਾ। ਵੀ ਉਹ ਸਾਰੀ ਕਰਪਸ਼ਨ ਜਦੋਂ ਇਮਾਨਦਾਰੀ ਆਊਗੀ ਤਾਂ ਚਾਹੇ ਉਹ ਕਹਿੰਦੇ ਇੱਕ ਮਹੀਨੇ ਦਾ 5-5000 ਰੁਪਇਆ ਦਵਾ ਲਿਓ। ਮੈਂ ਤੁਹਾਨੂੰ ਦੱਸ ਰਿਹਾ ਜੀ, ਇੱਕ ਤੇ ਸਾਡਾ ਜਾਂਦਾ GST, ਦੂਜਾ ਹੋ ਗਿਆ ਸਾਡਾ ਰੇਤ, ਤੀਜਾ ਹੋ ਗਿਆ ਸਾਡਾ ਟਰਾਂਸਪੋਰਟ, ਚੌਥਾ ਤੁਸੀਂ ਲਿਕਰ ਹੋ ਗਿਆ ਮਤਲਬ ਸ਼ਰਾਬ। ਇਹ 4-5 ਚੀਜ਼ਾਂ ਹੀ ਨੇ ਨਾ ਪੰਜਾਬ ਦੇ ਸਰੋਤ। ਕੋ ਪੈਦਾ ਥੋੜੀ ਹੋ ਜਾਣਗੇ ਸਰੋਤ, ਮਤਲਬ ਇਹ ਤਾਂ ਨਹੀਂ ਕਿ ਪੰਜਾਬ ਦਾ ਆਪਾਂ ਪਾਰਕ ਪੁੱਟਾਂਗੇ ਤੇ ਚੋਂ ਸੋਨਾ ਨਿਕਲਣਾ ਸ਼ੁਰੂ ਹੋ ਜਾਊਗਾ। ਸਰੋਤ ਤੇ ਇਹੀ ਨੇ ਨਾ। ਜੇ ਤੁਹਾਨੂੰ ਲੱਗਦਾ ਕਿ ਇੰਨੀ ਕਰਪਸ਼ਨ ਹੈ, ਮੈਂ ਉਹਨਾਂ ਦੀ ਗੱਲ ਨਾਲ ਸਹਿਮਤ ਹਾਂ ਕਿ ਜੇ ਲੱਗਦਾ ਵੀ ਕਰਪਸ਼ਨ ਦਾ ਇੰਨਾ ਪੈਸਾ ਡੁੱਬਦਾ ਹੈ, ਜੇ ਉਹਨਾਂ ਨੂੰ ਲੱਗਦਾ ਕਿ ਆ ਜਿਹੜਾ ਮਾਫੀਆ ਚੱਲਦਾ ਇਹ ਨਾ, ਉਹਦਾ ਹੀ ਪਲਾਨ ਬਣਾ ਦੇਣ ਨਾ ਕਿ ਮੈਂ ਕਰਪਸ਼ਨ ਖਤਮ ਕਰੂੰਗਾ ਤੇ ਪੰਜਾਬ ਦਾ ਆ ਸਰੋਤ ਹੈ, ਮੈਂ ਰੇਤਾ ਦਾ ਮਾਫੀਆ ਖਤਮ ਕਰੂੰ, ਉਹਦੇ ਤੇ ਹੀ ਦੱਸ ਦੇਣ। ਮੈਂ ਇਸ ਗੱਲ ਨੂੰ ਤੇ ਕਹਿੰਦਾ ਹੀ ਨਹੀਂ। ਪੰਜਾਬ ਦੀ ਕੀ ਦੇਸ਼ ਦੀ ਗੁੱਥੀ ਇਸ ਤਰੀਕੇ ਮਤਲਬ ਉਹ ਉਲਝਾ ਦਿੱਤੀ ਗਈ ਹੈ ਕਿ ਇਹਨੂੰ ਐਡੀ ਛੇਤੀ ਬੁਣਨਾ, ਮਤਲਬ ਇੰਨੀ ਛੇਤੀ ਸਹੀ ਤਰੀਕੇ ਨਾਲ ਬੁਣਨਾ, ਇਹਨੂੰ ਇਹਦੇ ਵਿੱਚ ਸੁਧਾਰ ਲਿਆਉਣਾ ਉਹ ਮੁਮਕਿਨ ਹੀ ਨਹੀਂ ਹੈਗਾ ਕਿ ਗੈਰ ਮੁਮਕਿਨ ਹੈ ਕਿ ਹਾਲਾਤ ਕੀ ਗੁੱਥੀ ਸੁਲਝੇ। ਗੈਰ ਮੁਮਕਿਨ ਹੈ ਕਿ ਹਾਲਾਤ ਕੀ ਗੁੱਥੀ ਸੁਲਝੇ, ਅਹਿਲੇ ਦਾਨਿਸ਼ ਨੇ ਬਹੁਤ ਸੋਚ ਕਰ ਉਲਝਾਈ ਹੈ। ਜਿੰਨਾ ਵੀ ਸਾਡੇ ਨਾਲ ਪਲਾਨ ਕੀਤਾ ਹੈ, ਜਿੱਥੋਂ ਤੋਂ ਸਾਨੂੰ ਮਾਰ ਵੱਜੀ ਆ ਰਹੀ ਹੈ, ਆਜ਼ਾਦੀ ਤੋਂ ਪਹਿਲਾਂ ਲੈ ਲਓ, ਅੰਗਰੇਜ਼ਾਂ ਵੇਲੇ ਦੀ, ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦੀ, ਹੁਣ ਤੱਕ ਸਾਨੂੰ ਇੰਨਾ ਉਲਝਾ ਦਿੱਤਾ ਗਿਆ ਹੈ। ਉਹਦੇ ਉੱਤੇ ਮੈਂ ਕਹਿੰਦਾ ਜੇ ਕੇਜਰੀਵਾਲ ਸਾਹਿਬ ਕਹਿੰਦੇ ਨੇ ਉਹਦੇ ਉੱਤੇ ਹੀ ਕੋਈ ਪਲਾਨ ਦੱਸ ਦੇਣ ਨਾ ਕਿ ਆਹ ਚੀਜ਼ ਹੈ, ਆਹ ਮੇਰੇ ਕੋਲ ਪਲਾਨ ਹੈ। ਇਹਨਾਂ ਜੋ ਇੱਥੇ ਲੋਕਾਂ ਨੂੰ ਕਿਹਾ ਕੀ ਜਾਂਦਾ ਹੈ, ਦੇਖੋ ਮੈਨੂੰ ਬੜਾ ਦੁੱਖ ਲੱਗਦਾ ਜਦੋਂ ਇਹੋ ਜਿਹੇ ਪੜ੍ਹੇ ਲਿਖੇ ਲੋਕ, ਕੇਜਰੀਵਾਲ ਸਾਹਿਬ ਇਨਕਮ ਟੈਕਸ ਦੇ ਕਮਿਸ਼ਨਰ ਰਹੇ ਨੇ ਨਾ, ਤੇ ਕੱਲ੍ਹ ਦੀ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਚੰਨੀ ਉਹਨਾਂ ਨੂੰ ਕਹਿੰਦਾ ਹੈ, ਮੁੱਖ ਮੰਤਰੀ ਸਾਡੇ ਮਾਣਯੋਗ ਉਹਨਾਂ ਨੂੰ ਕਹਿੰਦੇ ਨੇ ਕਿ ਕੇਜਰੀਵਾਲ ਕਾਲੇ ਰੰਗ ਦਾ, ਇਹਦਾ ਦਿਲ ਕਾਲਾ ਹੈ, ਕੇਜਰੀਵਾਲ ਦੇ ਕੱਪੜੇ ਮਤਲਬ ਸਸਤੇ ਨੇ। ਤੇ ਤੁਸੀਂ ਕੇਜਰੀਵਾਲ ਦੀ ਵਰਡਿੰਗ ਸੁਣੀ ਹੈ ਪਿੱਛੋਂ? ਮਾਣਯੋਗ ਪ੍ਰਧਾਨ ਸਾਹਿਬ ਉਹਨਾਂ ਨੂੰ ਕਹਿ ਰਹੇ ਆ ਕਿ ਉਹ ਅੱਗੋਂ ਕਹਿੰਦਾ ਕਿ ਮੈਨੂੰ ਇਹ ਕਹਿ ਰਿਹਾ ਇਹਦਾ ਦਿਲ ਕਾਲਾ, ਇਹਦੇ ਕੱਪੜੇ ਜਿਹੜੇ ਗੰਦੇ ਨੇ। ਉਹ ਅੱਗੋਂ ਕਹਿੰਦਾ ਇਹਨੂੰ ਵਿੱਚ ਬੋਲ ਮਾਈਕ ਦੇ ਵੀ ਇਹਨੇ ਮੈਨੂੰ ਰਿਸ਼ਤਾ ਕਰਨਾ। ਕਿਸੇ ਨੂੰ ਇਹ ਗੱਲ ਕਹਿਣੀ ਵੀ ਤੂੰ ਮੈਨੂੰ ਰਿਸ਼ਤਾ ਕਰਨਾ, ਇਹ ਗਾਲ ਹੈ। ਮਤਲਬ ਤੁਸੀਂ ਵੀ ਪੰਜਾਬ ਦੇ ਲੋਕਾਂ ਨੂੰ ਉਹ ਸੁਣਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤੇ ਥੱਲੇ ਲੋਕੀ ਕੀ ਕਰ ਰਹੇ ਆ, ਬੋਲੇ ਸੋਨਿਹਾਲ। ਮਤਲਬ ਲੱਖ ਲਾਹਨਤ ਹੈ ਯਾਰ। ਤੁਸੀਂ ਮਤਲਬ ਜਕਾਰਾ ਤੇ ਵੇਖ ਕੇ ਛੱਡੋ ਨਾ, ਉੱਥੇ ਸਮਝਾਓ ਵੀ ਯਾਰ ਇਹ ਗਾਲ। ਮੈਨੂੰ ਨਹੀਂ ਪਤਾ ਕੇਜਰੀਵਾਲ ਸਾਹਿਬ ਨੂੰ ਇਸ ਗੱਲ ਦੀ ਸਮਝ ਹੈਗੀ ਸੀ ਕਿ ਨਹੀਂ, ਉਹਨਾਂ ਪੰਜਾਬੀ ਉਹਦੇ ਕਹਿਣ ਦੇ ਉੱਤੇ ਬੋਲ ਦਿੱਤੀ ਵੀ ਇਹ ਲਾਈਨ ਬੋਲ ਦਿੱਤੀ। ਪਰ ਇਹ ਤਾਂ ਨਹੀਂ, ਤੁਸੀਂ ਲਕੀਰ ਦੇ ਫਕੀਰ ਤਾਂ ਨਾ ਬਣੋ, ਤੁਸੀਂ ਰਿਮੋਟ ਨਾਲ ਤਾਂ ਨਾ ਚੱਲੋ ਵੀ ਤੁਹਾਨੂੰ ਇਹ ਦੱਸਿਆ ਜਾਂਦਾ ਤੁਸੀਂ ਪੰਜਾਬ 'ਚ ਕੀ ਆ ਕੇ ਬੋਲਣਾ। ਤੁਸੀਂ ਇਹਦੇ ਉੱਤੇ ਮਤਲਬ ਇੰਨੀ ਭੱਦਰ ਜਿਹੜੀ ਭਾਸ਼ਾ ਸਿਆਸਤ ਦੇ ਵਿੱਚ ਹੋਣਾ। ਸਿੱਧੂ ਮੂਸੇਵਾਲਾ ਵੀ ਸਿਆਸਤ ਦੇ ਵਿੱਚ ਆਏ ਨੇ, ਚਲੋ ਮੈਂ ਇਹਨਾਂ ਦਾ ਵੈਲਕਮ ਕਰਦਾ ਕਿ ਚੰਗੀ ਸੋਚ ਲੈ ਕੇ ਚੱਲੇ, ਹਥਿਆਰਾਂ ਧੁਰਾਂ ਤੋਂ ਆਪਾਂ ਕਿਨਾਰਾ ਕਰੀਏ। ਜਦੋਂ ਇੱਕ ਵਾਰੀ ਇਹਨਾਂ ਦਾ ਵੀ ਉਹ ਜੋੜੀ ਇੱਕ ਚੈਨਲ ਦੇ ਉੱਤੇ ਇਹਨਾਂ ਦੇ ਬਾਰੇ ਚਰਚਾ ਕੀਤੀ ਸੀ ਤੇ ਇਹਨਾਂ ਵੀ ਇੱਕ ਗਾਣੇ ਦੇ ਵਿੱਚ ਗਾਲ ਕੱਢੀ ਸੀ ਵੀ ਨਿੰਦ ਦੇ ਪ੍ਰਾਹੁਣੇ ਨੂੰ ਪ੍ਰਾਹੁਣਾ ਕਿਹਨੂੰ ਕਿਹਾ ਜਾਂਦਾ ਯਾਰ। ਮਤਲਬ ਇਹਨਾਂ ਚੀਜ਼ਾਂ ਮੈਂ ਨਹੀਂ ਕਹਿੰਦਾ, ਮੈਂ ਵੀ ਬੜਾ ਗਰਮ ਬੋਲਦਾ, ਪਰ ਕਿਸੇ ਦੀ ਧੀ ਭੈਣ ਮਾਂ ਉਹਦੀ ਆਪਾਂ ਮਰਿਆਦਾ ਤੇ ਰੱਖੀਏ। ਬੰਦੇ ਨਾਲ ਤੇ ਲੱਕ ਭਾਵੇਂ ਗੋਲੀ ਚੱਲ ਜੇ ਤੇ ਕਿਰਪਾਨਾਂ ਚੱਲ ਜਾਣ। ਇਸ ਪੱਧਰ ਦੀ ਸਿਆਸਤ ਜਿਹੜੀ ਲਿਆ ਕੇ ਸਿਰਫ ਲੋਕਾਂ ਦੇ ਵਿੱਚ ਨਾਅਰੇ ਕਿਸ ਤਰ੍ਹਾਂ ਵੱਜਦੇ ਨੇ, ਲੋਕਾਂ ਨੂੰ ਮਤਲਬ ਚਾਹੀਦਾ ਕੀ ਹੈ ਉਹ ਤਰੀਕਾ ਇਕੱਲਾ ਇਹ ਥੋੜ੍ਹੀ ਕੇਜਰੀਵਾਲ। ਸਿੱਧੂ ਸਾਹਿਬ ਤੁਸੀਂ ਲਾ ਲਓ। ਮੈਂ ਫਿਰ ਗੱਲ 'ਤੇ ਆਉਣ ਲੱਗਾ ਕਿ ਸਿੱਧੂ ਸਾਹਿਬ ਦੀ ਕੀ ਮਤਲਬ ਮਨਸ਼ਾ ਹੈ ਵੀ ਲੋਕਾਂ ਨੂੰ ਕੀ ਚੰਗਾ ਲੱਗਦਾ। ਉਹ ਧੱਕ ਦੂੰ, ਫੜਾਣਾ ਕਰ ਦੂੰ, ਆਹ ਕਰ ਦੂੰ ਤੇ ਥੱਲੇ ਬੋਲੇ ਸੋਨਿਹਾਲ। ਯਾਰ ਇਹਨਾਂ ਚੀਜ਼ਾਂ ਨਾਲ ਪੰਜਾਬ ਦਾ ਸੁਧਾਰ ਥੋੜ੍ਹੀ ਹੋਣਾ। ਮਤਲਬ ਇਹਨਾਂ ਚੀਜ਼ਾਂ ਨਾਲ ਪੰਜਾਬ ਨੂੰ ਫਰਕ ਕੀ ਹੈ। ਤੁਸੀਂ ਸਿੱਧੇ ਕਹੋ ਨਾ ਕਿ ਯਾਰ ਮੈਂ ਮੁੱਖ ਮੰਤਰੀ ਬਣਨਾ, ਮੇਰੀ ਆਹ ਦੌੜ ਹੈ, ਖੁੱਲ੍ਹ ਕੇ ਕਹਿ ਵੀ ਨਹੀਂ ਰਹੇ ਤੇ ਨਾ ਕਾਂਗਰਸ ਤੁਹਾਨੂੰ ਬਣਾਉਣ ਡਈ ਹੈ। ਮਤਲਬ ਜਿਹੜੀ ਤੁਹਾਡੀ ਮਨਸ਼ਾ ਜਾਂ ਤੇ ਉਹ ਵੀ ਕਲੀਅਰ ਕਰ ਦੇਵੇ ਵੀ ਕਿਨੂੰ ਉਹ ਕਾਂਗਰਸ ਵੀ ਵੇਖ ਰਹੀ ਆ ਵੀ ਚੰਨੀ ਨਾਲ ਵੋਟਾਂ ਵੱਧ ਆਉਣਗੀਆਂ ਕਿ ਸਿੱਧੂ ਨਾਲ ਵੱਧ ਆਉਣਗੀਆਂ ਜਾਂ ਹੋਰ ਕੋਈ ਫੇਸ ਬਦਲਾਂਗੇ। ਕਿਉਂ ਸਾਨੂੰ ਲੋਕਾਂ ਨੂੰ ਧੋਖੇ 'ਚ ਰੱਖ ਦਿਓ। ਮੈਂ ਥੋੜ੍ਹਾ ਹਾਸੇ ਮਜ਼ਾਕ ਵਾਲੀ ਤੁਹਾਨੂੰ ਗੱਲ ਹੀ ਸੁਣਾਦਾ। ਸਾਡੇ ਨਾ ਪੰਥਕ ਆਗੂ ਨੇ, ਮੈਂ ਨਾਂ ਨਹੀਂ ਚਲੋ ਉਹਨਾਂ ਦਾ ਲੈਂਦਾ, ਉਹਨਾਂ ਇੱਕ ਵਾਰੀ ਇਹੋ ਜਿਹੀ ਗੱਲ ਸੁਣਾਈ। ਸੋ ਮੈਂ ਕਾਂਗਰਸੀਆਂ ਨੂੰ ਕਹਿਣਾ ਵੀ ਸਿੱਧੂ ਸਾਹਿਬ ਨੂੰ ਜਾਂ ਤੇ ਬਣਾ ਦਿਓ ਤੇ ਜਾਂ ਬਿਲਕੁਲ ਹੀ ਇਹਨਾਂ ਨੂੰ ਇਗਨੋਰ ਕਰ ਦਿਓ। ਵੀ ਇੱਕ ਵਾਰੀ ਨਾ ਇੱਕ ਬਜ਼ੁਰਗ ਹੁੰਦਾ, ਉਹ ਸੌਰੀ ਮੈਂ ਮਾਫੀ ਚਾਹੁੰਦਾ ਦਰਸ਼ਕਾਂ ਕੋਲੋਂ ਤੇ ਤੁਹਾਡੇ ਕੋਲੋਂ ਵੀ, ਇੱਕ ਕਹਾਵਤ ਹੈ ਬਣਿਆ ਹੋਇਆ ਚੁਟਕਲਾ ਕਿ ਉਹ ਨਾ ਇੱਕ ਆਪਣੇ ਤੋਂ ਛੋਟੀ ਉਮਰ ਦੀ ਮਤਲਬ ਜਿਹੜੀ ਔਰਤ ਹੁੰਦੀ ਆ ਉਹਦੇ 'ਤੇ ਕੋਈ ਅੱਖ ਰੱਖ ਲੈਂਦਾ
ਤੇ ਉਹਨੂੰ ਲੱਗਦਾ ਹੈ ਕਿ ਯਾਰ ਇਹ ਮੈਨੂੰ ਇਹਦੇ ਵੱਲੋਂ ਵੀ ਮੈਨੂੰ ਮਤਲਬ ਰਿਸਪੌਂਸ ਆ ਰਿਹਾ, ਮਤਲਬ ਉਹ ਇਸ ਜੱਦੋ ਜਹਿਦ ਦੇ ਵਿੱਚ ਜਿਸ ਤਰ੍ਹਾਂ ਸਿੱਧੂ ਸਾਹਿਬ ਦੇ ਨਿਕਲ ਰਿਹਾ ਟਾਈਮ, ਇਸ ਜੱਦੋ ਜਹਿਦ 'ਚੋਂ ਛੱਛੋ ਪੰਚ ਹੀ ਰਹਿੰਦਾ ਵੀ ਯਾਰ ਇਹਨੇ ਮੇਰੇ ਨਾਲ ਮੰਨ ਜਾਣਾ, ਇਹਨੇ ਮੇਰੇ ਨਾਲ ਮੰਨ ਜਾਣਾ। ਉਹ 6 ਮਹੀਨੇ ਸਾਲ ਨਿਕਲ ਜਾਂਦਾ ਤੇ ਫਿਰ ਅੱਕ ਦਿਨ ਨਾ ਅੱਕ ਕੇ ਉਹ ਕਿਤੇ ਗਲੀ 'ਚ ਜਾਂਦੀ ਤੇ ਉਹ ਗੁੱਟ ਫੜ ਕੇ ਉਹਨੂੰ ਮਤਲਬ ਖਿਲਾਰ ਲੈਂਦਾ ਹੈ ਵੀ ਬੀਬਾ ਮੇਰੀ ਗੱਲ ਤੇ ਸੁਣ ਕੇ ਜਾ। ਉਹ ਇੰਨੀ ਗੱਲ ਹੀ ਹੁੰਦੀ ਹੈ, ਉਹਦੇ ਹੱਥ 'ਚ ਹੁੰਦੀ ਦੁੱਧ ਵਾਲੀ ਬਾਲਟੀ, ਉਹ ਵਗਾ ਕੇ ਨਾਸਾਂ ਤੇ ਮਾਰਦੀ ਉਹਦੀਆਂ ਤੇ ਮੂੰਹ ਦਿੰਦੀ ਉਹਦਾ ਪਾੜ ਤੇ ਉਹ ਅੱਗੋਂ ਬਜ਼ੁਰਗ ਕੀ ਕਹਿੰਦਾ ਬਸ ਪੁੱਤ ਬਸ ਇੱਕ ਕੁੱਤੇ ਝਾਕ ਹੀ ਅੱਜ ਮੁੱਕੀ ਆ। ਸੋ ਮੇਰੀ ਕਾਂਗਰਸ ਨੂੰ ਬੇਨਤੀ ਵੀ ਇਹਦੀ ਕੁੱਤੇ ਝਾਕ ਹੀ ਮੁਕਾ ਦਿਓ ਯਾਰ, ਜੇ ਤੈਨੂੰ ਬਣਾਉਣਾ ਤੇ ਬਣਾ ਦਿਓ, ਨਹੀਂ ਬਣਾਉਣਾ ਤੇ ਕਮ ਸੇ ਕਮ ਇਹਦੀ ਕੁੱਤੇ ਝਾਕ ਦੇ ਮੁਕਾਓ। ਸਾਨੂੰ ਪੰਜਾਬੀਆਂ ਨੂੰ ਧੋਖੇ 'ਚ ਕਿਉਂ ਰੱਖਦੇ ਹੋ? ਕੋਈ ਵੀ ਬੰਦਾ ਪੰਜਾਬ ਲਈ ਸਿੰਸੀਅਰ ਨਹੀਂ, ਕੋਈ ਵੀ ਬੰਦਾ ਇਹਦੇ ਉੱਤੇ ਮੈਨੂੰ ਦੱਸੋ ਮੈਂ ਕਿਹੜੀ ਪਾਰਟੀ ਨਾਲ ਜਾਵਾਂ? ਮੈਂ ਤੁਹਾਡੇ ਨਾਲ ਹੀ ਅੱਜ ਚਰਚਾ ਕਰ ਲੈਣਾ, ਤੁਸੀਂ ਮੈਨੂੰ ਦੱਸੋ ਕਿਹਦੇ ਨਾਲ ਚੱਲ ਜਾਵਾਂ? ਤੁਹਾਨੂੰ ਲੱਗਦਾ ਵੀ ਕੋਈ ਵੀ ਪਾਰਟੀ ਅਜੇ ਤੁਹਾਡੇ ਮੁਤਾਬਕ ਨਹੀਂ ਹੈ, ਫਿਰ ਕੀ 117 ਚਿਹਰੇ ਮਨਦੀਪ ਜੀ ਅਜਿਹੇ ਵੀ ਨਹੀਂ ਹੈਗੇ ਜਿਹੜੇ ਪੰਜਾਬ ਦਾ ਭਲਾ ਸੋਚ ਲੈਣ? 3 ਕਰੋੜ ਦੀ ਆਬਾਦੀ ਹੈ ਸਾਡੀ, ਚਲੋ ਆਪਾਂ ਵੋਟਰਾਂ ਦੀ ਗੱਲ ਕਰ ਲਈਏ ਤੇ ਵੋਟਰਾਂ ਦੇ ਵਿੱਚੋਂ ਕੋਈ ਅਜਿਹਾ ਬੰਦਾ ਹੈ ਹੀ ਨਹੀਂ ਆ ਵੀ ਜਿਹੜਾ 117 ਦੀ ਦੌੜ ਦੇ ਵਿੱਚ ਆ ਕੇ ਹਲਕਿਆਂ ਦੇ ਵਿੱਚੋਂ ਇੱਕ ਬੰਦਾ ਇੱਕ ਹਲਕੇ ਦੇ ਵਿੱਚੋਂ ਚੰਗਾ ਕੱਢਣਾ ਵੀ ਬਹੁਤ ਔਖਾ ਹੈ। ਥੱਲੀ ਸਾਹਿਬ ਮੈਂ ਤੁਹਾਨੂੰ ਕਹਿ ਰਿਹਾ ਕਿ 117 ਬੰਦਿਆਂ ਦੀ ਗੱਲ ਕਰਦੇ ਹੋ ਤੁਸੀਂ। ਇਸ ਪੰਜਾਬ 'ਚ ਲੱਖਾਂ ਨੌਜਵਾਨ ਇਹੋ ਜਿਹੇ ਨੇ, ਲੱਖਾਂ ਬੱਚੀਆਂ ਇਹੋ ਜਿਹੀਆਂ ਨੇ, ਲੱਖਾਂ ਮਤਲਬ ਤੁਹਾਡੇ ਵਰਗੇ ਜਿਹੜੇ ਸੂਝਵਾਨ ਲੋਕ ਇਹੋ ਜਿਹੇ ਨੇ ਪੜ੍ਹੇ ਲਿਖੇ, ਜਿਹੜੇ ਇੱਕ ਮੰਤਰੀ ਮੁੱਖ ਮੰਤਰੀ ਨੂੰ ਵਧੀਆ ਪੰਜਾਬ 'ਚ ਕੰਮ ਕਰ ਸਕਦੇ ਨੇ। ਮੈਂ ਤੁਹਾਨੂੰ ਦੱਸਿਆ ਨਾ, ਅੱਗੇ ਨਹੀਂ ਆਉਣ ਦਿੱਤਾ ਜਾਂਦਾ। ਤੁਸੀਂ ਲਾਓ ਨਾ ਅੱਗੇ, ਪਾਰਟੀਆਂ ਬਥੇਰੀਆਂ ਲੋਕ ਬਣਾਉਂਦੇ, ਤੁਸੀਂ ਬਣਾ ਲਓ। ਮੈਂ ਦੱਸ ਰਿਹਾ ਤੁਹਾਨੂੰ ਕਿ ਦੇਖੋ ਬੰਦੇ ਬਹੁਤ ਨੇ। ਮੈਂ ਤੇ ਅੱਗੇ ਇਹ ਗੱਲ ਕਰਦਾ ਕਿ ਇੱਕ ਐਜੂਕੇਸ਼ਨ ਮਿਨਿਸਟਰ, ਇੱਥੇ 5 ਪੜ੍ਹੇ ਐਜੂਕੇਸ਼ਨ ਮਿਨਿਸਟਰ ਲੱਗਦੇ ਨੇ, ਉਹਦੇ ਨਾਲੋਂ ਐਜੂਕੇਸ਼ਨ ਮਹਿਕਮਾ ਇੱਕ ਰਿਟਾਇਰਡ ਟੀਚਰ ਵਧੀਆ ਚਲਾ ਸਕਦਾ। ਇੱਕ ਡਾਕਟਰ ਹੈਲਥ ਡਿਪਾਰਟਮੈਂਟ ਉਹਦੇ ਨਾਲੋਂ, ਮੰਤਰੀ ਨਾਲੋਂ, ਜਿਹੜੇ ਮਤਲਬ ਜਿਨ੍ਹਾਂ ਨੂੰ ਡਾਕਟਰੀ ਦਾ ਊੜਾ ਐੜਾ ਵੀ ਨਹੀਂ ਆਉਂਦਾ, ਉਹਦੇ ਨਾਲੋਂ ਇੱਕ ਸਰਕਾਰੀ ਡਾਕਟਰ ਜਿਹੜਾ ਇਮਾਨਦਾਰ ਰਿਹਾ ਹੋਵੇ ਉਹ ਮਹਿਕਮਾ ਵਧੀਆ ਚਲਾ ਸਕਦਾ। ਕਿਸੇ ਨੂੰ ਮੌਕਾ ਨਹੀਂ ਦਿੱਤਾ ਜਾਂਦਾ। ਮੈਂ ਆਪਣਾ ਜਿੰਨਾ ਫਰਜ਼ ਆ ਮੈਂ ਉਹਨੂੰ ਨਿਭਾਉਣਾ ਰਹਿਣਾ, ਜਿੰਨਾ ਫਿਰ ਮੈਂ ਨਹੀਂ ਕਹਿ ਸਕਦਾ ਅੱਜ ਤੁਹਾਡੇ ਕਹਿਣ ਦੇ ਉੱਤੇ ਮੈਂ ਕਹਿੰਦਾ ਜੀ 117 ਹਲਕਿਆਂ ਦੇ ਵਿੱਚ ਮੈਂ ਬੰਦੇ ਖੜੇ ਕਰੂੰਗਾ ਜਾਂ ਮੈਂ ਬੰਦੇ ਲੱਭਦਾ ਵਾਂ, ਕਿਤੋਂ ਤੁਹਾਨੂੰ ਲਵਾਂ ਕਿਤੋਂ ਕਿਸੇ ਨੂੰ ਲਵਾਂ। ਤੇ ਇਹ ਦੁਨੀਆ ਜਿੱਦਾਂ ਦਾਤੀ ਨਾ, ਦੋ ਪਾਸੇ ਦਾਤੀ ਦੇ ਇੱਕ ਪਾਸੇ ਤੇ ਦੋ ਪਾਸੇ ਦੰਦੇ, ਇਹਦੀ ਫਿਰ ਦੌੜ ਮੁੱਖ ਮੰਤਰੀ ਬਣਦੀ ਸੀ। ਮੇਰੇ ਕੋਲ ਜਿੰਨੀ ਸੇਵਾ ਹੁੰਦੀ ਹੈ ਮੈਂ ਆਪਣੇ ਵੱਲੋਂ ਨਿਭਾਉਣ ਦੀ ਕੋਸ਼ਿਸ਼ ਕਰਦਾ ਔਰ ਲੋਕਾਂ ਨੂੰ ਜਾਗਰੂਕ ਜਿਹੜੀ ਉਹ ਕਰਨ ਦੀ ਕੋਸ਼ਿਸ਼ ਕਰਦਾ। ਜਿੰਨੇ ਕੁ ਮੇਰੇ ਕੋਲ ਹੁੰਦੇ ਨੇ, ਕਈ ਮੁੱਦੇ ਮੈਂ ਇਹੋ ਜਿਹੇ ਚੁੱਕੇ ਨੇ ਜਿਨ੍ਹਾਂ ਦੇ ਉੱਤੇ ਲੋਕ ਬੜੇ ਜਾਗਰੂਕ ਹੋਏ ਤੇ ਹੱਲ ਵੀ ਹੋਏ। ਸਾਰੇ ਪੰਜਾਬ ਦੀ ਮੇਰੇ ਇਕੱਲੇ ਵੱਲੋਂ ਜ਼ਿੰਮੇਵਾਰੀ ਨਹੀਂ, ਇਹ ਤੇ ਕਿਸੇ ਨਾ ਕਿਸੇ ਇਮਾਨਦਾਰ ਪਾਰਟੀ ਨੂੰ ਚਾਹੀਦਾ ਨਾ। ਦੋਵਾਂ ਪਾਰਟੀਆਂ ਨੇ ਸਾਨੂੰ ਰੱਜ ਕੇ ਲੁੱਟਿਆ। ਅਸੀਂ ਕੀ ਚਾਹੁੰਦੇ ਸੀਗੇ ਕਿ ਯਾਰ ਝਾੜੂ ਵਾਲੇ ਸ਼ਾਇਦ ਆ ਜਾਣਗੇ। ਤੀਜਾ ਜਿਹੜਾ ਫਰੰਟ ਹੈ ਉਹ ਪੰਜਾਬ 'ਚ ਉੱਠਣਾ ਸੀ। ਅੱਜ ਤੁਸੀਂ ਮੇਰੀ ਗੱਲ ਨਾਲ ਤੁਹਾਨੂੰ ਸਹਿਮਤ ਹੋਣਾ ਪਊਗਾ। ਤੀਜਾ ਫਰੰਟ, ਅਸੀਂ ਲੋਕ ਇੰਨੇ ਅੱਕੇ ਸੀ ਕਿ ਅਸੀਂ ਇਹ ਬਾਰ-ਬਾਰ ਕਹਿੰਦੇ ਸੀ ਇਹ 2 ਨਹੀਂ ਹੋਣੇ ਚਾਹੀਦੇ, ਤੀਜਾ ਆਉਣਾ ਚਾਹੀਦਾ। ਉਹ ਝਾੜੂ ਵਾਲਿਆਂ ਦੇ ਭੁਲੇਖੇ 'ਚ ਅਸੀਂ ਮਰ ਗਏ। ਅਸੀਂ ਤੀਜਾ ਫਰੰਟ ਹੀ ਨਹੀਂ ਖੜਾ ਕਰ ਸਕੇ 5 ਸਾਲਾਂ ਦੇ ਵਿੱਚ ਵੀ ਇਹਨਾਂ ਹੀ ਆ ਜਾਣਾ ਯਾਰ। ਉਹਨਾਂ ਵੀ ਅੱਜ ਤੱਕ ਆ ਕੇ ਨਿਆਂ ਨਹੀਂ ਦਿੱਤਾ। ਪਾਰਟੀ ਜਿਹੜੀਆਂ ਖੜੀਆਂ ਪਾਰਟੀਆਂ ਨੇ, ਚਾਹੇ ਉਹ ਬੀਜੇਪੀ ਹੈ, ਚਾਹੇ ਅਕਾਲੀ ਦਲ ਹੈ, ਚਾਹੇ ਕਾਂਗਰਸ ਹੈ, ਜਿਵੇਂ ਸਿੱਧੂ ਸਾਹਿਬ ਨੇ ਕਿਹਾ ਸੀ ਮੈਂ ਮਾਫੀਆ ਤੋੜੂੰਗਾ, ਤੇ ਮੈਂ ਉਹਨਾਂ ਨੂੰ ਕਿਹਾ ਸੀ ਤੁਹਾਡੀ ਬੱਸ ਦੇ ਵਿੱਚ ਹੀ ਸਾਰਾ ਮਾਫੀਆ ਚੜਿਆ। ਅੱਜ ਰੇਸ ਸਸਤੀ ਹੈ, ਇਹੋ ਹੀ ਚਲਾਉਂਦੇ ਨੇ। ਅੱਜ ਜਿਹੜਾ ਟਰਾਂਸਪੋਰਟ ਸਸਤੀ ਹੈ, ਕੁਝ ਬੱਸਾਂ ਬੰਦ ਕੀਤੀਆਂ ਤੁਸੀਂ ਬਾਦਲਾਂ ਨਾਲ ਰਿਲੇਟਡ। ਕਾਂਗਰਸੀ ਵੀ, ਤੇ ਮੈਂ ਜਿੱਦਾਂ ਸਿੱਧੂ ਨੇ ਕਿਹਾ ਸੀ ਨਾ 75-25, ਬਿਲਕੁਲ 75-25 ਸੀਗਾ ਵੀ ਇਹ ਅੱਜ ਕੱਲ੍ਹ 75 ਨੇ ਕਾਂਗਰਸੀ ਤੇ ਉਹ 25 ਸੀਗੇ। ਜਦੋਂ ਉਹ ਹੁੰਦੇ ਉਹ 75 ਹੋ ਜਾਂਦੇ ਤੇ ਇਹ 25 ਹੋ ਜਾਂਦੇ। 75% ਤੇ ਅੱਜ ਬੱਸਾਂ ਵੀ ਕਾਂਗਰਸੀਆਂ ਦੀਆਂ ਚੱਲ ਰਹੀਆਂ ਨੇ ਸਾਰੀਆਂ, ਤੇ ਥੱਲੀ ਸਾਹਿਬ ਬੰਦ ਨਹੀਂ ਨਾ ਹੋਈਆਂ। ਇਹ ਮਾਫੀਆਜ਼ ਕਿਵੇਂ ਟੁੱਟਣੇ ਸੀ ਕਿ ਸਿੱਧੂ ਸਾਹਿਬ ਤੁਸੀਂ ਕਹੋ ਮੈਂ ਪੰਜਾਬ ਲਈ ਬੜਾ ਸੁਹਿਰਦ ਹਾਂ, ਮੈਂ 116 ਟਿਕਟਾਂ ਬਦਲ ਦੂੰਗਾ, ਜਾਂ ਜਿਹੜੇ ਬੰਦੇ, ਮੈਂ ਨਹੀਂ ਕਹਿੰਦਾ 117 ਹੀ ਮਾੜੇ ਹੋਣਗੇ, ਇਹਨਾਂ ਦੇ ਵਿੱਚੋਂ ਮੈਂ ਟਿਕਟਾਂ ਕੱਟੂੰਗਾ। ਤੇ ਜਿੱਦਣ ਉਹਨਾਂ ਦਾ ਟਿਕਟਾਂ ਕੱਟਣ ਦਾ ਬਿਆਨ ਆਉਂਦਾ ਤੇ ਚੰਨੀ ਸਾਹਿਬ ਉਹਨੂੰ ਕਾਊਂਟਰ ਕਰ ਦਿੰਦੇ ਨੇ ਵੀ ਇਹ ਕੱਟਣੀਆਂ ਨਾ ਕੱਟਣੀਆਂ ਉੱਤੋਂ ਨੇ। ਉੱਤੇ ਜਦੋਂ ਐਡੇ ਫੰਡ ਜਾਣੇ ਨੇ, ਕਿੰਨਾ ਟਿਕਟਾਂ ਕੱਟਣੀਆਂ ਨੇ, ਪੰਜਾਬ ਦੇ ਲੋਕਾਂ ਨੂੰ ਖੁਦ ਸਮਝ ਚਾਹੀਦੀ। ਮੈਂ ਤੇ ਬੱਚਿਆਂ ਨੂੰ ਬਾਰ-ਬਾਰ ਦਵਾਈ ਦਿੰਦਾ ਕਿ ਤੁਹਾਨੂੰ ਸਿਆਸਤ ਦਾ ਹਿੱਸਾ ਬਣਨਾ ਪਊਗਾ। ਗਲੀ ਲੈਵਲ ਤੋਂ ਲੈ ਕੇ ਅੱਜ ਸਿਆਸੀ ਬਣਨਾ ਕਿੱਡਾ ਔਖਾ ਹੋ ਗਿਆ। ਨਿਸ਼ੰਗ ਹੋ ਕੇ ਲੜੋ, ਨਿਹੰਗ ਹੋ ਕੇ ਲੜੋ, ਤੇ ਕੋਈ ਤੁਹਾਨੂੰ ਰੋਕ ਨਹੀਂ ਸਕਦਾ। ਅੱਜ ਤੁਸੀਂ ਸੋਸ਼ਲ ਮੀਡੀਆ ਦੇਖਦੇ ਹੋ, ਤੁਸੀਂ ਆਪਣੇ ਇਲਾਕੇ ਦਾ ਕੋਈ ਮੁੱਦਾ ਦੇਖੋ ਕਿ ਕੀ ਹੋਣ ਵਾਲਾ, ਕੀ ਉਹਦੇ ਵਿੱਚ ਜਾ ਕੇ ਖੜੇ ਹੋ ਜਾਓ ਤੇ ਲੋਕ ਤੁਹਾਨੂੰ ਆਪਣਾ ਲੀਡਰ ਮੰਨਣਗੇ, ਉਸ ਗਲੀ ਦਾ, ਉਸ ਤੋਂ ਬਾਅਦ ਮਹੱਲੇ ਦਾ, ਉਸ ਤੋਂ ਬਾਅਦ ਸ਼ਹਿਰ ਦਾ। ਪਰ ਕਰਨਾ ਹੀ ਕੋਈ ਨਹੀਂ ਨਾ ਚਾਹੁੰਦਾ। ਸੋ ਮੈਂ ਇਹ ਇੰਨਾ ਸਮਰੱਥ ਨਹੀਂ ਹੈਗਾ ਕਿ ਮੈਂ ਪੰਜਾਬ ਦੇ ਵਿੱਚ ਪਾਰਟੀ ਖੜੀ ਕਰ ਲਵਾਂ। ਐਵੇਂ ਛੋਟਾ ਮੂੰਹ ਵੱਡੀ ਗੱਲ ਹੈ, ਪਰ ਜਿੰਨੇ ਜੋਗਾ ਮੈਂ ਹੈਗਾ, ਮਤਲਬ ਉਹਦੇ ਅਨੁਸਾਰ ਮੈਂ ਲੋਕਾਂ ਨੂੰ ਜਾਗਰੂਕ ਕਰਨ ਦੀ ਬੜੀ ਕੋਸ਼ਿਸ਼ ਕਰਦਾ ਔਰ ਕਈ ਲੋਕਾਂ 'ਤੇ ਅਸਰ ਵੀ ਹੁੰਦਾ। ਤੁਸੀਂ ਦੇਖੋ ਮੇਰੇ ਬੋਲਣ ਤੋਂ ਬਾਅਦ ਇਸ ਪੰਜਾਬ ਦੇ ਵਿੱਚ ਅੱਜ 2 ਸਾਲਾਂ ਤੋਂ ਕਈ ਮੈਨੂੰ ਫੋਨ ਆਉਣਗੇ, ਬੜੇ ਵਧੀਆ ਬੁਲਾਰੇ ਨੇ, ਉਹ ਮੈਨੂੰ ਕਹਿਣਗੇ ਕਿ ਭਾਜੀ ਤੁਹਾਨੂੰ ਦੇਖ ਕੇ ਅਸੀਂ ਜਿਹੜਾ ਉਹ ਬੋਲਣਾ ਸ਼ੁਰੂ ਕੀਤਾ। ਪਰ ਬਹੁ ਗਿਣਤੀ ਜਿਹੜੀ ਲੋਕੀ ਨੇ ਉਹਨਾਂ ਦੀ ਮੱਤ ਦੇ ਉੱਤੇ ਪੜਦਾ ਪਿਆ। ਉਹ ਮੌਕੇ ਦੇ ਉੱਤੇ ਹੀ ਕਾਉਂਸਲਰ MLAs ਨਾਲ ਜੁੜੇ ਨੇ ਤੇ ਮੌਕੇ 'ਤੇ ਜਿਹੜੀਆਂ ਸਹੂਲਤਾਂ ਮਿਲਦੀਆਂ ਨੇ ਸਿਰਫ ਉਹਦੇ ਉੱਤੇ ਗੌਰ ਫਰਮਾਉਂਦੇ ਨੇ। ਉਹਨਾਂ ਚੀਜ਼ਾਂ ਨੇ ਪੰਜਾਬ ਦਾ ਬੇੜਾ ਗਰਕ ਕੀਤਾ ਕਿ ਅੰਧੇਰਾ ਢਕ ਲੈ ਸੂਰਜ ਕੋ तो उजाले की खता क्या है, अंधेरा ढक ले सूरज को उजाले की खता क्या है, लगी है सेंध दीवारों में
ताले की खता क्या है, किसी के रूप की मदरा नशे से भी नशीली हो, कोई पीकर मर जाए तो प्याले की खता क्या है। मतलब मैं ਜੇ ਇਹ ਲੋਕ ਇੰਨਾ ਮੈਂ 5 ਸਾਲਾਂ ਜਾਗਰੂਕ ਕੀਤਾ, ਮੈਂ ਤੁਹਾਨੂੰ ਵੀ ਬੜਾ ਸੁਣਦਾ, 2-3 ਚੈਨਲ ਇਹੋ ਜਿਹੇ ਹੈਗੇ ਆ ਨਿਊਟਰਲ ਕੰਮ ਕਰਦੇ ਆ, ਚੰਗੇ ਨੂੰ ਚੰਗਾ ਮਾੜੇ ਨੂੰ ਮਾੜਾ। ਉਸ ਤੋਂ ਬਾਅਦ ਵੀ ਇਹਨਾਂ ਲੋਕਾਂ ਨੂੰ ਮਤਲਬ ਸੁਣਨ ਤੋਂ ਬਾਅਦ ਵੀ ਮਤਲਬ ਜਿਹੜੇ ਤੁਹਾਡੇ ਸਬਸਕ੍ਰਾਈਬਰ ਹੋਣਗੇ ਉਹ ਸੁਣਨ ਤੋਂ ਬਾਅਦ ਵੀ ਇਹਦੇ ਉੱਤੇ ਗੌਰ ਨਹੀਂ ਫਰਾਉਂਦੇ। ਉਹ ਜਿਹੜੇ ਟਾਈਮ ਦੇ ਟਾਈਮ ਉਹ ਜਿਹੜੀ ਨਸ਼ੀਲੀ ਮਦਰਾ ਜਿਹੜਾ ਉਹ ਛਲਾਵਾ ਆਉਂਦਾ ਉਹਦੇ ਅਨੁਸਾਰ ਢਲ ਜਾਂਦੇ ਨੇ, ਤੇ ਫਿਰ ਤੁਸੀਂ ਵੀ ਕੁਝ ਨਹੀਂ ਕਰ ਸਕਦੇ ਤੇ ਮੈਂ ਵੀ ਕੁਝ ਨਹੀਂ ਕਰ ਸਕਦਾ ਭਾਜੀ। ਤੇ ਕੈਪਟਨ ਅਮਰਿੰਦਰ ਸਿੰਘ ਜਿਵੇਂ ਪਾਰਟੀ ਬਣਾਉਂਦੇ ਆ ਤਾਂ ਤੁਹਾਡੇ ਨਾਲ ਤਾਂ ਰਾਬਤਾ ਕੀਤਾ, ਤੁਹਾਡੇ ਨਾਲ ਤਾਂ ਪੁਰਾਣਾ ਰਿਸ਼ਤਾ ਉਹਨਾਂ ਦਾ, ਤੁਹਾਨੂੰ ਤਾਂ ਖੁਦ ਉਹਨਾਂ ਨੇ ਕਿਹਾ ਹੋਣਾ ਵੀ ਮੇਰੇ ਵੱਲੋਂ ਆ ਜਾਓ। ਤੁਸੀਂ ਮੈਨੂੰ ਇਹ ਦੱਸ ਦਿਓ ਕਿ ਕਿਹੜੀ ਪਾਰਟੀ ਆ, ਮੈਂ ਕਦੀ ਜ਼ਿੰਦਗੀ 'ਚ ਝੂਠ ਨਹੀਂ ਬੋਲਿਆ ਕਿ ਜਿਹਨੇ ਮੇਰੇ ਨਾਲ ਰਾਬਤਾ ਨਾ ਕੀਤਾ ਹੋਵੇ। ਪਰ ਮੈਂ ਫਿਰ ਕਹਿੰਦਾ ਕਿ ਕੈਪਟਨ ਅਮਰਿੰਦਰ ਸਿੰਘ ਜੀ 5 ਸਾਲਾਂ ਦੇ ਵਿੱਚ ਲੋਕਾਂ ਨੇ ਤੁਹਾਨੂੰ ਬਹੁਤ ਮੌਕਾ ਦਿੱਤਾ ਸੀਗਾ। ਤੁਸੀਂ ਉਹ ਮਤਲਬ ਬਹਾਨਾ ਬਣਾਇਆ ਕਿ ਮੈਂ ਇਹ ਕਾਨੂੰਨ ਇਜਾਜ਼ਤ ਨਹੀਂ ਦਿੰਦਾ, ਚਾਹੇ ਉਹ ਬੇਅਦਬੀ ਦਾ ਇਸ਼ੂ ਸੀਗਾ, ਚਾਹੇ ਟਰਾਂਸਪੋਰਟ ਦਾ ਇਸ਼ੂ ਸੀਗਾ, ਤੇ ਉਹਨਾਂ ਚੀਜ਼ਾਂ ਦੇ ਉੱਤੇ 4.5 ਸਾਲ ਤੁਸੀਂ ਕੰਮ ਕੀਤਾ ਹੁੰਦਾ ਤੇ ਅੱਜ ਪੰਜਾਬੀ ਤੁਹਾਨੂੰ ਮਤਲਬ ਇਸ ਤਰ੍ਹਾਂ ਨਾ ਤੋਰਦੀ, ਨਾ ਤੁਹਾਡੀ ਪਾਰਟੀ ਜਿਸ ਤਰੀਕੇ ਤੁਹਾਨੂੰ ਬੇਇੱਜ਼ਤ ਕੀਤਾ ਗਿਆ, ਔਰ ਇਸ ਤਰੀਕੇ ਪੰਜਾਬੀਆਂ ਦੇ ਮਨ 'ਚ ਵੀ ਤੁਹਾਡੇ ਪ੍ਰਤੀ ਨਫ਼ਰਤ ਨਾ ਹੁੰਦੀ। ਤੁਸੀਂ ਉਹ ਕੈਪਟਨ ਅਮਰਿੰਦਰ ਸਿੰਘ ਹੋ ਜਿਨ੍ਹਾਂ ਨੇ 84 ਦੇ ਵਿੱਚ ਅਸਤੀਫਾ ਦਿੱਤਾ ਸੀਗਾ ਜਦੋਂ ਬਲੂ ਸਟਾਰ ਹੋਇਆ। ਤੁਸੀਂ ਇਹੋ ਕੈਪਟਨ ਅਮਰਿੰਦਰ ਸਿੰਘ ਹੋ ਜਦੋਂ ਰਾਜਸਥਾਨ ਨਾਲ ਲੱਗਦੇ ਪਿੰਡ ਜਿਹੜੇ ਹਰਿਆਣੇ ਨਾਲ ਚੱਲੇ ਸੀਗੇ ਤੇ ਤੁਸੀਂ ਲਾਲਟੈਨ ਤੇ ਉਹ ਲੱਠ ਲੈ ਕੇ, ਅੱਜ ਕੱਲ੍ਹ ਤੁਹਾਡੀ ਪੋਸਟ ਵੀ ਪੈ ਰਹੀ ਆ ਕਿ ਉੱਥੇ ਤੁਸੀਂ ਪਹਿਰਾ ਦਿੱਤਾ ਸੀਗਾ। ਉਹ ਕਿਹੜਾ ਪਿੰਡ ਸੀਗਾ, ਮੈਨੂੰ ਨਾਂ ਕੰਦੂ ਖੇੜਾ ਕਰੂ ਨਬੇੜਾ, ਉਹ ਕੈਪਟਨ ਅਮਰਿੰਦਰ ਸਿੰਘ ਹੋ। ਤੁਸੀਂ ਤੁਹਾਡਾ ਕਿੱਥੇ ਜਨੂਨ ਚਲੇ ਗਿਆ, ਕਿੱਥੇ ਤੁਸੀਂ ਮਤਲਬ ਐਡੇ ਸਟਰੋਂਗ 2002 ਤੋਂ 2007 ਤੱਕ ਬੜੇ ਤਾਕਤਵਰ ਮੁੱਖ ਮੰਤਰੀ ਰਹੇ ਹੋ, ਔਰ ਇੰਨੀ ਕਮਜ਼ੋਰੀ ਤੁਸੀਂ ਇਹਨਾਂ ਦਿਨਾਂ 'ਚ ਵਿਖਾਈ। ਔਰ ਇਹ ਜੇ ਮੈਨੂੰ ਰਾਬਤਾ ਕਰਨਗੇ ਵੀ ਤੇ ਮੈਂ ਤੇ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਪਹਿਲੇ ਦਾ ਵੀ ਹਿਸਾਬ ਦੇ ਦਿਓ ਤੇ ਅੱਗੋਂ ਤੁਹਾਡੇ ਮਨ ਦੇ ਵਿੱਚ ਕੀ ਹੈ ਪੰਜਾਬ ਲਈ ਦੱਸੋ। ਮੇਰੇ ਮਨ ਨੂੰ ਜਚੂਗਾ ਤੇ ਮੈਂ ਤੁਹਾਡੇ ਨਾਲ ਕੰਮ ਕਰੂੰਗਾ, ਨਹੀਂ ਤੇ ਨਹੀਂ ਕਰੂੰਗਾ। ਪਰ ਹਾਲਾਤ ਕੋਈ ਨਜ਼ਰ ਨਹੀਂ ਆ ਰਹੇ। ਇੱਥੇ ਦੌੜ ਕੀ ਚੱਲ ਗਈ ਹੈ। ਮੈਂ ਜਿਸ ਗੱਲ ਨੂੰ ਤੁਹਾਨੂੰ ਹੁਣ ਦੌੜੇ ਨਹੀਂ ਹੈਗੀ ਥੱਲੀ ਸਾਹਿਬ ਕਿ ਮੈਂ ਸਰਕਾਰ ਬਣਾਉਣੀ ਹੈ, ਕੈਪਟਨ ਅਮਰਿੰਦਰ ਸਿੰਘ ਕਹੇ ਮੈਂ ਸਰਕਾਰ ਬਣਾਉਣੀ ਹੈ, ਜਿਹੜੇ ਸਿੱਧੂ ਸਾਹਿਬ ਨੇ ਉਹ ਕਹਿਣ ਮੈਂ ਸਰਕਾਰ ਬਣਾਉਣੀ ਹੈ, ਬੀਜੇਪੀ ਕਹੇ ਅਸੀਂ ਸਰਕਾਰ ਬਣਾਉਣੀ ਹੈ। ਪੰਜਾਬ ਦੀ ਤਰਾਸਦੀ ਕੀ ਹੈ, ਇਹ ਪੁੱਠੇ ਪਾਸੇ ਤੁਰ ਪਿਆ। ਹੁਣ ਦੌੜੇ ਲੱਗ ਗਈ ਆ ਕਿ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਹੋਣਗੇ ਕਿ ਯਾਰ ਮੈਂ ਕਾਂਗਰਸ ਨਹੀਂ ਬਣ ਦੇਣੀ, ਇਹਨਾਂ ਮਾੜਾ ਕੀਤਾ ਮੇਰੇ ਨਾਲ। ਬੀਜੇਪੀ ਵਾਲੇ ਕਹਿੰਦੇ ਹੋਣਗੇ ਅਸੀਂ ਝਾੜੂ ਨਹੀਂ ਬਣ ਦੇਣਾ, ਜੋ ਮਰਜ਼ੀ। ਹੁਣ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਵੱਲ ਮਤਲਬ ਅਸੀਂ ਤੁਰ ਪਏ ਹਾਂ। ਕੋਈ ਵੀ ਸੁਹਿਰਦ ਜਿਹੜਾ ਇਹਦੇ ਉੱਤੇ ਇਹ ਕੰਮ ਨਹੀਂ ਕਰ ਰਿਹਾ ਇਹਦੇ ਉੱਤੇ ਆ ਕੇ, ਤੇ ਮੈਂ ਕਿਉਂ ਜਾਊਂਗਾ ਕਿਸੇ ਦੇ ਨਾਲ ਜਿੰਨਾ ਚਿਰ ਕਿਸੇ ਦਾ ਕੋਈ ਪਲਾਨ, ਕੋਈ ਰੋਡ ਮੈਪ। ਕੈਪਟਨ ਅਮਰਿੰਦਰ ਸਿੰਘ ਆਪ ਪਾਰਟੀ ਬਣਾ ਲੈਣ, ਉਹ ਪੰਜਾਬ ਦੇ ਵਿੱਚ ਤੇ ਹੈ ਹੀ ਨਹੀਂ। ਉਹ ਕਿਹਦੇ ਨਾਲ ਜਾਂਦੇ ਨੇ, ਕੀ ਕਰਦੇ ਨੇ, ਉਸ ਤੋਂ ਬਾਅਦ ਕਿਤੇ ਵਿਚਾਰ ਕੀਤਾ ਜਾਊਗਾ। ਮੈਂ ਤਾਂ ਸਾਰੀਆਂ ਪਾਰਟੀਆਂ ਨੂੰ ਕਿਹਾ ਕਿ ਰੋਡ ਮੈਪ ਤੇ ਲੈ ਕੇ ਆਓ ਨਾ ਯਾਰ, ਵੀ ਅਸੀਂ ਇਸ ਤਰੀਕੇ ਕੰਮ ਕਰਾਂਗੇ ਤੇ ਮੈਂ ਤੁਹਾਡੇ ਨਾਲ ਆਉਣ ਨੂੰ ਤਿਆਰ ਹਾਂ। ਸਿਰਫ ਤੇ ਸਿਰਫ ਲੋਕਾਂ ਨੂੰ ਛਲਾਵੇ ਲਾਰੇ ਜਿਹੜੇ ਲਾਏ ਜਾ ਰਹੇ ਨੇ, ਕੁਝ ਵੀ ਨਹੀਂ ਕੀਤਾ ਜਾ ਰਿਹਾ। ਪੰਜਾਬ ਦਾ ਪੈਸਾ ਲੁਟਾਇਆ ਜਾ ਰਿਹਾ, ਕੋਈ ਕਿਸੇ ਕਿਤੇ ਨਹੀਂ ਬੋਲ ਰਿਹਾ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਦੱਸਦਾ। ਲਖੀਮਪੁਰ ਖੀਰੀ ਦੇ ਵਿੱਚ ਇੱਕ ਘਟਨਾ ਹੁੰਦੀ ਹੈ, ਕਿੰਨੇ ਉੱਥੇ ਕਿਸਾਨ ਜਿਹੜੇ ਉਹ ਦੜਨ ਕੇ ਇਹਨਾਂ ਸ਼ਹੀਦ ਕਰ ਦਿੱਤੇ ਸੀਗੇ। 4 ਕਿਸਾਨ ਸਾਡੇ ਇੱਥੋਂ ਸਿੱਧੂ ਸਾਹਿਬ ਜਾਂਦੇ ਨੇ, ਪੂਰੀ ਵਜ਼ਾਰਤ ਜਾਂਦੀ ਹੈ ਉੱਥੇ 50-50 ਲੱਖ ਰੁਪਈਆ ਉਹਨਾਂ ਨੂੰ ਦੇ। ਮੈਂ ਕਿਸੇ ਨੂੰ 50 ਲੱਖ ਰੁਪਈਆ ਦੇਣ ਦੇ ਉਲਟ ਨਹੀਂ ਹੈਗਾ। ਮਤਲਬ ਕਿਸੇ ਦੀ ਜਾਨ ਦੀ ਕੀਮਤ ਚਲ ਗਈ, ਉਹਨੂੰ 5 ਕਰੋੜ ਰੁਪਈਆ ਵੀ ਦਿੱਤਾ ਜਾਣਾ ਚਾਹੀਦਾ। ਤੇ ਜੇ ਇੱਥੇ ਸ਼ਹੀਦ ਮਤਲਬ ਕਿੰਨੇ ਕਿਸਾਨਾਂ ਦੀ ਡੈਥ ਹੋਈ ਹੈ, 600-700 ਦੇ ਕਰੀਬ ਹੈ, ਫਿਰ ਇਹਨਾਂ ਨੂੰ 50-50 ਲੱਖ ਕਿਉਂ ਨਹੀਂ ਦਿੱਤਾ ਜਾ ਰਿਹਾ? ਕਿ ਹਰ ਚੀਜ਼ ਦੇ ਵਿੱਚੋਂ ਸਿਆਸਤ ਕੱਢੀ ਜਾ ਰਹੀ ਹੈ, ਹਰ ਚੀਜ਼ ਨੂੰ ਕ੍ਰੈਡਿਟ ਲੈਣ ਦੀ ਕੋਸ਼ਿਸ਼ ਹੈ। ਉੱਥੇ 50-50 ਲੱਖ ਰੁਪਈਆ ਨਾ ਕਿਸਾਨਾਂ ਨੂੰ ਨਹੀਂ ਦਿੱਤਾ, ਉਹ ਪ੍ਰਿੰਕਾ ਗਾਂਧੀ ਨੂੰ ਦਿੱਤਾ ਕਿ ਉਹਨੇ ਯੂਪੀ ਤੋਂ ਇਲੈਕਸ਼ਨ ਲੜਨੀ ਹੈ। ਪ੍ਰਿੰਕਾ ਗਾਂਧੀ ਮਤਲਬ ਇਸ ਤਰੀਕੇ ਪੰਜਾਬ ਨੂੰ ਬਰਬਾਦ ਕੀਤਾ ਜਾ ਰਿਹਾ, ਪੰਜਾਬ ਦਾ ਪੈਸਾ ਜਾੜਿਆ ਜਾ ਰਿਹਾ। ਜੇ ਦਿੱਤਾ ਤੁਸੀਂ 50-50 ਲੱਖ ਤੇ ਇੱਥੇ ਵੀ ਸਾਰਿਆਂ ਨੂੰ ਦਿਓ। ਸਿਰਫ ਇੱਕ ਦੂਜੇ ਨੂੰ ਖੁਸ਼ ਕਰਨ ਦੀਆਂ ਗੱਲਾਂ ਨੇ। ਤੁਸੀਂ ਆਹ ਗੱਲ ਕੀਤੀ ਕਿ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਇਆ ਸੀ ਨਾ, ਕੋਈ ਬੰਦਾ ਸੁਹਿਰਦ ਹੈਗਾ ਮਤਲਬ ਜਿਹੜਾ ਪੰਜਾਬ ਲਈ ਕੰਮ ਕਰੇ? ਸੁੱਖੀ ਰੰਧਾਵਾ ਜੀ, ਤ੍ਰਿਪਤ ਰਜਿੰਦਰ ਬਾਜਵਾ ਜੀ, ਨਵਜੋਤ ਸਿੰਘ ਸਿੱਧੂ ਜੀ, ਆਪਣੇ ਪ੍ਰਗਟ ਸਿੰਘ ਜਿਨ੍ਹਾਂ ਦਾ ਮਤਲਬ ਬੜਾ ਸਾਫ ਸੁਥਰਾ ਚਿਹਰਾ ਗਿਣਿਆ ਜਾਂਦਾ ਸੀ। ਕੈਪਟਨ ਅਮਰਿੰਦਰ ਸਿੰਘ ਮਿਲਿਆ, ਕੈਪਟਨ ਅਮਰਿੰਦਰ ਸਿੰਘ ਬਾਦਲਾਂ ਨਾਲ ਮਿਲਿਆ, ਤੇ ਹੁਣ ਜਦੋਂ ਲੱਥ ਗਿਆ, ਹੁਣ ਕਮ ਸੇ ਕਮ ਤੁਸੀਂ ਤੇ ਰਿਜ਼ਲਟ ਦੇ ਦਿਓ ਨਾ ਜਿਹੜੇ ਕੰਮ ਲਈ ਉਹਨੂੰ ਲਾਇਆ ਗਿਆ। ਇਸ ਮਾਮਲੇ ਦੇ ਉੱਤੇ ਸੱਚਮੁੱਚ ਸਿਆਸਤ ਤਾਂ ਨਹੀਂ ਹੋਈ ਜਿਵੇਂ ਤੁਸੀਂ ਕਹਿੰਦੇ ਹੋ ਵੀ ਅਮਰਿੰਦਰ ਸਿੰਘ ਨੇ 4.5 ਸਾਲ ਕੀ ਕੀਤਾ? ਬਾਦਲਾਂ ਦੀ ਗੱਲ ਕੀਤੀ ਜਾਂਦੀ ਸੀ ਜਾਂ ਬੇਅਦਬੀ ਦੀ ਗੱਲ ਹੋਈ ਨਸ਼ੇ ਦੀ, ਤਾਂ ਫਿਰ ਨਸ਼ੇ ਦੇ ਔਰ ਬੇਅਦਬੀ ਕਰਕੇ ਉਹਨਾਂ ਨੇ ਮੁੱਖ ਰੱਖ ਕੇ ਇਹਨਾਂ ਨੂੰ ਕੈਪਟਨ ਸਾਹਿਬ ਨੂੰ ਲਾ ਤੇ ਗੱਦੀ ਤੋਂ, ਤੇ ਚੰਨੀ ਸਰਕਾਰ ਵੀ ਤਾਂ ਕੁਝ ਕਰ ਨਹੀਂ ਪਾਈ। ਮੈਂ ਥੱਲੀ ਸਾਹਿਬ ਤੁਹਾਨੂੰ ਦੱਸ ਰਿਹਾ ਨਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਲਾਇਆ ਗਿਆ, ਕੀ ਬਹਾਨਾ ਬਣਾਇਆ ਗਿਆ? ਇਹ ਬੇਅਦਬੀ ਦੇ ਉੱਤੇ ਇਨਸਾਫ ਨਹੀਂ ਦੇ ਰਿਹਾ, ਇਹ ਰੇਤਾ ਦੇ ਉੱਤੇ ਇਨਸਾਫ ਨਹੀਂ ਦੇ ਰਿਹਾ, ਰੇਤਾ ਨੂੰ ਬੰਦ ਨਹੀਂ ਕਰ ਰਿਹਾ, ਇਹ ਟਰਾਂਸਪੋਰਟ ਮਾਫੀਆ ਬੰਦ ਨਹੀਂ ਕਰ ਰਿਹਾ। ਔਰ ਇਹ 4 ਬੰਦੇ ਸਭ ਤੋਂ ਵੱਧ ਬੋਲਦੇ ਸੀ। ਔਰ ਮੈਂ ਪ੍ਰਗਟ ਸਿੰਘ ਹੋਣਾ ਦੀ ਇੰਟਰਵਿਊ ਇੱਕ ਵਾਰੀ ਸੁਣੀ ਸੀ ਕਿ ਮੈਂ ਉਹ ਚਲਾਨ ਪੜ੍ਹ ਕੇ ਬੋਲ ਰਿਹਾ ਸੀਗਾ, ਚਲਾਨ ਮੇਰੇ ਹੱਥ 'ਚ ਹੈ,
ਇਹਦੇ ਵਿੱਚ ਮੈਂ ਸਾਰਾ ਦੇਖਿਆ। ਇਸ ਤਰੀਕੇ ਉਹ ਅੰਦਰ ਜਾ ਸਕਦੇ ਨੇ। ਮੈਂ ਪੁਰਾਣਾ ਪੁਲਿਸ ਅਫਸਰ ਰਿਟਾਇਰ ਹੋਇਆ ਵਾਂ, ਪੁਲਿਸ ਅਫਸਰ ਰਿਹਾ ਵਾਂ, ਤੇ ਇਸ ਤਰੀਕੇ ਇਹਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਸੀ, ਤੇ ਅੱਜ ਕੁਝ ਵੀ ਨਹੀਂ ਹੋ ਰਿਹਾ। ਜਾਂ ਤੇ ਫਿਰ ਕੈਪਟਨ ਅਮਰਿੰਦਰ ਸਿੰਘ ਕਿਤੇ ਨਾ ਕਿਤੇ ਸਹੀ ਸੀਗਾ, ਤੇ ਜਾਂ ਫਿਰ ਇਹ ਵੀ ਮਤਲਬ ਮਿਲੇ ਹੋਏ ਨੇ ਕਿ ਨਾ ਉਹਨਾਂ ਨੂੰ ਕੋਈ ਛੇੜੇ ਤੇ ਨਾ ਇਹਨਾਂ ਨੂੰ ਕੋਈ ਛੇੜੇ। ਇਹੋ ਜਿਹੇ ਹਾਲਾਤ ਹੀ ਬਣੇ ਹੋਏ ਨੇ ਨਾ, ਕੋਈ ਕੰਮ ਤੇ ਕਰ ਨਹੀਂ ਰਿਹਾ। 18 ਨਕਾਤੀ ਕੇ 13 ਨਕਾਤੀ ਪ੍ਰੋਗਰਾਮ ਆ ਸਿੱਧੂ ਸਾਹਿਬ ਦੀ ਮੇਰੇ ਕੋਲ ਇਹਦੇ ਵਿੱਚ ਹੈਗੀ ਆ ਜੀ, ਚਿੱਠੀ ਹੈ। ਹਾਂਜੀ, 18 ਨਕਾਤੀ ਕੇ 13 ਨਕਾਤੀ ਪ੍ਰੋਗਰਾਮ ਸਿੱਧੂ ਸਾਹਿਬ ਉੱਥੋਂ ਲੈ ਕੇ ਆਉਂਦੇ ਨੇ। ਅੱਜ 13 ਨਕਾਤੀ ਪ੍ਰੋਗਰਾਮ ਦੱਸ ਦੇਣ ਮੈਨੂੰ ਕਿਹਦੇ ਉੱਤੇ ਮਸਲਾ ਹੱਲ ਹੋਇਆ। ਅੱਜ ਰੇਤਾ ਸਸਤੀ ਹੋ ਗਈ, ਕੀ ਰੇਤਾ ਦੇ ਟੈਂਡਰ ਕੈਂਸਲ ਹੋ ਗਏ ਥੱਲੀ ਸਾਹਿਬ? ਉਹਨਾਂ ਐਮਐਲਏਜ਼ ਨੇ ਹੀ ਰੇਤਾ ਦੇ ਟੈਂਡਰ ਉਹਨਾਂ ਕੋਲ ਸੀਗੇ, ਉਹੀ ਖੱਡਾਂ ਚਲਾ ਰਹੇ ਨੇ। ਉਸੇ ਭਾਈ ਲੋਕਾਂ ਨੂੰ ਰੇਤਾ ਮਿਲ ਰਹੀ ਹੈ। ਕੀ ਅੱਜ ਹਾਲਾਤ ਕਿਉਂ ਨਹੀਂ ਬਦਲੇ? ਅੱਜ ਤੁਸੀਂ ਜਿੰਨੀ ਦੁਹਾਈ ਦਿੱਤੀ ਸੀ ਕਿ ਅਸੀਂ ਬੜੇ ਇਮਾਨਦਾਰ ਹਾਂ, ਅਸੀਂ ਆਹ ਕਰਾਂਗੇ ਉਹ ਕਰਾਂਗੇ, ਕੈਪਟਨ ਅਮਰਿੰਦਰ ਸਿੰਘ ਮਿਲਿਆ ਹੋਇਆ, ਤੇ ਫਿਰ ਤੁਸੀਂ ਤੇ ਕਰਕੇ ਵਿਖਾਓ ਨਾ, ਤਾਂ ਜੋ ਅਸੀਂ ਲੋਕ ਤੁਹਾਡੇ ਉੱਤੇ ਆਪਣਾ ਭਰੋਸਾ ਤੇ ਕਰੀਏ। ਕੁਝ ਸਾਨੂੰ ਦੱਸਿਆ ਹੀ ਨਹੀਂ ਜਾ ਰਿਹਾ, ਕੋਈ ਕੀਤਾ ਹੀ ਨਹੀਂ ਜਾ ਰਿਹਾ, ਸਿਰਫ ਗੱਲਾਂ ਦੇ ਕੜਾਹ ਜਿਹੜੇ ਬਣਾਏ ਜਾ ਰਹੇ ਆ। ਔਰ ਹਰ ਚੀਜ਼ ਮੈਂ ਤੁਹਾਨੂੰ ਫੇਰ ਉਹ ਗੱਲ ਤੇ ਆਉਣਾ, ਦੇਖੋ ਮਤਲਬ ਕਿੱਡੇ ਲੋਕ ਜਾਗਰੂਕ ਨੇ ਕਿ ਸਿੱਧੂ ਸਾਹਿਬ ਵੀ ਕਿਤੇ ਸੈਟੀਸਫਾਈ ਹੋਏ। ਹਰ ਚਿੱਤ ਵੀ ਆਪਣਾ ਤੇ ਪੱਟ ਵੀ ਆਪਣਾ। ਮਤਲਬ ਜੇ ਕੰਮ ਹੋ ਗਏ ਤੇ ਉਹ ਸਿੱਧੂ ਸਾਹਿਬ ਚੰਨੀ ਨੂੰ ਬਹਾ ਲੈਂਦੇ ਨਾਲ, ਭਾਈ ਆ ਇਹ ਮੈਂ ਕਰਾਇਆ ਤੇ ਪ੍ਰੈਸ ਕਾਨਫਰੰਸ ਕਰਦੇ ਆ। ਤੇ ਜਦੋਂ ਕਿਤੇ ਕੰਮ ਦੇ ਵਿੱਚ ਲੋਕ ਨੁਕਤਾਚੀਨੀ ਕਰਦੇ ਨੇ ਤੇ ਸਿੱਧੂ ਸਾਹਿਬ ਮਤਲਬ ਟਿੰਡ 'ਚ ਕਾਨਾ ਵੀ ਇਹ ਕਦੀ ਸੈਟੀਸਫਾਈ ਨਹੀਂ ਹੋ ਸਕਦੇ। ਇਹ ਲੋਕ ਸਿਆਸਤ ਦੇਖੋ, ਅੱਜ ਮੈਂ ਮਾਈਕ ਫੜ ਕੇ ਤੁਹਾਡੇ ਅੱਗੇ ਕੁਐਸਚਨ ਕਰਨੇ ਸ਼ੁਰੂ ਕਰਦਾ ਤੇ ਉਹ ਮੇਰਾ ਪ੍ਰੋਫੈਸ਼ਨ ਨਹੀਂ ਹੈ, ਮੈਨੂੰ ਉਹਦੇ ਲਈ ਟ੍ਰੇਨਿੰਗ ਲੈਣੀ ਪਊਗੀ। ਤੁਸੀਂ ਇਸ ਤਰੀਕੇ ਉਹ ਵੀ ਸ਼ਾਮਲ ਹੋ ਜੇ, ਉਹ ਵੀ ਸ਼ਾਮਲ ਹੋ ਜੇ। ਸਿਰਫ ਲੋਕਾਂ ਨੂੰ ਭਰਮਾਉਣ ਲਈ ਆਪਾਂ ਫੇਸਬੁੱਕ ਤੇ ਦੇਖ ਰਹੇ ਹਾਂ, ਆਪਾਂ ਸੋਸ਼ਲ ਮੀਡੀਆ ਦੇ ਉੱਤੇ ਦੇਖ ਰਹੇ ਹਾਂ ਕਿ ਫਲਾਣੇ ਬੰਦੇ ਦੇ ਕਿੰਨੇ ਫਾਲੋਅਰ ਨੇ, ਇਹਨੂੰ ਨਾਲ ਲੈ ਕੇ ਇੱਕ ਟਿਕਟ ਲੜਾ ਲਈ ਜਾਵੇ। ਉਹਦੀ ਸਿਆਸਤ ਦੀ ਨੌਲੇਜ, ਉਹਦਾ ਸਿਆਸੀ ਸਫ਼ਰ ਕੁਛ ਵੀ ਨਹੀਂ। ਨਵੇਂ ਬੰਦਿਆਂ ਨੂੰ ਤੁਸੀਂ ਫੜਾਓਗੇ ਤੇ 5 ਸਾਲ ਤੁਹਾਡੇ ਮਤਲਬ ਫਿਰ ਬਰਬਾਦ ਹੋਣਗੇ ਅੱਗੋਂ। ਮਤਲਬ ਕੋਈ ਸੋਚ ਸਮਝ ਵਾਲੇ ਤੁਸੀਂ ਇਹ ਤਾਂ ਨਹੀਂ ਕਰ ਰਹੇ ਕਿ ਯਾਰ ਆਹ ਟੀਚਰ ਹੈ, ਇਹਨੂੰ ਸਟੇਟ ਅਵਾਰਡ ਮਿਲਿਆ ਇਮਾਨਦਾਰੀ ਦਾ, ਤੇ ਮੈਂ ਇਹਨੂੰ ਜਿਹੜਾ ਇਲੈਕਸ਼ਨ ਲੜਾਊਂਗਾ ਤੇ ਇਹਨੂੰ ਅਸੀਂ ਜਿਹੜਾ ਐਜੂਕੇਸ਼ਨ ਮੰਤਰੀ ਬਣਾਵਾਂਗੇ। ਆਹ ਇਮਾਨਦਾਰ ਡਾਕਟਰ ਹੈ, ਇਹਨੇ ਕੋਲੋਂ ਅੱਧੀ ਤਨਖਾਹ ਲਾ ਕੇ ਡਿਸਪੈਂਸਰੀਆਂ 'ਚ ਕੰਮ ਕੀਤਾ, ਇਹਨੂੰ ਅਸੀਂ ਜਿਹੜਾ ਹੈਲਥ ਮਿਨਿਸਟਰ ਬਣਾਵਾਂਗੇ। ਉਸ ਪਾਸੇ ਤੇ ਕੋਈ ਆ ਹੀ ਨਹੀਂ ਰਿਹਾ। ਮਤਲਬ ਸਿਰਫ ਆਪਣੀ ਜਿਹੜੀ ਈਗੋ ਕਰ ਲਈ, ਜਿਹੜੀ ਸੈਟੀਸਫਾਈ ਕਰਨ ਲਈ, ਤੇ ਇਹ ਆਪਣਾ ਜਿਹੜਾ ਲੋਕਾਂ ਨੂੰ ਛਲਾਵਾ ਦੇਣ ਲਈ ਕਿ ਮੈਂ ਸਰਕਾਰ ਬਣਾਉਣੀ ਹੈ, ਵੀ ਕਿਸੇ ਤਰੀਕੇ ਮੈਂ ਮੁੱਖ ਮੰਤਰੀ ਬਣਨਾ। ਤੇ ਉਸ ਚੀਜ਼ਾਂ ਲਈ ਜੇ ਉਹ ਨਹੀਂ ਬਣਦੇ ਤੇ ਫਿਰ ਮਤਲਬ ਅੱਜ ਚੰਨੀ ਜਿੰਨੇ ਮਰਜ਼ੀ ਕੰਮ ਕਰ ਲਏ ਤੇ ਮੇਰਾ ਖਿਆਲ ਉਹ ਸਵਾਹ ਪਾਉਣਗੇ। ਕਿਸੇ ਨੇ ਕਹਾਵਤ ਇਹਨਾਂ ਦੇ ਉੱਤੇ ਇੱਕ ਬੜੀ ਵਧੀਆ ਲਿਖੀ ਹੈ ਕਿ ਇਹ ਬੜੀ ਮਤਲਬ ਆ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈ ਸੀ, ਲੋਕਾਂ ਪੜ੍ਹੀ ਹੋਊਗੀ ਸਾਰਿਆਂ ਨੇ, ਤੇ ਮੈਂ ਬੋਲ ਕੇ ਸੁਣਾ ਦਿੰਦਾ ਕਿ ਇੱਕ ਜਵਾਕ ਜਿਹੜਾ ਉਹ ਜਿੱਦ ਕਰ ਲੈਂਦਾ ਵੀ ਮੈਂ ਕਿਰਲੀ ਖਾਊਂਗਾ। ਉਹਨੂੰ ਬੜਾ ਸਮਝਾਇਆ ਵੀ ਇਹ 'ਚ ਜ਼ਹਿਰ ਹੁੰਦਾ, ਵੀ ਰਿਸ਼ਤੇਦਾਰ ਵੀ ਸੱਦੇ ਜਾਂਦੇ ਨੇ ਵੀ ਇਹਨੂੰ ਸਮਝਾਓ ਸ਼ਦਾਈ ਨੂੰ ਵੀ ਇਹ ਮਰ ਜੂਗਾ, ਇਹਨੂੰ ਨਾ ਜਿਹੜਾ ਉਹ ਕਿਰਲੀ ਖਾਧੀ ਜਾਵੇ। ਤੇ ਉਹ ਅਖੀਰ ਉਹ ਨਹੀਂ ਮੰਨਦਾ, ਤੇ ਇੱਕ ਮਹਾਨ ਜਿਹੜਾ ਪੰਡਤ ਉਹ ਬੁਲਾ ਲਿਆ ਜਾਂਦਾ ਵੀ ਜਿਹੜਾ ਬੱਚੇ ਦੀ ਜਿੱਦ ਤੜਵਾ ਦਿੰਦਾ ਹੈ ਵੀ ਯਾਰ ਇਹਨੂੰ ਮਨਾ ਲੈਂਦੇ ਆ ਵੀ ਕਿਸੇ ਤਰੀਕੇ ਇਹ ਜਿਹੜਾ ਕਿਰਲੀ ਨਾ ਖਾਵੇ। ਉਹ ਪੰਡਤ ਵੀ ਉਹਨੂੰ ਬੜਾ ਜਿਹੜਾ ਉਹ ਸਮਝਾਉਂਦਾ, ਉਹ ਨਹੀਂ ਮੰਨਦਾ। ਫਿਰ ਪੰਡਤ ਕਹਿੰਦਾ ਵੀ ਲਿਆਓ ਵੀ ਕਿਰਲੀ ਲਿਆਂਦੀ ਜਾਂਦੀ ਹੈ। ਉਹ ਪਲੇਟ 'ਚ ਪਾ ਕੇ ਜਦੋਂ ਦਿੰਦਾ ਨਾ ਉਹਨੂੰ ਕਹਿੰਦਾ ਨਹੀਂ ਜੀ ਮੈਂ ਤਾਂ ਤਲ ਕੇ ਖਾਣੀ ਹੈ। ਉਹ ਖੀਰ ਕਹਿੰਦੇ ਵੀ ਚਲੋ ਵੀ ਇਹ ਤਲ ਕੇ ਲੈ ਆਉਂਦੇ ਆ ਤੇ ਕਿਰਲੀ। ਫਿਰ ਉਹ ਕਹਿੰਦਾ ਜੀ ਮੈਂ ਅੱਧੀ ਖਾਊਂਗਾ, ਅੱਧੀ ਕਰਕੇ ਲਿਆਂਦੀ। ਤੇ ਉਹ ਪਹਿਲਾਂ ਕਹਿੰਦਾ ਵੀ ਪਹਿਲਾਂ ਪੰਡਤ ਖਾਵੇ, ਠੀਕ ਹੈ ਜੀ। ਉਹ ਪੰਡਤ ਵਿਚਾਰਾ ਔਖਾ ਸੌਖਾ ਅੱਧੀ ਕਿਰਲੀ ਜਿਹੜੀ ਉਹ ਖਾ ਜਾਂਦਾ, ਵੀ ਟਿੰਡ 'ਚ ਕਰਨਾ ਹੀ ਪਾਉਣਾ ਨਾ। ਉਹ ਅੱਧੀ ਕਿਰਲੀ ਖਾ ਜਾਂਦਾ ਤੇ ਉਹ ਜਵਾਕ ਅੱਗੇ ਰੱਖੀ ਜਾਂਦੀ ਵੀ ਲੈ ਭਾਈ ਅੱਧੀ ਕਿਰਲੀ ਹੁਣ ਬਚ ਗਈ ਆ, ਤੂੰ ਖਾ ਲਾ। ਆਂਦਾ ਨਾ ਜਿਹੜੀ ਮੈਂ ਖਾਣੀ ਸੀ ਉਹ ਤੇ ਪੰਡਤ ਖਾ ਗਿਆ। ਮਤਲਬ ਲੋਕਾਂ ਥੱਲੇ ਲਿਖਿਆ ਵੀ ਇਹਦਾ ਨਵਜੋਤ ਸਿੰਘ ਸਿੱਧੂ ਨਾਲ ਕੋਈ ਸੰਬੰਧ ਨਹੀਂ, ਵੀ ਕਿਸੇ ਤਰੀਕੇ ਸੈਟੀਸਫਾਈ ਹੋਣਾ ਹੀ ਨਹੀਂ। ਮਤਲਬ ਕੀ ਤੁਸੀਂ ਚਾਹੁੰਦੇ ਕੀ ਹੋ ਯਾਰ? ਮੈਂ ਤੁਹਾਨੂੰ ਸਾਰਿਆਂ ਨੂੰ ਕਹਿੰਦਾ ਰਲ ਮਿਲ ਕੇ, ਚਾਹੇ ਤੁਸੀਂ ਅਕਾਲੀ ਹੋ, ਚਾਹੇ ਤੁਸੀਂ ਕਾਂਗਰਸੀ ਹੋ, ਚਾਹੇ ਤੁਸੀਂ ਮਤਲਬ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੋ, ਯਾਰ ਬਥੇਰਾ ਲੁੱਟਿਆ ਗਿਆ ਪੰਜਾਬ। ਇਹਦੇ ਉੱਤੇ ਕੋਈ ਸੁਹਿਰਦ ਹੋ ਜਾਓ। ਆਪੋ ਆਪਣਾ ਚੋਣ ਮੈਨੀਫੈਸਟੋ ਜਦੋਂ ਲੈ ਕੇ ਆਉਂਦੇ ਹੋ ਨਾ, ਉਹਦੇ ਨਾਲ ਇੱਕ ਰੋਡ ਮੈਪ ਲੈ ਕੇ ਆਓ, ਵੀ ਉਹਦੇ ਉੱਤੇ ਦੱਸੋ ਵੀ ਅਸੀਂ ਆਹ ਕਰਾਂਗੇ। ਇੱਥੇ ਕਈ ਪਾਰਟੀਆਂ ਨੇ ਡਰਾਮਾ ਫੜ ਲਿਆ, ਅਸੀਂ ਐਫੀਡੇਵਿਟ ਦੇਵਾਂਗੇ ਨਾਲ ਕਿ ਇਹੋ ਜਿਹੇ ਵਾਅਦੇ ਪੂਰੇ ਨਾ ਕੀਤੇ। ਜਿੰਨੀ ਦੇਰ ਥੱਲੀ ਸਾਹਿਬ ਉਹ ਐਫੀਡੇਵਿਟ ਚੋਣ ਕਮਿਸ਼ਨ ਅਸੈਪਟ ਨਹੀਂ ਕਰਦਾ, ਸਾਡੇ ਦੇਸ਼ 'ਚ ਕਾਨੂੰਨ ਨਹੀਂ ਬਣਦਾ, ਉਹ ਐਫੀਡੇਵਿਟ ਕੋ ਮੰਨਣਯੋਗ ਹੈ? ਮਤਲਬ ਮੰਨਣਯੋਗ ਨਹੀਂ। ਤੁਸੀਂ ਲੋਕਾਂ ਨੂੰ ਭਰਮਾਉਂਦੇ ਕਿਉਂ? ਤੁਸੀਂ ਇਹ ਰੋਡ ਮੈਪ ਤੇ ਲੈ ਕੇ। ਤੇ ਕਰਪਸ਼ਨ ਦੀ ਮੈਂ ਤੁਹਾਨੂੰ ਹੱਦ ਦੱਸਾਂ ਵੀ ਕਿੱਥੋਂ ਤੱਕ ਚੱਲੀ। ਅੱਜ ਨਾ ਮੈਂ ਸਵੇਰੇ ਮੇਰੇ ਨਾਲ ਬੰਦੇ ਬੈਠੇ ਉਹ ਰਿਲੇਟਡ ਸੀਗੇ ਆ ਫਿਲਮ ਸਿਟੀ ਦੇ ਨਾਲ। ਮੈਨੂੰ ਉਹਨਾਂ ਦੱਸਿਆ ਆਂਦਾ 13 ਦੇ ਵਿੱਚ ਇੱਕ ਫਿਲਮ ਆਈ ਸੀ, ਮਾਮਲਾ ਗੜਬੜ ਹੈ, ਠੀਕ ਹੈ ਜੀ। ਉਹਦੇ ਵਿੱਚ ਐਕਟਰ ਹੁੰਦੇ ਨੇ ਰੋਸ਼ਨ ਪ੍ਰਿੰਸ, ਤੇ ਉਹ PTC ਚੈਨਲ ਵੱਲੋਂ ਬਣਾਈ ਜਾਂਦੀ ਹੈ। ਤੇ ਉਹਦੇ ਮੁਕਾਬਲੇ ਤੇ ਇੱਕ ਫਿਲਮ ਉਦੋਂ ਹੋਰ ਆਈ ਸੀ, ਕੋਈ ਕੈਰੀ ਔਨ ਜੱਟਾ ਕਿ ਕਿਹੜੀ ਆਈ ਸੀ, ਤੇ ਜੱਟ ਐਂਡ ਜੂਲੀਅਟ, ਉਹ ਬਹੁਤ ਜ਼ਿਆਦਾ ਚੱਲਦੀ ਹੈ। ਤੇ ਇਹ ਸੁਖਬੀਰ ਬਾਦਲ ਜੀ ਕਿਸੇ ਨੂੰ ਸਾਦੇ ਨੇ ਵੀ ਯਾਰ ਤੇਰੀ ਫਿਲਮ ਬੜੀ ਚੱਲਣ ਢਈ ਹੈ ਤੇ ਆ ਸਾਡੀ ਵੀ ਤੂੰ ਰਿਲੀਜ਼ ਕੀਤੀ ਹੈ ਤੇ ਇਹ ਕਿਉਂ ਨਹੀਂ ਚੱਲ ਰਹੀ?
ਉਹ ਆਂਦਾ ਜੀ ਇਹ ਤਾਂ ਲੋਕਾਂ ਦਾ ਟੇਸਟ ਹੈ ਨਾ, ਉਹ ਕੀ ਪਸੰਦ ਕਰਦੇ ਨੇ। ਤੇ ਉਹ ਪੀਟੀਸੀ ਵੱਲੋਂ ਬਣੀ ਸੀ ਤੇ ਤੁਸੀਂ ਪੀਟੀਸੀ ਸਮਝ ਸਕਦੇ ਹੋ ਕਿਸੇ ਦਾ। ਮੈਂ ਤੁਹਾਨੂੰ ਪੈਸਾ ਕਿਸ ਤਰ੍ਹਾਂ ਲੁੱਟਿਆ ਜਾਂਦਾ ਉਦੋਂ ਤੁਹਾਨੂੰ ਚੇਤਾ ਹੋਊਗਾ, ਤੁਸੀਂ ਪੁਰਾਣੀਆਂ ਖਬਰਾਂ ਤੁਸੀਂ ਨਿਕਲ ਆਉਣੀਆਂ ਨੇ 2013 ਦੇ ਵਿੱਚ ਸਾਰੇ ਸਕੂਲਾਂ 'ਚ ਆਰਡਰ ਹੋ ਗਏ ਕਿ ਬੱਚਿਆਂ ਨੂੰ ਇਹ ਫਿਲਮ ਵਿਖਾਈ ਜਾਵੇ ਜਾ ਕੇ। ਤੇ ਫਿਰ ਫਿਰੋਜ਼ਪੁਰ ਦੇ ਵਿੱਚ ਫਿਲਮ ਵਿਖਾਈ ਗਈ ਤੇ ਬੜਾ ਰੌਲਾ ਪਾਇਆ। ਤੇ ਉਸ ਤੋਂ ਬਾਅਦ ਮਤਲਬ ਇਸ ਤਰੀਕੇ ਤੁਸੀਂ ਕਿੱਥੋਂ ਤੱਕ ਸੋਚਦੇ ਹੋ ਯਾਰ, ਕੀ ਕਰਦੇ ਹੋ, ਕਿੱਥੋਂ ਤੱਕ ਤੁਸੀਂ ਪਹੁੰਚਦੇ ਹੋ ਯਾਰ। ਪੈਸਾ ਕਿੱਦਾਂ ਬਣਾਉਣਾ? ਜੇ ਬੱਸਾਂ ਦਾ ਕਾਰੋਬਾਰ ਹੈ ਤਾਂ ਤੁਸੀਂ ਪਾ ਲਿਆ, ਹੋਟਲਾਂ ਦਾ ਕਾਰੋਬਾਰ ਹੈ ਤਾਂ ਤੁਸੀਂ ਪਾ ਲਿਆ, ਸ਼ਰਾਬ ਦੇ ਠੇਕੇ ਨੇ ਤੇ ਤੁਸੀਂ ਸਾਰੇ ਰਲ ਕੇ ਚਲਾ ਲਏ। ਤੇ ਪੰਜਾਬ ਦੀ ਜਨਤਾ ਕਰੇ ਕੀ ਫਿਰ? ਸਾਡਾ ਤੇ ਇੱਕ ਕੰਮ ਕਰੋ, ਮੈਂ ਤੁਹਾਨੂੰ ਕਹਿੰਦਾ ਭਰਾਵਾ, ਸਾਡੇ ਉੱਤੇ ਰਹਿਮ ਕਰੋ ਤੁਸੀਂ ਸਾਰੇ ਜਿੰਨੇ ਪਾਰਟੀਆਂ ਵਾਲੇ ਹੋ। ਜੋ ਪੰਜਾਬ ਦਾ ਕਾਰੋਬਾਰ ਹੈ, ਚਾਹੇ ਉਹ ਰੇਤਾ ਹੈ, ਚਾਹੇ ਉਹ ਸ਼ਰਾਬ ਹੈ, ਚਾਹੇ ਉਹ ਟਰਾਂਸਪੋਰਟ ਹੈ, ਸਾਰਾ ਤੁਹਾਨੂੰ ਲੀਡਰਾਂ ਨੂੰ ਦਿੱਤਾ। ਤੁਸੀਂ ਸਾਡੇ ਪੰਜਾਬੀਆਂ ਦੀ ਕੈਲਕੂਲੇਸ਼ਨ ਕਰ ਲਓ ਕਿੰਨੀ ਹੈ, 2.25 ਕਰੋੜ। ਤੇ ਸਾਡੇ ਨਾਲ ਮਹੀਨਾ ਦੱਸ ਦਿਓ ਵੀ ਭਰਾਵਾ ਆਹ ਸਾਨੂੰ ਆਉਂਦਾ ਤੇ ਆਹ ਤੁਹਾਡੇ ਘਰ ਦਿੱਤਾ, ਤੇ ਸਾਡੇ ਕਿਸੇ ਕਾਰੋਬਾਰ ਤੇ ਅੱਖ ਨਾ ਰੱਖੋ, ਇਹ ਅਸੀਂ ਚਲਾਉਣੇ ਨੇ। ਕੋਈ ਰੋਟੀ ਤੇ ਦਿਓ ਨਾ ਲੋਕਾਂ ਨੂੰ ਯਾਰ, ਤੁਸੀਂ ਮਤਲਬ ਕਿਸੇ ਪਾਸੇ ਨਹੀਂ ਆਉਂਦੇ। ਸਾਨੂੰ ਤੁਸੀਂ ਮੰਗਤੇ ਪ੍ਰੋਪਰ ਬਣਾ ਦਿਓ ਨਾ, ਕੋਈ ਆਟਾ ਦਿੰਦਾ, ਕੋਈ ਦਾਲ ਦਿੰਦਾ, ਕੋਈ ਬੱਤੀ ਦਿੰਦਾ, ਸਾਨੂੰ ਪ੍ਰੋਪਰ ਪੂਰੀ ਤਰ੍ਹਾਂ ਮਤਲਬ 100% ਮੰਗਤੇ ਬਣਾ ਦਿਓ ਵੀ ਸਾਰਾ ਕਾਰੋਬਾਰ ਤੁਸੀਂ ਕਰੋ, ਸਾਰੇ ਕੰਮ ਤੁਸੀਂ ਕਰੋ, ਸਾਨੂੰ ਰੋਟੀ ਦੇ ਦਿਆ ਕਰੋ, ਬੱਤੀ ਦੇ ਦਿਆ ਕਰੋ, ਤੇ ਜੋ ਮਰਜ਼ੀ ਲੁੱਟੀ ਜਾਓ ਤੇ ਸਾਡੇ ਕੋਲ ਕਰਿੰਦਿਆਂ ਵਾਂਗੂ ਕੰਮ ਲਈ ਜਾਓ। ਆਹ ਪੰਜਾਬ ਦੇ ਹਾਲਾਤ ਬਣ ਜਾ ਰਹੇ ਨੇ। ਕਿੱਥੇ ਮੈਨੂੰ ਕੋਈ ਸੁਹਿਰਦ ਬੰਦਾ ਲੱਭਦਾ ਨਹੀਂ ਮੈਨੂੰ। ਮੈਂ ਫਿਰ ਤੁਹਾਨੂੰ ਕਹਿੰਦਾ, ਤੁਹਾਡੇ ਕੁਐਸਚਨ ਦਾ ਸ਼ਾਇਦ ਤੁਹਾਨੂੰ ਜਵਾਬ ਨਹੀਂ ਮਿਲਿਆ। ਕੋਈ ਬੰਦਾ ਚੋਣ ਮੈਨੀਫੈਸਟੋ ਦੇ ਨਾਲ ਰੋਡ ਮੈਪ ਲੈ ਆਵੇ, ਉਹਦੇ ਉੱਤੇ ਪਲਾਨ ਕਰ ਦੇਵੇ ਕਿ ਯਾਰ ਮੈਂ ਆ ਇਸ ਤਰੀਕੇ ਪੰਜਾਬ ਦੇ, ਭਾਵੇਂ ਉਹਨਾਂ 1000 ਕਿਹਾ, ਮੈਂ ਕੇਜਰੀਵਾਲ ਨੂੰ ਕਹਿੰਦਾ ਕਿ ਚਲੋ ਤੁਹਾਡੀ ਨੀਤ ਤੇ ਕੋਈ ਸ਼ੱਕ ਨਹੀਂ, ਤੁਸੀਂ ਗਰੰਟੀ ਕਰਦੇ ਹੋ ਨਾ ਹਰ ਚੀਜ਼ ਦੀ, ਤੁਹਾਡੀ ਗਰੰਟੀ ਮੰਨ ਲੈਂਦੇ, ਪਰ ਸਾਨੂੰ ਸੋਰਸ ਤੇ ਦੱਸ ਦਿਓ ਨਾ ਯਾਰ। ਅਸੀਂ ਕਹਿੰਦੇ ਆ ਵੀ ਤੁਸੀਂ ਉਹਦੇ ਵਿੱਚ ਇੰਨ ਦਾ ਬਿੰਨ ਨਹੀਂ ਕਰੋਗੇ ਵੀ ਆਹ ਇੰਨਾ ਪੈਸਾ ਇੱਧਰ ਆਉਣਾ ਤੇ ਇੱਧਰ ਹੀ ਲੱਗੂਗਾ। ਸਾਨੂੰ ਦੱਸੋ ਤੇ ਸਹੀ ਕਿਹੜੇ ਪਾਸੇ ਜਾਈਏ। ਕੋਈ ਹੱਲ ਨਜ਼ਰ ਨਹੀਂ ਆਉਂਦਾ ਭਾਜੀ। ਉਹ ਕਹਿੰਦੇ ਸਾਨੂੰ ਕੁਝ ਗੁਪਤਤਾ ਰੱਖਣ ਦਿਓ, ਵੀ ਜੇ ਸਾਰਾ ਕੁਝ ਹੀ ਦੱਸਤਾ ਫਿਰ ਤੇ ਦੂਜੀਆਂ ਪਾਰਟੀਆਂ ਵੀ ਸੇਮ ਹੀ ਕਹਿਣ ਲੱਗ ਜਾਣਗੀਆਂ, ਹੋਣਾ ਉਹਨਾਂ ਤੇ ਹੈ ਨਹੀਂ, ਪਰ ਅਸੀਂ ਕਰਕੇ ਦਿਖਾਵਾਂਗੇ। ਫਿਰ ਮੈਂ ਕਹਿ ਰਿਹਾ ਕਿ ਫਿਰ ਯਕੀਨ ਕਿੱਦਾਂ ਕੀਤਾ ਜਾਵੇ ਭਾਜੀ? ਮੈਨੂੰ ਤੁਸੀਂ ਇਹ ਦੱਸ ਦਿਓ ਵੀ ਗੁਪਤ ਰੱਖਣ ਦਾ ਐਡੀ ਦਿੱਲੀ 'ਚ ਉਹ ਕਹਿੰਦੇ ਦਿੱਲੀ 'ਚ ਦੇਖ ਕੇ ਕਰ ਲਓ। ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ। ਦਿੱਲੀ ਦੇ ਨਾਲ ਤੁਸੀਂ ਪੰਜਾਬ ਨੂੰ ਮਿਲ ਰਹੇ ਹੋ ਭਾਜੀ। ਦਿੱਲੀ ਦੇ ਵਿੱਚ ਐਡੀਆਂ ਵੱਡੀਆਂ ਇੰਡਸਟਰੀਜ਼, ਇੰਨਾ ਇੰਡਸਟਰੀ ਹੈ, ਇੰਨਾ ਰੈਵਨਿਊ ਆਉਂਦਾ ਹੈ, ਮਤਲਬ ਦੁਨੀਆ ਭਰ ਦੇ ਜਿਹੜੇ ਦਫ਼ਤਰ ਨੇ, ਚਾਹੇ ਉਹ TV ਦੇ ਨੇ, ਕਾਰਾਂ ਦੇ ਨੇ, ਉਹ ਦਿੱਲੀ 'ਚ ਸਥਿਤ ਨੇ। ਦਿੱਲੀ ਨੂੰ ਟੈਕਸ ਆਉਂਦਾ ਸਾਨੂੰ। ਤੁਸੀਂ ਮੈਂ ਕਹਿੰਦਾ ਉਹੀ ਦੱਸ ਦਿਓ, ਇਹ ਕਿਹੜਾ ਤਰੀਕਾ ਹੈ ਕਿ ਸਾਨੂੰ ਕੋਈ ਗੁਪਤ ਰੱਖ ਲੈਣ ਦਿਓ, ਕੋਈ ਆਪਾਂ ਫੀਮ ਇੱਧਰ ਉੱਧਰ ਕਰਨੀ ਹੈ, ਕੋਈ ਮਤਲਬ ਆਪਾਂ ਕੋਈ ਨਸ਼ੀਲਾ ਪਦਾਰਥ ਇੱਧਰ ਉੱਧਰ ਕਰਨਾ। ਇਹ 'ਚ ਗੁਪਤ ਰੱਖਣ ਵਾਲੀਆਂ ਕਿਹੜੀਆਂ ਗੱਲਾਂ ਨੇ? ਤੁਸੀਂ ਸਾਫ਼ ਸੁਥਰੇ ਜੇ ਬੰਦੇ ਹੋ ਤੇ ਤੁਸੀਂ ਕਹੋ ਕਿ ਇਹ ਤੁਹਾਨੂੰ ਝੂਠ ਮਾਰ ਰਹੇ ਯਾਰ। ਮੈਂ ਅੱਗੇ ਵੀ ਕਿਹਾ ਸੀ ਕੇਜਰੀਵਾਲ ਜੀ, ਤੁਸੀਂ ਇਹ ਕਹੋ ਕਿ ਮੈਂ ਤੁਹਾਨੂੰ ਅੱਧੀ ਰੋਟੀ ਦਊਂਗਾ, ਮੈਂ ਤੁਹਾਨੂੰ ਪੂਰੀ ਰੋਟੀ ਨਹੀਂ ਦੇ ਸਕਦਾ। ਤੇ ਅਸੀਂ ਉਹ ਲੋਕ ਆ ਜਿਹੜੇ ਅੱਧੀ ਰੋਟੀ ਨਾਲ ਵੀ ਕਵਾਂਗੇ, ਇੱਜ਼ਤ ਦੀ ਰੋਟੀ ਲਵਾਂਗੇ ਤੇ ਗੁਜ਼ਾਰਾ ਕਰਾਂਗੇ। ਕੇਜਰੀਵਾਲ ਸਾਹਿਬ ਅੱਧੀ ਦੇ ਦਿਓ, ਸਾਡੇ ਤੱਕ ਪਹੁੰਚਾ ਦਿਓ। ਸਾਡਾ ਲੋਕਾਂ ਦਾ ਟੈਕਸ ਸਾਡੇ ਉੱਤੇ ਲੱਗੇ, ਸਾਨੂੰ ਭੀਖ ਨਹੀਂ ਚਾਹੀਦੀ। ਅੱਜ ਕਿੱਥੋਂ ਭਾਜੀ ਹਜ਼ਾਰ ਰੁਪਈਆ ਤੁਸੀਂ ਆ ਸੜਕਾਂ ਨਾਲੀਆਂ, ਸਾਡਾ ਸਮਾਜ ਕਿੱਧਰ ਜਾ ਰਿਹਾ? ਇੱਥੇ ਤੁਸੀਂ ਗਲੀ ਦੇ ਵਿੱਚ ਮੇਰਾ ਖਿਆਲ ਇੱਕ ਕਾਉਂਸਲਰ ਤੁਹਾਡੀ ਸੜਕ ਬਣਾ ਦਿੰਦਾ ਨਾ ਤੇ ਸਾਰੀ ਉਮਰ ਤੁਹਾਡੇ ਉੱਤੇ ਸਾਨ ਕਰਦਾ, ਤੇਰੀ ਮੈਂ ਲਾਈਟ ਲਵਾਤੀ, ਤੇਰੀ ਮੈਂ ਆ ਗਲੀ ਬਣਾਤੀ, ਇੱਕ MLA ਇਸ ਤਰ੍ਹਾਂ ਕਰਦਾ, ਮਤਲਬ ਕੋਲੋਂ ਬਣਾਤੀ ਯਾਰ ਤੂੰ। ਅਸੀਂ ਲੋਕਾਂ ਨੇ ਟੈਕਸ ਦਿੱਤਾ, ਉਹਦੇ ਵਿੱਚੋਂ 40% ਤੁਸੀਂ ਕਮਿਸ਼ਨਾਂ ਖਾ ਜਾਂਦੇ ਹੋ ਅਫਸਰ, ਤੇ ਤੁਸੀਂ ਸਾਡੀਆਂ ਜੁੱਤੀਆਂ ਸਾਡੇ ਸਿਰ ਮਾਰ ਕੇ ਤੇ ਤੁਸੀਂ ਇਹਨੂੰ ਸਾਨ ਕਰਦੇ ਹੋ। ਲੋਕਾਂ ਨੇ ਕਦੋਂ ਜਾਗਰੂਕ ਹੋਣਾ? ਮੈਂ ਤਾਂ ਕੇਜਰੀਵਾਲ ਨੂੰ ਇਨਕਮ ਟੈਕਸ ਅਫਸਰ ਜਿਹੜੇ ਹੋ ਰਹੇ ਨੇ ਉਹਨਾਂ ਨੂੰ ਤੇ ਪੱਕਾ ਇਹਦੀ ਬੈਲੈਂਸ ਸ਼ੀਟ, ਇਹਦਾ ਜੋ ਮਤਲਬ ਕੇਸ ਤਿਆਰ ਹੋਣਾ ਹੈ ਕਿ ਆਹ ਪੈਸਾ ਇੱਥੋਂ ਆ ਸਕਦਾ, ਆਹ ਪੈਸਾ ਇੱਥੇ ਖਰਚ ਕੀਤਾ ਜਾ ਸਕਦਾ, ਇੰਨਾ ਪੈਸਾ ਆਇਆ, ਇਹਦਾ ਵਿਆਜ ਦਿੱਤਾ ਜਾ ਸਕਦਾ। 1500 ਤੋਂ 2000 ਕਰੋੜ ਰੁਪਈਆ ਥੱਲੀ ਸਾਹਿਬ ਅਸੀਂ ਵਿਆਜ ਦਿੰਦੇ, ਮਤਲਬ 2,82,000 ਕਰੋੜ ਦੇ ਕਰਜ਼ੇ ਦੇ ਉੱਤੇ ਇੰਨਾ ਵਿਆਜ। ਮੈਂ ਕੱਲ੍ਹ ਕਿਸੇ ਸੀਏ ਨੂੰ ਪੁੱਛਦਾ ਸੀ, ਕਹਿੰਦਾ 1500 ਤੋਂ 2000 ਕਰੋੜ ਮਹੀਨਾ ਬਣਦਾ। ਤਰੀਕਾ ਤੇ ਦੱਸੋ ਨਾ, ਕੀ ਚੀਜ਼ ਤੁਸੀਂ ਗੁਪਤ ਰੱਖਣਾ ਚਾਹੁੰਦੇ ਹੋ? ਇੰਨਾ ਕਰਜ਼ਾ ਪੰਜਾਬ ਦਾ ਲੱਥ ਸਕਦਾ? ਕਰਜ਼ਾ ਨਹੀਂ, ਉਹਦੀ ਕਿਸ਼ਤ ਜਾ ਸਕਦੀ ਹੈ। ਤੁਸੀਂ ਗੁਪਤ ਕਿਉਂ ਰੱਖਣਾ ਚਾਹੁੰਦੇ? ਇੰਨਾ ਗੁਪਤ ਰੱਖ ਕੇ ਤੇ ਸਾਨੂੰ ਮਾਰ ਦਿੱਤਾ, ਤੇ ਫਿਰ ਅਸੀਂ ਉਹਨਾਂ ਗੱਲਾਂ ਦੇ ਵਿੱਚ ਆਈਏ। ਤੇ ਜਿਵੇਂ ਹੁਣ ਦੌਰ ਆਇਆ, ਮੈਨੂੰ ਲੱਗਦਾ ਨੌਜਵਾਨ ਜਿਹੜੇ ਹੈਗੇ ਉਹ ਵਕਾਲਤ ਕਰਨੀ ਛੱਡ ਦੇਣਗੇ, ਜਾਂ ਜੱਜ ਵੀ, ਕਿਉਂਕਿ ਕਿਸੇ ਦੇ ਉੱਤੇ ਕੋਈ ਕੇਸ ਹੁੰਦਾ ਹੈ ਤਾਂ ਪਾਰਟੀ ਉਹਨੂੰ ਕਹਿ ਦਿੰਦੀ ਆ ਵੀ ਜਾਂ ਤਾਂ ਤੇਰਾ ਕੇਸ ਰਫਾ ਦਫਾ ਕਰ ਦਾਂਗੇ, ਜਾਂ ਤੂੰ ਸਾਡੀ ਪਾਰਟੀ 'ਚ ਆ, ਜੇ ਚਲ ਜਾ। ਤੁਸੀਂ ਦੇਖੋ, ਮੈਂ ਉਹ ਛੋਟਾ ਵੀਰ ਹੈ ਜੇ ਉਹਨੇ ਸਿਆਸਤ ਜੁਆਇਨ ਕੀਤੀ ਹੈ। ਤੁਸੀਂ ਪਿੱਛੇ ਜੇ ਉਹਦੇ ਉੱਤੇ ਇੱਕ ਕੇਸ ਹੋਇਆ ਸੀਗਾ। ਪਹਿਲੀ ਗੱਲ ਤੇ ਸਿੱਧੂ ਸਾਹਿਬ ਵੀ ਵੇਖੋ, ਇਹ ਸਾਡੇ ਸਮਾਜ ਲਈ ਬਾਹਰ ਕਿਤੇ ਤੁਸੀਂ ਮਤਲਬ ਗਲਤ ਕੰਮ ਕਰਦੇ ਹੋ, ਆਪਾਂ ਰੀਸਾਂ ਤਾਂ ਕਰਦੇ ਹਾਂ ਕੈਨੇਡਾ ਅਮਰੀਕਾ ਦੀਆਂ। ਕੇਸ ਬੜੀ ਦੁਨੀਆ ਤੇ ਹੋ ਜਾਂਦੇ ਨੇ, ਜਿੰਨਾ ਚਿਰ ਉਹਨੂੰ ਸਜ਼ਾ ਨਹੀਂ ਹੁੰਦੀ। ਮੈਂ ਸਿੱਧੂ ਸਾਹਿਬ ਦੀ ਗੱਲ ਨਾਲ ਸਹਿਮਤ ਹਾਂ, ਉਹਨੂੰ ਮੈਂ ਦੋਸ਼ੀ ਨਹੀਂ ਗਿਣਦਾ। ਪਰ ਜੇ ਕਿਸੇ ਬੰਦੇ ਦੇ ਉੱਤੇ ਮੁਕੱਦਮਾ ਦਰਜ ਹੈ ਤੇ ਉਹ ਮੁੱਖ ਮੰਤਰੀ ਦੇ ਕੋਲ ਬੈਠਾ, ਮਤਲਬ ਇਹ ਸਾਡੇ ਮਤਲਬ ਦੇਸ਼ ਦੀ ਡੈਮੋਕ੍ਰੇਸੀ ਤੁਸੀਂ ਇਹਨੂੰ ਗਿਣਦੇ ਹੋ ਵੀ ਜਾਂ ਤੈਨੂੰ ਕਲੀਨ ਚਿੱਟ ਦਿੱਤੀ ਹੋਵੇ ਪੁਲਿਸ ਨੇ। ਔਰ ਇੱਥੇ ਮੈਂ ਅੱਗੇ ਕਿੰਨਾ ਤਗੜੇ ਦਾ 2700 ਦਾ ਉਸ ਬੰਦੇ ਮਗਰ ਦੁਨੀਆ, ਉਹਨੂੰ ਯੂਥ ਫੋਲੋ ਕਰਦਾ। ਮੈਨੂੰ ਫਿਰ ਕਹਿੰਦਾ ਕਿ ਉਹ ਗੁੰਮਰਾਹ ਨਾ ਹੋਵੇ ਤੇ ਨਾ ਲੋਕਾਂ ਨੂੰ ਕਰੇ। ਜੇ ਸਿਆਸਤ 'ਚ ਵੀ ਆਇਆ ਤੇ ਚੰਗੀ ਸਿਆਸਤ ਕਰੇ। ਪਿੱਛੇ ਜੇ ਉਹਦੇ ਉੱਤੇ ਇੱਕ ਪਰਚਾ ਦਰਜ ਹੁੰਦਾ ਹੈ ਕਿ ਉਹ ਆਰਮ ਐਕਟ ਦਾ, ਕਿ ਉਹ ਸ਼ੂਟਿੰਗ ਕਰ ਰਿਹਾ ਰਾਈਫਲ ਦੇ ਨਾਲ, AK-47 ਦੇ ਨਾਲ। ਮਾੜਾ ਬੰਦਾ
ਕਿਤੇ ਖਿਡੌਣੇ ਨਾਲ ਕਿਸੇ ਨੂੰ ਡਰਾ ਦੇਵੇ ਨਾ, ਖਿਡੌਣਾ ਪਿਸਤੌਲ ਨਾਲ, ਤੇ ਉਹਦਾ ਪਿਸਤੌਲ ਅਸਲੀ ਕਰ ਦਿੰਦੀ ਹੈ ਪੁਲਿਸ। ਇੱਥੇ ਮਤਲਬ ਤਗੜੇ ਦਾ 37-20 ਹੈ, ਉਹ ਸ਼ਰੇਆਮ ਮਤਲਬ ਗੋਲੀ ਚਲਾ ਰਿਹਾ ਤੇ ਪੁਲਿਸ ਆਪਣੀ ਰਿਪੋਰਟ 'ਚ ਲਿਖਦੀ ਆ ਵੀ ਉਹ ਜਿਹੜਾ ਹਥਿਆਰ ਹੈ ਉਹ ਪਲਾਸਟਿਕ ਦਾ ਕਿ ਖਿਡੌਣਾ ਸੀਗਾ। ਮਤਲਬ ਇਸ ਤਰੀਕੇ ਲੋਕਾਂ ਨੂੰ ਵੋਟਾਂ ਨਾਲ ਦੇਖਿਆ ਜਾਂਦਾ ਵੀ ਕਿਤੇ ਕਿਸੇ ਦੇ ਮਗਰ। ਮੈਂ ਅੱਗੇ ਕਿਹਾ ਕਿ ਜਿਸ ਬੰਦੇ ਕੋਲ ਵੋਟਾਂ ਬਹੁਤ ਜ਼ਿਆਦਾ ਨੇ ਉਹ ਨਜਾਇਜ਼ ਸ਼ਰਾਬ ਵੀ ਵੇਚ ਸਕਦਾ ਇਲਾਕਿਆਂ ਦੇ ਵਿੱਚ, ਉਹ ਸਮੈਕ ਵੀ ਵੇਚ ਸਕਦਾ। ਇਹ ਇਸ ਦੌਰ 'ਚੋਂ ਅਸੀਂ ਕਿੱਦਾਂ ਨਿਕਲਾਂਗੇ, ਇਸ ਸੋਚ ਤੋਂ ਅਸੀਂ ਕਿੱਦਾਂ ਨਿਕਲਾਂਗੇ? ਅੱਜ ਜਿਹੜੀ ਸਮੈਕ ਸ਼ਰਾਬ ਜਿਹੜੀ ਇਲਾਕਿਆਂ 'ਚ ਵਿਕਦੀ ਹੈ, ਤੁਸੀਂ ਕੀ ਸਮਝਦੇ ਲੋਕਲ ਲੀਡਰ ਦੀ ਮਰਜ਼ੀ ਤੋਂ ਬਗੈਰ ਵਿਕਦੀ ਹੈ? ਲੋਕਲ ਲੀਡਰ ਧਾਕੜ ਹੋਵੇ, ਉਹਨੂੰ ਹਿੱਸਾ ਨਾ ਜਾਂਦਾ ਹੋਵੇ ਥੱਲੀ ਸਾਹਿਬ, ਤੁਸੀਂ ਇੱਕ ਪੁੜੀ ਨਹੀਂ ਵੇਚ ਸਕਦੇ। ਮਤਲਬ ਇੱਥੇ ਵੋਟਾਂ ਗਿਣੀਆਂ ਜਾਂਦੀਆਂ, ਇਹਦੇ ਮਗਰ 500 ਵੋਟ ਹੈ, ਇਹਦੇ ਮਗਰ 1000 ਵੋਟ ਹੈ, ਕੋਈ ਗੱਲ ਨਹੀਂ, SHO ਇਹਦਾ ਖਿਆਲ ਰੱਖਣਾ, ਡਿਪਟੀ ਇਹਦਾ ਖਿਆਲ ਰੱਖਣਾ। ਇਸ ਤਰੀਕੇ ਪੰਜਾਬ ਨੂੰ ਜਿਹੜਾ ਡੋਬਿਆ ਗਿਆ। ਔਰ ਅੱਜ ਸਵੇਰੇ ਮੈਂ ਦੇਖਿਆ ਕਿ ਕਿਸੇ ਨੇ ਬੜਾ ਵਧੀਆ ਉਹ ਲਿਖ ਕੇ ਪਾਇਆ ਸੀਗਾ ਕਿ ਲੋਕਾਂ ਨੂੰ ਧਰਮ ਤੇ ਨਸ਼ੇ ਦੇ ਵਿੱਚ ਇਸ ਕਰਕੇ ਉਲਝਾ ਕੇ ਰੱਖਿਆ ਜਾਂਦਾ ਹੈ ਕਿ ਇਹ ਜੇ ਲੋਕ ਇਹ ਨਹੀਂ ਕਰਨਗੇ, ਧਰਮ ਦੇ ਨਸ਼ੇ 'ਚ ਨਹੀਂ ਡੁੱਬਣਗੇ, ਜਾਂ ਜਿਹੜਾ ਨਸ਼ਾ ਸਰੀਰਕ ਨਸ਼ਾ ਇਹ ਨਹੀਂ ਕਰਨਗੇ, ਤੇ ਲੋਕ ਇਹਨਾਂ ਕੋਲ ਰੁਜ਼ਗਾਰ 'ਤੇ ਸਵਾਲ ਕਰਨਗੇ, ਆਪਣੇ ਮਤਲਬ ਮੈਡੀਕਲ 'ਤੇ ਸਵਾਲ ਕਰਨਗੇ, ਸਿਹਤ ਸੇਵਾਵਾਂ 'ਤੇ, ਪੜ੍ਹਾਈਆਂ 'ਤੇ ਸਵਾਲ ਕਰਨਗੇ, ਆਪਣੀਆਂ ਨੌਕਰੀਆਂ 'ਤੇ ਸਵਾਲ ਕਰਨਗੇ, ਆਪਣੇ ਦਿੱਤੇ ਜਿਹੜੇ ਟੈਕਸ ਹੈ ਉਹਦੇ ਉੱਤੇ ਸਵਾਲ ਕਰਨਗੇ। ਲੋਕਾਂ ਨੂੰ ਬਿਲਕੁਲ ਇਹਨਾਂ ਚੀਜ਼ਾਂ ਦੇ ਵਿੱਚ ਉਲਝਾ ਕੇ ਰੱਖ ਦਿੱਤਾ ਜਾਂਦਾ। ਔਰ ਲੋਕ ਆਪਣੀ, ਤੁਸੀਂ ਦੇਖੋ ਮੈਂ ਅੱਗੇ ਕਿਹਾ ਕਿ ਯਾਰ ਸਾਡੀ ਡਿਵੈਲਪਮੈਂਟ ਬੰਦ ਕਰ ਦਿਓ, ਸਾਨੂੰ ਨਹੀਂ ਚਾਹੀਦੀ 10 ਸਾਲ ਡਿਵੈਲਪਮੈਂਟ, ਸਾਡੇ ਬੱਚਿਆਂ ਨੂੰ ਨੌਕਰੀਆਂ ਨਹੀਂ ਦੇਣੀਆਂ ਤੁਸੀਂ 10 ਸਾਲ, ਸਾਨੂੰ ਨਹੀਂ ਲੋੜ, ਸਾਡੇ ਬਜ਼ੁਰਗ ਜਿੰਨੇ ਜਾਂ ਮੈਂ ਆ ਜਾਂ ਤੁਸੀਂ ਆ ਬਿਮਾਰੀ ਨਾਲ ਮਰਦੇ, ਸਾਨੂੰ ਮਰਨ ਦਿਓ ਯਾਰ, ਕੋਈ ਫਰਕ ਨਹੀਂ ਹੈਗਾ। ਸਿਰਫ 10 ਸਾਲ ਐਜੂਕੇਸ਼ਨ ਦਾ ਪੱਧਰ ਬਰਾਬਰ ਕਰ ਦਿਓ ਪ੍ਰਾਈਵੇਟ ਤੇ ਸਰਕਾਰੀ ਸਕੂਲਾਂ ਦੇ ਨਾਲ, ਐਜੂਕੇਸ਼ਨ ਫ੍ਰੀ ਕਰ ਦਿਓ, ਤੇ 10 ਸਾਲਾਂ ਬਾਅਦ ਤੁਹਾਡੇ ਸੂਬੇ ਦੇ ਵਿੱਚ ਤੇ ਤੁਹਾਡੇ ਦੇਸ਼ 'ਚ ਆਪ ਸੁਧਾਰ ਆ ਜਾਣਗੇ। ਤੁਸੀਂ ਸਿੱਖਿਆ ਦਾ ਦੇਖਿਆ ਪੱਧਰ ਕੀ ਹੈ ਪੰਜਾਬ ਦੇ ਵਿੱਚ? ਇੱਥੋਂ ਆਪਾਂ ਸੜਕ ਟੱਪਣੀ ਤੇ ਚੰਡੀਗੜ੍ਹ ਹੈ, ਉੱਥੋਂ ਦਾ ਪੱਧਰ ਦੇਖ ਲਓ, ਤੇ ਇੱਧਰ ਆਪਾਂ ਟੱਪਦੇ ਹਾਂ ਮਤਲਬ ਸਾਹਿਬਜ਼ਾਦਾ ਅਜੀਤ ਸਿੰਘ ਨਗਰ 'ਚ ਆਉਂਦੇ ਹਾਂ ਜਾਂ ਮੋਹਾਲੀ ਆਉਂਦੇ ਹਾਂ, ਇਹਦੇ ਪਿੰਡਾਂ ਦੇ ਵਿੱਚ ਸਕੂਲਾਂ ਦਾ ਪੱਧਰ ਦੇਖ ਲਓ, ਇੱਕ ਕੰਧ ਦੇ ਨਾਲ ਹੀ ਯਾਰ, ਇੱਕ ਸੜਕ ਦੇ ਨਾਲ ਹੀ ਇੰਨਾ ਫਰਕ ਆ ਜਾਂਦਾ। ਕਾਰਨ ਕੀ ਹੈ? ਕਿ ਬੱਚੇ ਪੜ੍ਹਨ ਲਿਖਣ ਨਾ। ਜੇ ਬੱਚੇ ਪੜ੍ਹਨ ਲਿਖਣਗੇ, ਉਹਨਾਂ ਨੂੰ ਇਹ ਸਮਝ ਆ ਜੂ। ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਉਹ ਬੱਚਾ ਵੇਖਦਾ ਵੀ ਮੇਰਾ ਰਾਈਟ ਕੀ ਆ ਯਾਰ, ਮੈਂ ਇਹਦੇ ਉੱਤੇ ਆਪਣਾ ਹੱਕ ਕਿਤਨਾ ਲੈ ਸਕਦਾ ਵਾਂ, ਉਹ ਇਹਨਾਂ ਲੋਕਾਂ ਦੇ ਖਿਲਾਫ ਬਗਾਵਤ ਕਰ ਦੇਣਗੇ, ਉਹ ਆਪਣੇ ਹੱਕ ਮੰਗਣਗੇ। ਐਜੂਕੇਸ਼ਨ ਦਾ ਪੱਧਰ ਹੀ ਇੰਨਾ ਨੀਵਾਂ ਸੁੱਟ ਦਿੱਤਾ। ਜਦੋਂ ਵੀ ਬਗਾਵਤ ਹੁੰਦੀ ਹੈ ਜਾਂ ਰੈਵੋਲੂਸ਼ਨ ਆਉਂਦਾ, ਉਹ ਗਰੀਬ ਬੱਚੇ ਲੈ ਕੇ ਆਉਂਦੇ ਨੇ। ਜਿਹਦਾ ਕਾਰੋਬਾਰ ਚੱਲਦਾ, ਜਿਹਦੇ 5-4 SEO ਨੇ, ਦਫ਼ਤਰ ਬੈਠਾ, ਘੁੰਮਣ ਵਾਲੀ ਕੁਰਸੀ ਤੇ ਬੈਠਾ, ਉਹਨੂੰ ਤਾਂ ਬਦਲਾਵ ਦੀ ਲੋੜ ਨਹੀਂ ਨਾ ਥੱਲੀ ਸਾਹਿਬ। ਗਰੀਬ ਬੱਚੇ ਨੇ ਬਦਲਾਵ ਲੈ ਕੇ ਆਉਣਾ, ਤੇ ਗਰੀਬਾਂ ਦੀ ਤੁਸੀਂ ਸੋਚ ਅਤੇ ਮੱਤ ਹੀ ਉੱਥੇ ਰੱਖ ਦਿੱਤੀ ਵੀ ਜਿਹੜੇ ਗਰੀਬਾਂ ਦੇ ਸਕੂਲ ਨੇ ਸਰਕਾਰੀ, ਉਹਨਾਂ ਦੇ ਵਿੱਚ ਪੜ੍ਹਾਈ ਨਹੀਂ ਹੈਗੀ। ਤੇ ਜੇ ਕੋਈ ਪ੍ਰਾਈਵੇਟ ਪੜ੍ਹ ਜਾਂਦਾ ਤੇ ਉਹ ਬੱਚਾ ਪੰਜਾਬ 'ਚ ਰਹਿਣਾ ਹੀ ਨਹੀਂ ਚਾਹੁੰਦਾ। ਬੱਚੇ ਗੁਲਾਮੀ ਪਸੰਦ ਹੀ ਨਹੀਂ ਕਰਦੇ। ਸੋਸ਼ਲ ਮੀਡੀਆ 'ਤੇ ਮੈਂ ਅੱਗੇ ਤੁਲਨਾ ਕਰਦਾ ਕਿ ਬੱਚੇ ਕੀ ਦੇਖਦੇ ਆ ਸਵੇਰੇ, ਮੇਰੇ ਬੱਚੇ ਵੀ ਮੇਰੇ ਨਾਲ ਆਰਗੂ ਕਰਦੇ ਆ। ਮੈਂ ਕਿਸੇ ਵੇਲੇ ਬਹੁਤ ਕਾਹਲੀ 'ਚ ਰੈੱਡ ਲਾਈਟ ਜੰਪ ਕਰ ਜਾਵਾਂ, ਤੇ ਮੇਰਾ ਬੇਟਾ ਜਿਹੜਾ ਮੈਨੂੰ ਕਹੂਗਾ ਵੀ ਇਹ ਕੋਈ ਤਰੀਕਾ ਤਾਂ ਨਹੀਂ ਹੈ, ਤੇ ਗਲਤ ਗੱਲ ਹੈ। ਮਤਲਬ ਬੱਚੇ ਇਸ ਤਰੀਕੇ ਕਾਨੂੰਨ 'ਚ ਰਹਿਣਾ ਪਸੰਦ ਕਰਦੇ ਵੀ ਬਾਹਰ ਕੀ ਸਿਸਟਮ ਹੈ, ਤੇ ਇੱਥੇ ਹਾਲਾਤ ਕੀ ਹੈ। ਬੱਚਾ ਇੱਥੇ ਰਹਿਣਾ ਕਿਉਂ ਨਹੀਂ ਚਾਹੁੰਦਾ? ਤੁਹਾਡਾ ਬੱਚਾ ਪੜ੍ਹ ਲਿਖ ਕੇ PCS ਅਫਸਰ ਬਣਦਾ, ਉਹ ਟੀਚਰ ਬਣਦਾ, ਜਾਂ ਉਹ ਮਤਲਬ ਮੈਡੀਕਲ ਅਫਸਰ ਬਣਦਾ, ਉੱਚ ਪੋਸਟ 'ਤੇ ਵੀ ਜਾਂਦਾ। ਤੇ ਮੇਰੇ ਵਰਗਾ ਇੱਕ ਮੰਤਰੀ ਹੁੰਦਾ, ਕੋਰਾ ਅਨਪੜ੍ਹ, 5-7 ਪੜ੍ਹਿਆ, ਉਹ ਸਵੇਰੇ ਟਾਈਮ ਦਿੰਦਾ ਵੀ ਉੱਥੇ ਪਹੁੰਚ ਜੀ ਮੇਰੇ ਕੋਲ। ਆਪ ਉਹ ਘੰਟਾ ਲੇਟ ਆਉਂਦਾ, ਉਹ ਬਾਹਰ ਖਲੋਤਾ ਰਹਿੰਦਾ, ਤੇ ਜੇ ਆਉਂਦਾ ਤਾਂ ਉਹਨੂੰ ਕੁੱਤੇ ਵਾਂਗੂ ਪੈ ਜਾਂਦਾ। ਤੇ ਜਿਹੜਾ ਪੜ੍ਹਿਆ ਲਿਖਿਆ ਜਨੂਨੀ ਬੱਚਾ ਇਨਕਲਾਬੀ ਉਹ ਆਉਂਦਾ, ਛੱਡਿਆ ਭਰਾਵਾ ਇਹ ਭਾਰਤ ਤੇ ਛੱਡਿਆ ਇਹ ਪੰਜਾਬ, ਤੇ ਮੈਂ ਚੱਲਿਆ ਬਾਹਰ ਨੂੰ। ਆਹ ਸੋਚ ਇੱਕ ਸੋਚੀ ਸਮਝੀ ਸਾਜ਼ਿਸ਼ ਹੈ। ਇਹਨੂੰ ਤੁਸੀਂ ਇਹ ਨਾ ਸਮਝੋ ਕਿ ਇਹ ਆਟੋਮੈਟਿਕਲੀ ਹੋ ਰਿਹਾ। ਇਹ ਕਾਰੋਬਾਰ ਡੋਬਣ ਦੇ ਵਿੱਚ ਇਹ ਸੂਬੇ ਦਾ ਬਹੁਤ ਪੁਰਾਣੀ ਸਾਜ਼ਿਸ਼ ਚੱਲ ਰਹੀ ਹੈ। ਕਿਹਨਾਂ ਵੱਲੋਂ ਚੱਲ ਰਹੀ ਹੈ, ਕਿਹੜੀਆਂ ਏਜੰਸੀਜ਼ ਕਰਦੀਆਂ ਨੇ, ਕਿਸ ਤਰੀਕੇ ਦੀ ਸੋਚ ਹੈ। ਤੇ ਤੁਸੀਂ ਦੇਖੋ ਆ ਜਿਹੜੀ ਕਿਸਾਨ ਅੰਦੋਲਨ ਦੀ ਜਿੱਤ ਹੋਈ ਹੈ, ਇਸ ਤੋਂ ਬਾਅਦ ਪੰਜਾਬ ਦੇ ਉੱਤੇ ਹੋਰ ਮਾਰਨ ਦੀਆਂ ਸਖਤੀਆਂ ਬਹੁਤ ਜ਼ਿਆਦਾ ਹੋਣਗੀਆਂ ਵੀ ਯਾਰ ਇਹ ਲੋਕ ਤੇ ਮੰਨੇ ਹੀ ਨਹੀਂ। ਮਤਲਬ ਇਹਨਾਂ ਚੀਜ਼ਾਂ ਤੋਂ ਸੁਚੇਤ ਹੋਣਾ ਚਾਹੀਦਾ ਲੋਕਾਂ ਨੂੰ ਆਪ ਸਿਆਸਤ ਦਾ ਹਿੱਸਾ ਬਣਨਾ ਚਾਹੀਦਾ। ਜਿੰਨੇ ਬੱਚੇ ਸਾਡੇ ਪੜ੍ਹਦੇ ਲਿਖਦੇ ਨੇ ਉਹ ਬਾਹਰ ਜਾ ਕੇ ਕੰਮ ਕਰਦੇ ਨੇ ਜੀ। ਕੋਈ ਮਤਲਬ ਇਹ ਬਾਹਰ ਜਾ ਕੇ ਤੇ ਵਿਹਲਾ ਰਹਿ ਨਹੀਂ ਨਾ ਸਕਦਾ। ਕੋਈ ਗੱਡੀ ਚਲਾਉਂਦਾ, ਕੋਈ ਰੈਸਟੋਰੈਂਟ ਚਲਾਉਂਦਾ, ਕੋਈ ਡਾਕਟਰ ਹੈ ਬਾਹਰ, ਕੋਈ ਇੰਜੀਨੀਅਰ ਹੈ ਬਾਹਰ। ਜੇ ਉਹ ਬਾਹਰ ਜਾ ਕੇ ਬਾਹਰਲੇ ਮੁਲਕਾਂ 'ਚ ਯੋਗਦਾਨ ਪਾ ਸਕਦੇ ਉਹਦੀ ਤਰੱਕੀ ਦਾ, ਤੇ ਫਿਰ ਸਾਡੇ ਸੂਬੇ ਨੂੰ ਨਹੀਂ ਚੁੱਕ ਸਕਦੇ, ਸਾਡੇ ਦੇਸ਼ ਨੂੰ ਨਹੀਂ ਚੁੱਕ ਸਕਦੇ। ਇੱਥੇ ਮੁੱਲ ਨਹੀਂ ਹੈ ਇੱਕ ਬੱਚੇ ਦੀ, ਮਤਲਬ ਜਿੰਨੀ ਵੈਲਿਊ ਹੋਣੀ ਚਾਹੀਦੀ ਹੈ, ਜਿੰਨਾ ਉਹਨੇ ਆਪਣਾ ਦਿਮਾਗ, ਬੰਦੇ ਕੋਲ ਕੰਮ ਕਰਨ ਲਈ ਤੇ 10-15 ਸਾਲ ਹੀ ਨੇ ਨਾ ਥੱਲੀ ਸਾਹਿਬ, ਜਿੰਨਾ ਉਹਨੇ ਉਹਦੇ ਉੱਤੇ ਇਨਵੈਸਟ ਕਰ ਦਿੱਤਾ ਪੜ੍ਹਾਈ ਦੇ ਤੌਰ ਦੇ ਉੱਤੇ, ਫਿਜ਼ੀਕਲੀ ਇਨਵੈਸਟ ਕਰ ਦਿੱਤਾ, ਉਹਨਾਂ ਉਹਨੂੰ ਉਹਦਾ ਬਦਲਾ ਵੀ ਤੇ ਮਿਲਣਾ ਚਾਹੀਦਾ ਨਾ। ਇੱਥੇ ਮਿਲਦਾ ਹੀ ਨਹੀਂ। ਤੁਸੀਂ ਪੰਜਾਬ ਦੇ ਹਾਲਾਤ, ਮੈਂ ਕੀ ਮਤਲਬ ਤੁਲਨਾ ਕਰਾਂ ਇਸ ਤਰੀਕੇ ਜਿੱਦਾਂ ਮੈਂ ਸਟਾਰਟਿੰਗ ਕੀਤੀ ਹੈ ਕਿ ਪੋਲੀਟੀਕਲ ਜਿਹੜਾ ਟੈਰਰਿਜ਼ਮ ਇੰਨਾ ਹਾਵੀ ਹੈ ਵੀ ਇੱਥੇ ਹਾਲਾਤ ਹੀ ਇਹੋ ਜਿਹੇ ਬਣ ਗਏ ਵੀ ਤੁਸੀਂ ਕੁਛ ਵੀ ਨਹੀਂ। ਤੁਸੀਂ ਇੱਥੇ ਬੱਚੇ ਨੂੰ ਕਹੋ ਕਿ ਤੇਰੀ ਮੋਹਾਲੀ ਦੇ ਵਿੱਚ ਲੱਖ ਰੁਪਈਆ ਤਨਖਾਹ ਹੈ, ਤੂੰ IT ਦਾ ਕੰਮ ਕਰਦਾ,
ਤੇ ਗੁੜਗਾਉਂ ਤੈਨੂੰ 80,000 ਮਿਲਣਾ ਤੇ ਮੇਰਾ ਖਿਆਲ ਤੁਹਾਨੂੰ 90% ਇਹੋ ਜਿਹੇ ਬੱਚੇ ਮਿਲਣਗੇ ਕਿ ਯਾਰ ਮੈਂ ਗੁੜਗਾਉਂ ਚੱਲਿਆ, ਇੱਥੇ ਤੇ ਮੇਰਾ ਲੱਖ ਰੱਖ ਕੇ ਵੀ ਪਤਾ ਨਹੀਂ ਬਾਹਰ ਕਿਸੇ ਨੇ ਕੀ ਖੋਹ ਲੈਣਾ ਤੇ ਮੈਨੂੰ ਇੱਥੇ ਤੇ ਕਿਸੇ ਨੂੰ ਕੋਈ ਖੁਸ਼ਹਾਲ ਨਹੀਂ ਵੇਖ ਸਕਦਾ ਕੋਈ। ਮਤਲਬ ਇੱਕ ਦੂਜੇ ਤੇ ਲੋੜ ਹੀ ਇੰਨੀ ਜ਼ਿਆਦਾ ਹੈ। ਤੁਸੀਂ ਦੇਖੋ ਕ੍ਰਾਈਮ ਇੱਕ ਤਾਂ ਹੁੰਦਾ ਯਾਸ਼ੀ ਲਈ ਕਿ ਤੁਸੀਂ ਲੁੱਟ ਖੋਹ ਕਰਦੇ ਹੋ ਕਿ ਯਾਰ ਤੁਹਾਡੇ ਸ਼ੌਂਕ ਬੜੇ ਵੱਡੇ ਨੇ ਤੇ ਉਹ ਪੂਰੇ ਨਹੀਂ ਹੋ ਰਹੇ। ਤੁਸੀਂ ਪੰਜਾਬ 'ਚ ਅੱਜ ਦੀ ਤਰੀਕ ਦੇ ਵਿੱਚ ਤੁਸੀਂ ਥਾਣਿਆਂ 'ਚੋਂ ਰਿਕਾਰਡ ਕਢਾਓ, ਇਹੋ ਜਿਹਾ ਕ੍ਰਾਈਮ ਹੋ ਰਿਹਾ ਕਿ ਕਿਸੇ ਬੱਚੇ ਦੇ ਬਾਪ ਕੋਲ ਦਵਾਈ ਨਹੀਂ ਹੈਗੀ, ਕਿਸੇ ਕੋਲ ਛੋਟੇ ਭਰਾ ਦੀ ਫੀਸ ਨਹੀਂ ਹੈਗੀ। ਜਦੋਂ ਇਹੋ ਜਿਹੀ ਖਾਨਾ ਜੰਗੀ ਵੱਲ ਤੁਸੀਂ ਤੁਰ ਪਏ ਹੋ ਤੇ ਸਾਡੇ ਵਿੱਚ ਤੇ ਤੁਸੀਂ ਅਫਗਾਨਿਸਤਾਨ 'ਚ ਕੀ ਫਰਕ ਸਮਝਦੇ ਹੋ? ਗੱਲ ਤੇ ਵੋਟਾਂ ਦੀ ਹੈ ਨਾ, ਉੱਥੇ ਵੀ ਇਹੋ ਸਿਸਟਮ ਹੈ ਜਿਹਦੀ ਮਤਲਬ ਜੋ ਲੱਭਦਾ ਤਾਲਿਬਾਨ ਨੂੰ ਤੇ ਲੁੱਟ ਲਿਆ, ਚਾਹੇ ਉਹ ਰੇਤ ਹੋਵੇ, ਚਾਹੇ ਉਹ ਸਮੈਕ ਦੀ ਖੇਤੀ ਹੋਵੇ, ਚਾਹੇ ਕੁਝ ਵੀ ਜਿਹੜੇ ਦੇਸ਼ ਦੇ ਸਰੋਤ ਦੇ ਸਾਧਨ ਨੇ। ਤੇ ਪੰਜਾਬ ਦੇ ਵਿੱਚ ਤੇ ਤਾਲਿਬਾਨ ਅਫਗਾਨਿਸਤਾਨ ਦੇ ਵਿੱਚ ਕੀ ਫਰਕ ਹੈ? ਸਿਰਫ ਸਾਨੂੰ ਉਲਝਾਇਆ। ਮੈਂ ਫਿਰ ਆਪਣੀ ਚੰਨੀ ਸਾਹਿਬ ਦਾ ਤੁਸੀਂ ਵੇਖਿਆ ਕਿੰਨਾ ਮਜ਼ਾਕ ਬਣ ਰਿਹਾ। ਤੁਹਾਨੂੰ ਯਾਦ ਹੋਊਗਾ ਕਿ ਜਦੋਂ ਮੁੱਖ ਮੰਤਰੀ ਬਣਦੇ ਨੇ ਤੇ ਮੈਂ ਇੱਕ ਗੱਲ ਕਹੀ ਸੀ, ਮੈਂ ਕਿਹਾ ਚੰਨੀ ਸਾਹਿਬ 15 ਦਿਨ ਤੁਹਾਡਾ ਸਾਦਾਪਨ ਬਹੁਤ ਵਧੀਆ ਲੱਗਣਾ, ਸੜਕ ਤੇ ਬਹਿ ਕੇ ਲੰਗਰ ਖਾਣਾ, ਸੜਕ ਤੇ ਜਾਂਦੇ ਜਲੇਬੀਆਂ ਛਕ ਲੈਣਾ, ਬੱਚਿਆਂ ਦੇ ਵਿੱਚ ਖਲੋ ਜਾਣਾ ਤੇ 15 ਦਿਨਾਂ ਬਾਅਦ ਲੋਕ ਰਿਜ਼ਲਟ ਮੰਗਣਗੇ। ਤੇ ਅੱਜ ਤੁਸੀਂ ਸੋਸ਼ਲ ਮੀਡੀਆ ਸਾਡਾ ਨਤਾਰਾ ਕਰਦਾ ਨਾ, ਸਾਡੇ ਕੋਲ ਮਤਲਬ ਜਿਹੜੇ ਆਮ ਘਰਾਂ ਦੇ ਅਸੀਂ ਲੋਕ ਆ, ਮਤਲਬ ਆਮ ਜਿਹੜਾ ਜ਼ਿੰਦਗੀ ਜੀਨੇ ਆ, ਸਾਡੇ ਕੋਲ ਸਰਵੇ ਤਾਂ ਨਹੀਂ ਅਸੀਂ ਲੋਕਾਂ ਦੇ ਕਰਾ ਸਕਦੇ ਤੇ ਇੱਥੋਂ ਹੀ ਅਸੀਂ ਸਾਰਾ ਰਿਜ਼ਲਟ ਲੈਂਦੇ ਆ। ਅੱਜ ਉਲਟ ਹੋ ਗਿਆ ਨਾ, ਮਤਲਬ 20% ਲੋਕ ਕਮੈਂਟ ਫੇਵਰ 'ਚ ਨੇ ਤੇ 80% ਤੁਹਾਡੇ ਉਲਟ। ਝੂਠ ਬਹੁਤੀ ਦੇਰ ਨਹੀਂ ਚੱਲਦਾ। ਕਿਸੇ ਵੀ ਕੰਮ ਦੇ ਉੱਤੇ ਤੁਸੀਂ ਜਾਂਦੇ ਹੋ ਤੇ ਤੁਸੀਂ ਕਹਿੰਦੇ ਇਹ ਮੈਂ ਕੀਤਾ। ਤੁਸੀਂ ਚਾਹੇ ਮਤਲਬ ਕਿਸੇ ਦਰਜੀ ਕੋ ਜਾਓ, ਤੁਸੀਂ ਕੋਈ ਮਿੱਟੀ ਢੋਣ ਵਾਲੇ ਕੋ ਜਾਓ, ਤੁਸੀਂ ਜਲੇਬੀਆਂ ਕੱਢਣ ਵਾਲੇ ਕੋ ਜਾਓ, ਤੁਸੀਂ ਕਿਸੇ ਕੋਲੋਂ ਵੀ ਜਾਓ ਤੇ ਲੋਕ ਤੁਹਾਡੇ ਜਿਹੜੇ ਉਹ ਮਜ਼ਾਕ ਉਡਾਉਣੇ ਸ਼ੁਰੂ ਹੋ ਗਏ। ਮਤਲਬ ਲੋਕੀ ਤੁਹਾਡਾ ਹੁਣ ਤਰ੍ਹਾਂ ਦਾ ਮਜ਼ਾਕ ਬਣਾਉਂਦੇ ਨੇ ਕਿ ਚੰਨੀ ਸਾਹਿਬ ਨੂੰ ਹਰ ਕੰਮ ਆਉਂਦਾ ਯਾਰ, ਇਹ ਬੇਰੂਪੀਆ ਹੈ, ਇਹ ਮਤਲਬ ਬੰਦਾ ਹੈ ਕਿ ਮਤਲਬ ਛਲੇਡਾ ਵੀ ਹਰ ਜਿਹੜਾ ਉਹ ਧਾਰਨ ਕਰ ਜਾਂਦਾ। ਤੇ ਕੱਲ੍ਹ ਕਿਸੇ ਨੇ ਬੜਾ ਵਧੀਆ ਮਤਲਬ ਹਾਸਾ ਨਿਕਲਦਾ ਵੀ ਯਾਰ ਇੱਕ ਮੁੱਖ ਮੰਤਰੀ ਦੇ ਉੱਤੇ ਤੁਸੀਂ ਇਹੋ ਜਿਹੇ ਤੰਜ ਕੱਸਦੇ ਹੋ। ਉਹ ਬੰਦਾ ਕਹਿੰਦਾ ਯਾਰ ਮੇਰਾ ਵੈਲਡਿੰਗ ਵਾਲਾ ਕਾਰੀਗਰ ਭੱਜ ਗਿਆ, ਚੰਨੀ ਸਾਹਿਬ ਨੂੰ ਪੁੱਛੋ ਇਹ ਕੰਮ ਆਉਂਦਾ ਵੀ ਇੱਥੇ। ਮਤਲਬ ਇਸ ਤਰੀਕੇ ਤੁਸੀਂ ਸਾਰੀ ਸਿਆਸਤ ਨੂੰ ਤੁਸੀਂ ਲੋਕਾਂ ਨੇ ਕਮੇਡੀ ਬਣਾ ਦਿੱਤਾ। ਇਹਦੇ ਉੱਤੇ ਤੇ ਜਿੰਨੀ ਤੁਹਾਨੂੰ ਬਾਣੀ ਜਿੰਨਾ ਸੀਰੀਅਸ ਹੋਣਾ ਚਾਹੀਦਾ, ਤੁਹਾਨੂੰ ਰਮਾਇਣ ਜਿੰਨਾ ਸੀਰੀਅਸ ਹੋਣਾ ਚਾਹੀਦਾ ਇਹਦੇ ਉੱਤੇ ਕਿ ਇਹਦੇ ਨਾਲ ਬੱਚਿਆਂ ਦਾ ਭਵਿੱਖ ਜੁੜਿਆ। ਕੋਈ ਇਹਦੇ ਉੱਤੇ ਮਤਲਬ ਤੁਸੀਂ ਦੱਸੋ, ਤੁਸੀਂ ਗੁਰਦੁਆਰੇ ਜਾਂਦੇ ਹੋ ਸਾਹਮਣੇ, ਤੁਸੀਂ ਰੱਬ ਕੋਲੋਂ ਮੰਗਦੇ ਹੋ ਥੱਲੀ ਸਾਹਿਬ, ਤੇ ਰੱਬ ਤੁਸੀਂ ਮੰਗਿਆ ਕਿ ਰੱਬਾ ਮੈਨੂੰ ਨੌਕਰੀ ਦੇ ਦੇ, ਰੱਬਾ ਮੈਨੂੰ ਕਾਰ ਚਾਹੀਦੀ ਹੈ, ਤੇ ਰੱਬ ਨੇ ਤੁਹਾਨੂੰ ਉੱਥੋਂ ਮਤਲਬ ਗੋਲਕ ਚੋਂ ਕੱਢ ਕੇ ਜੁਆਇਨਿੰਗ ਲੈਟਰ ਤੇ ਨਹੀਂ ਦੇ ਦੇਣਾ ਤੁਹਾਨੂੰ। ਰੱਬ ਨੇ ਕੋਈ ਮਤਲਬ ਇਹ ਤਾਂ ਨਹੀਂ ਚਿੱਟ ਦੇ ਦੇਣੀ ਵੀ ਉੱਥੇ ਫਲਾਣੀ ਏਜੰਸੀ ਚੱਲ ਜਾ, ਉੱਥੋਂ ਕਾਰ ਲੈ ਲਾ। ਅਸੀਂ ਰੱਬ ਦੇ ਅੱਗੇ ਅਰਦਾਸਾਂ ਕਰਦੇ, ਇਹ ਲੋਕ ਰੱਬ ਨੇ ਪੋਲੀਟੀਸ਼ੀਅਨ ਸਾਡੇ। ਮਤਲਬ ਜੋ ਸਾਡੀਆਂ ਖੁਆਇਸ਼ਾਂ ਨੇ ਇਹਨਾਂ ਪੂਰੀਆਂ ਕਰਨੀਆਂ ਹੁੰਦੀਆਂ ਨੇ, ਸਾਨੂੰ ਰੁਜ਼ਗਾਰ, ਸਾਡੀਆਂ ਨੌਕਰੀਆਂ। ਜਦੋਂ ਰੱਬ ਹੀ ਸਾਡਾ ਬੇਈਮਾਨ ਹੋ ਗਿਆ ਇਹਨਾਂ ਚੀਜ਼ਾਂ ਦੇ ਉੱਤੇ, ਅੱਜ ਸਾਰੀ ਸਿਆਸਤ ਕਮੇਡੀ ਹੈ। ਕੋਈ ਕਿਸੇ ਸਿੰਗਰ ਨੂੰ ਲੈ ਰਿਹਾ, ਕੋਈ ਕਿਸੇ ਐਕਟਰ ਨੂੰ ਲੈ ਰਿਹਾ ਸਿਰਫ ਵੋਟਾਂ ਦੇ ਚੱਕਰ 'ਚ। ਇਸ ਤਰ੍ਹਾਂ ਦਾ ਮਾਹੌਲ ਹੈ ਕਿ ਜਿਵੇਂ ਪੰਜਾਬ 'ਚ ਸਰਕਾਰ ਨਹੀਂ ਬਣ ਜਾ ਰਹੀ, ਪੰਜਾਬ ਦੇ ਉੱਤੇ ਕੋਈ ਫਿਲਮ ਬਣ ਜਾ ਰਹੀ ਹੈ। ਮਤਲਬ ਕਿਸੇ ਕੋ ਪ੍ਰੋਡਿਊਸਰ ਮਗਰ ਜ਼ਿਆਦਾ ਵੋਟਾਂ ਨੇ, ਐਕਟਰ ਮਗਰ ਜ਼ਿਆਦਾ ਵੋਟਾਂ ਨੇ, ਤੁਸੀਂ ਵੀ ਆ ਜਾਓ, ਤੁਸੀਂ ਵੀ ਆ ਜਾਓ। ਯਾਰ ਇਹਦੇ ਨਾਲੋਂ ਤੁਸੀਂ ਤਜਰਬੇ ਵਾਲੇ ਬੰਦੇ ਲਓ ਨਾ। ਮਤਲਬ ਤੁਹਾਨੂੰ ਪੰਜਾਬ 'ਚ ਲੱਭਦਾ ਹੀ ਨਹੀਂ, ਤੁਹਾਨੂੰ ਆਪਣੇ ਫੀਲਡ 'ਚ ਨਹੀਂ ਪਤਾ ਵੀ ਕਿਹੜਾ ਪੱਤਰਕਾਰ ਕੋਈ ਪੈਸੇ ਨਹੀਂ ਲੈਂਦਾ ਯਾਰ, ਕਿਹੜਾ ਇਮਾਨਦਾਰ ਹੋਊਗਾ। ਉਹਨੂੰ ਤੁਸੀਂ PR ਮੰਤਰੀ ਬਣਾਓ ਨਾ ਆਪਣਾ ਪਬਲਿਕ ਰਿਲੇਸ਼ਨ ਦਾ। ਤੁਹਾਨੂੰ ਨਹੀਂ ਪਤਾ ਵੀ ਤੁਹਾਡੇ ਇਲਾਕੇ ਦੇ ਵਿੱਚ ਕਿਹੜਾ ਟੀਚਰ ਇਮਾਨਦਾਰ ਹੈ ਯਾਰ, ਉਹਨੂੰ ਐਜੂਕੇਸ਼ਨ ਮਿਨਿਸਟਰ ਬਣਾਓ। ਮਤਲਬ ਇਸ ਪਾਸੇ ਤੇ ਤੁਰ ਹੀ ਨਹੀਂ ਰਹੇ, ਸਿਰਫ ਵੋਟ ਬੈਂਕ ਦੇ ਉੱਤੇ ਸਾਰਾ ਦਿਮਾਗ ਸਾਰਾ। ਮੈਂ ਤੁਹਾਨੂੰ ਕਹਿੰਦਾ ਮੇਰਾ ਵੀ ਦਿਲ ਲੱਗਦਾ, ਪਰ ਮੈਂ ਆਪਣੇ ਸੂਬੇ ਨੂੰ ਧੋਖਾ ਦੇਵਾਂ? ਨਹੀਂ ਬਣਦਾ MLA ਸਾਰੀ ਉਮਰ ਨਾ ਬਣਾ, ਨਹੀਂ ਬਣਦਾ MP ਨਾ ਬਣਾ। ਮੈਂ ਲੋਕਾਂ ਕੋਲ ਝੂਠਾ ਨਹੀਂ ਸਾਬਤ ਹੋਣਾ ਚਾਹੁੰਦਾ, ਇਹ ਮੇਰੇ ਮਨ ਦੀ ਤਮੰਨਾ। ਜਿੰਨਾ ਲੋਕ ਪਿਆਰ ਕਰਦੇ ਨੇ, ਜਿੰਨੀ ਲੋਕ ਇੱਜ਼ਤ ਦਿੰਦੇ ਨੇ, ਮੈਂ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਦਾ ਵੀ ਰੱਬਾ ਮੈਨੂੰ ਇੰਨਾ ਹੀ ਤੂੰ ਮੇਰੀ ਕਾਤ ਤੋਂ ਵੱਧ ਬਖਸ਼ਿਆ, ਮੈਨੂੰ ਇੰਨਾ ਕੁ ਮੈਨੂੰ ਬਣਾ ਕੇ ਰੱਖ। ਮੈਂ ਇਹਦੇ ਨਾਲ ਹੀ ਬੜਾ ਸੰਤੁਸ਼ਟ ਹਾਂ। ਇੱਕ MLA ਬਣ ਕੇ ਮੈਂ ਥਾਣਿਆਂ 'ਚ ਫੋਨ ਕਰ ਲੂੰਗਾ, 4-7 ਗਲੀਆਂ ਬਣਾ ਦੂੰਗਾ। ਇਹਦੇ ਨਾਲੋਂ ਵਧੇਰੇ ਮੈਂ ਜਿੱਥੇ ਜਾਂਦਾ ਇੱਕ ਹਲਕੇ ਤੱਕ ਸੀਮਤ ਹੋ ਜਾਊਂਗਾ। ਮੈਂ ਜਿੱਥੇ ਜਾਂਦਾ ਰੱਬ ਦੀ ਦਇਆ ਨਾਲ ਦੁਨੀਆ ਮੈਨੂੰ ਪਿਆਰ ਕਰਦੀ ਹੈ। ਇੱਥੇ ਹਰ ਬੰਦਾ ਤੇ ਪਰਫੈਕਟ ਹੋ ਨਹੀਂ ਨਾ ਸਕਦਾ, ਨਿੰਦਣ ਵਾਲੇ ਵੀ ਹੋਣਗੇ। ਤੇ ਮੈਂ ਫਿਰ ਕਿਸੇ ਤੋਂ ਸਿੱਖਿਆ, ਤੁਹਾਡੇ ਵਰਗੇ ਸਿਆਣੇ ਬੰਦੇ ਕੋ, ਕਿ ਯਾਰ ਜਦੋਂ ਲੋਕ ਤੁਹਾਨੂੰ ਸਲਾਹੁੰਦੇ ਨੇ ਉਹਦੀ ਗਿਣਤੀ ਕਰ ਲਿਆ ਕਰੋ ਵੀ ਮਾੜਾ ਕਿੰਨਾ ਕਹਿੰਦੇ ਨੇ ਤੇ ਜ਼ਿਆਦਾ ਕਿੰਨਾ ਕਹਿੰਦੇ ਨੇ, ਫਿਰ ਉਹਦੇ ਅਕੋਰਡਿੰਗ ਕੰਮ ਕਰ ਲਿਆ ਕਰੋ ਕਿ ਯਾਰ ਆਪਾਂ ਬਹੁਤ ਗਿਣਤੀ ਦਾ ਖਿਆਲ ਰੱਖਣਾ ਇੱਥੇ। ਮਤਲਬ ਆ ਚੀਜ਼ਾਂ ਦੇ ਮੈਂ ਬਹੁਤ ਜ਼ਿਆਦਾ ਸੰਤੁਸ਼ਟ ਹਾਂ। ਮਤਲਬ ਹਰ ਬੰਦੇ ਦੀ, ਸਿਆਸੀ ਬੰਦੇ ਦੀ ਇੱਕ ਸੋਚ ਹੁੰਦੀ ਹੈ ਕਿ ਮੈਂ ਯਾਰ MLA ਬਣ ਜਾ। ਮੇਰਾ ਦਿਲ MLA ਇਸ ਕਰਕੇ ਬਣਨ ਨੂੰ ਨਹੀਂ ਕਰਦਾ ਕਿ ਮੈਂ ਰੇਤਾ ਦੀਆਂ ਖੱਡਾਂ ਚਲਾਉਣੀਆਂ, ਮੈਂ ਸ਼ਰਾਬ ਮਾਫੀਆ ਬਣਨਾ ਜਾਂ ਮੈਂ ਆਪਣੇ ਕੰਟਰੋਲ 'ਚ ਕਰਨਾ। ਹਾਂ, ਮੇਰਾ MLA MP ਬਣਨ ਨੂੰ ਦਿਲ ਤਾਂ ਕਰਦਾ ਕਿ ਯਾਰ ਜਾਂ ਮੈਂ ਵਿਧਾਨ ਸਭਾ 'ਚ ਜਾਂ ਮੈਂ ਦਿੱਲੀ ਦੀ ਸੰਸਦ ਦੇ ਵਿੱਚ ਗੂੰਜਾਂ ਜਾ ਕੇ ਜਿਹੜੇ ਮੁੱਦੇ ਮਤਲਬ ਠੱਪ ਰਹਿ ਗਏ ਜਾਂ ਜਿਨ੍ਹਾਂ ਦੇ ਉੱਤੇ ਆਪਣੇ ਆਪੜ ਰੁਝੇਵਿਆਂ ਦੇ ਵਿੱਚ ਆਪਣੇ ਨਿੱਜੀ ਲਾਲਚਾਂ ਦੇ ਕਰਕੇ ਕੋਈ ਨਹੀਂ ਚੁੱਕਦਾ। ਇਹ ਮੇਰਾ ਸ਼ੌਂਕ ਹੈ। ਮੇਰਾ ਸ਼ੌਂਕ ਆਪਣਾ ਪੈਸਾ ਮਲਟੀਪਲਾਈ ਕਰਨਾ ਨਹੀਂ ਹੈ।
ਠੀਕ ਹੈ ਨਾ, ਰੱਬ ਦੀ ਦਿੱਤੀ ਬੜੀ ਵਧੀਆ ਰੋਟੀ ਖਾਂਦਾ ਵਾਂ। ਮੇਰਾ ਸ਼ੌਂਕ ਇਹ ਹੈ ਕਿ ਮੈਂ ਲੋਕਾਂ 'ਚ ਮਲਟੀਪਲਾਈ ਕਿੱਦਾਂ ਹੋਣਾ ਕਿ ਲੋਕ ਮੈਨੂੰ ਕਹਿਣ, ਮੇਰੇ ਬਾਅਦਾਂ ਵੀ ਕਹਿਣ ਕਿ ਹਾਂ ਯਾਰ ਇਹ ਬੰਦਾ ਵਧੀਆ ਸੀਗਾ ਜਾਂ ਇਹ ਬੰਦਾ ਮਤਲਬ ਵਧੀਆ ਕੰਮ ਕਰਦਾ। ਜੇ ਕੋਈ ਮੁੱਦਾ ਚੁੱਕਣਾ, ਇੰਨੇ ਮੈਨੂੰ ਫੋਨ ਆਉਂਦੇ, ਮੈਂ ਲੋਕਾਂ ਕੋਲੋਂ ਮਾਫੀ ਵੀ ਮੰਗਦਾ। ਬਹੁਤ ਜ਼ਿਆਦਾ ਇਸ਼ੂਜ਼ ਛੋਟੇ ਤੋਂ ਛੋਟੇ ਵੀ ਜਿਹਦੇ ਤੇ ਵਿਸ਼ਵਾਸ ਹੋਵੇ ਉਹਨੂੰ ਦੱਸਦੇ ਨੇ ਨਾ, ਮੈਂ ਉਹਨਾਂ ਲੋਕਾਂ ਕੋਲ ਹੱਥ ਜੋੜ ਕੇ ਮਾਫੀ ਮੰਗਦਾ ਕਿ ਇੱਕ ਬੰਦਾ ਵਾਂ ਮੈਂ, ਮਤਲਬ ਮੈਂ ਹਰ ਇਸ਼ੂ ਨਹੀਂ ਚੁੱਕ ਸਕਦਾ, ਹਰ ਜਗ੍ਹਾ ਦੇ ਉੱਤੇ ਨਹੀਂ ਪਹੁੰਚ ਸਕਦਾ, ਪਰ ਫਿਰ ਵੀ ਮੈਨੂੰ ਲੱਗਦਾ ਕਿ ਇਸ ਇਸ਼ੂ ਦੇ ਨਾਲ ਸਮਾਜਿਕ ਘਾਣ ਹੋ ਰਿਹਾ, ਉਹਦੇ ਉੱਤੇ ਮੈਂ ਪਹੁੰਚਣ ਦੀ ਕੋਸ਼ਿਸ਼ ਕਰਦਾ। ਕਈ ਲੋਕ ਮਤਲਬ ਉਹਦੇ ਬਾਰੇ ਸੋਚ ਲੈਂਦੇ ਨੇ ਕਿ ਸ਼ਾਇਦ ਇਹ ਆਕੜ ਹੈ, ਹੰਕਾਰੀ ਹੈ। ਮੇਰੀ ਮਜਬੂਰੀ ਹੈ ਭਰਾਓ, ਮੈਂ ਮਤਲਬ ਮੈਂ ਜਿੱਥੇ ਵੀ ਜ਼ਿਆਦਾ ਜ਼ਰੂਰਤ ਹੈ ਉੱਥੇ ਮੈਂ ਪਹੁੰਚਣ ਦੀ ਜ਼ਰੂਰ ਕੋਸ਼ਿਸ਼ ਕਰਦਾ। ਵੀ ਹਰ ਬੰਦੇ ਦੀਆਂ ਖਾਹਿਸ਼ਾਂ ਤੇ ਹਰ ਬੰਦੇ ਦੀ ਆਸ ਦੇ ਉੱਤੇ ਮੈਂ ਖਰਾ ਨਹੀਂ ਉਤਰ ਸਕਦਾ। ਲਾਸਟ ਸਵਾਲ, ਕਿਤੇ ਇਹ ਤਾਂ ਨਾ ਹੋਵੇ ਵੀ ਹੁਣ ਤੁਸੀਂ ਵੀ ਬੀਜੇਪੀ ਦੇ ਵਿੱਚ ਜਾਣਾ ਹੋਵੇ ਜਾਂ ਤੁਹਾਡੀ ਕੋਈ ਅਜਿਹੀ ਇੱਛਾ ਹੈਗੀ ਆ? ਕਿਉਂਕਿ ਜਦੋਂ ਅਸੀਂ ਪੁੱਛਦੇ ਹਾਂ ਜਾਂ ਜਿਹੜੇ ਜਾ ਰਹੇ ਨੇ ਬੀਜੇਪੀ ਦੇ ਵਿੱਚ ਚਿਹਰੇ, ਹੁਣ ਸਿੱਖ ਚਿਹਰੇ ਵੀ, ਉਹ ਇੱਕ ਤਾਂ ਕਹਿੰਦੇ ਆ ਵੀ ਸਾਡੇ ਕੋਲ ਆਪਸ਼ਨ ਹੈ ਨਹੀਂ ਕੋਈ, ਤੇ ਦੂਜੀ ਗੱਲ ਉਹ ਕਹਿੰਦੇ ਆ ਵੀ ਹੁਣ ਕਿਸਾਨੀ ਮੁੱਦਾ ਹੱਲ ਹੋ ਗਿਆ ਔਰ ਭਾਜਪਾ ਨੇ ਕੀਤਾ ਹੈ, ਬੇਸ ਕਰਕੇ ਭਾਜਪਾ 'ਚ ਜਾਣਾ ਚਾਹੀਦਾ। ਦੇਖੋ, ਮੈਂ ਫਿਰ ਥੱਲੀ ਸਾਹਿਬ ਆਪਣੀ ਗੱਲ ਤੇ ਆਵਾਂ, ਇਕੱਲੀ ਬੀਜੇਪੀ ਦੀ ਨਹੀਂ ਗੀ। ਪਾਰਟੀ ਕੋਈ ਵੀ ਮਾੜੀ ਚੰਗੀ ਨਹੀਂ ਹੁੰਦੀ, ਉਹਦੇ ਵਿੱਚ ਲੋਕ ਮਾੜੇ ਚੰਗੇ ਹੁੰਦੇ ਨੇ। ਬੀਜੇਪੀ ਨੇ ਕਿਸਾਨੀ ਮੁੱਦਾ ਹੱਲ ਕੀਤਾ, ਚਲੋ ਸਾਰੇ ਕਿਸਾਨਾਂ ਨੇ ਥੈਂਕਸ ਕੀਤਾ, ਕਿ ਧੰਨਵਾਦ ਕੀਤਾ। ਜਿਹੜਾ ਉਹਨਾਂ ਦਾ ਕੋਈ ਰਹਿ ਗਿਆ ਉਹ ਵੀ ਮੇਰੀ ਅਪੀਲ ਹੈ ਉਹਨਾਂ ਨੂੰ ਕਿ ਪ੍ਰਧਾਨ ਮੰਤਰੀ ਨੂੰ ਵੱਡਾ ਦਿਲ ਵਿਖਾਉਣਾ ਚਾਹੀਦਾ ਔਰ ਕਰਨਾ ਚਾਹੀਦਾ। ਪੰਜਾਬ ਬਹੁਤ ਉਜੜਿਆ, ਇਹਦੇ ਉੱਤੇ ਕੰਮ ਕਰਨਾ ਚਾਹੀਦਾ। ਬੀਜੇਪੀ ਵੀ ਮੈਨੂੰ ਕਵੇ ਜਾਂ ਝਾੜੂ ਵਾਲੇ ਕਹਿਣ ਜਾਂ ਮੈਨੂੰ ਕਾਲੀ ਕਹਿਣ ਜਾਂ ਕਾਂਗਰਸੀ ਕਹਿਣ, ਮੇਰਾ ਇੱਕ ਹੀ ਸ਼ਰਤ ਹੈ ਕਿ ਰੋਡ ਮੈਪ। ਮੈਂ ਚਾਹੇ ਬੀਜੇਪੀ ਚਲੇ ਜਾਵਾਂ, ਚਾਹੇ ਮੈਂ ਅਕਾਲੀ ਦਲ ਚਲੇ ਜਾਵਾਂ, ਚਾਹੇ ਮੈਂ ਮਤਲਬ ਝਾੜੂ ਵਾਲਿਆਂ 'ਚ ਚਲੇ ਜਾਵਾਂ ਜਾਂ ਕਾਂਗਰਸ ਚਲੇ ਜਾਵਾਂ, ਇੱਕ ਰੋਡ ਮੈਪ, ਉਹਦੇ ਉੱਤੇ ਸੁਹਿਰਦਤਾ ਨਾਲ ਤੁਸੀਂ ਪਲਾਨ ਕਰਨ ਵਾਲੀ ਟੀਮ ਕਿਹੜੀ ਤੁਹਾਡੇ ਕੋਲੋਂ ਖੜੀ ਕਰ ਰਹੇ ਹੋ। ਜਿੱਦਣ ਮੈਨੂੰ ਲੱਗੂਗਾ ਕਿਸੇ ਪਾਰਟੀ ਦੇ ਵਿੱਚ ਵੀ ਆ ਜਿਹੜਾ ਇਸ ਤਰੀਕੇ ਪਾਰਟੀ ਸੋਚ ਲੈ ਕੇ ਚੱਲੀ ਆ, ਇਹ ਪਾਰਟੀ ਇਸ ਤਰ੍ਹਾਂ ਪੰਜਾਬ ਦੇ ਮੁੱਦੇ ਹੱਲ ਕਰ ਸਕਦੀ ਹੈ, ਇਹ ਪਾਰਟੀ ਪੰਜਾਬ ਦਾ ਇਸ ਤਰ੍ਹਾਂ ਰੈਵਨਿਊ ਜਿਹੜਾ ਲੋਕਾਂ ਤੋਂ ਇਕੱਠਾ ਕੀਤਾ ਔਰ ਲੋਕਾਂ ਦੇ ਉੱਤੇ ਲਾ ਸਕਦੀ ਹੈ, ਉਹਦੇ 'ਚ ਚਾਹੇ ਬੀਜੇਪੀ ਹੋਵੇ ਚਾਹੇ ਕੋਈ ਵੀ ਪਾਰਟੀ ਹੋਵੇ, ਮੈਂ ਤੁਹਾਡੇ ਚੈਨਲ ਰਾਹੀਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਵੀ ਅਪੀਲ ਕਰਦਾ ਕਿ ਜਿਵੇਂ ਕਿਸਾਨ ਅੰਦੋਲਨ ਨੂੰ ਵੇਖਦੇ ਹੋਏ ਤੁਸੀਂ ਦੇਰ ਕੀਤੀ, ਦੇਰ ਆਏ ਦਰੁਸਤ ਆਏ, ਤੁਸੀਂ ਕਿਸਾਨ ਅੰਦੋਲਨ ਨੂੰ ਦੇਖਦੇ ਹੋਏ ਤੁਸੀਂ ਉਹ ਮੁੱਦਾ ਜਿਹੜਾ ਹੱਲ ਕੀਤਾ, ਲੋਕਾਂ ਦੀਆਂ ਲੋੜਾਂ ਨੂੰ ਵੇਖਦੇ ਹੋਏ, ਮੇਰੀ ਤੁਹਾਨੂੰ ਇੱਕ ਬੇਨਤੀ ਹੈ ਕਿ ਅੰਮ੍ਰਿਤਸਰ ਦਾ ਬਾਰਡਰ ਦੇਖੋ, ਵਪਾਰ ਸਾਰੇ ਪਾਸੇ ਹੀ ਹੁੰਦਾ, ਪਾਕਿਸਤਾਨ ਅਫਗਾਨਿਸਤਾਨ, ਉਹ 2500 ਕਿਲੋਮੀਟਰ ਤੋਂ ਮੈਂ ਬੋਲਿਆ ਤੇ ਸਿੱਧੂ ਸਾਹਿਬ ਮੇਰੇ ਖਿਆਲ ਮੇਰੀ ਪੋਸਟ ਵੇਖ ਕੇ, ਤੇ ਮੈਂ ਅੱਜ ਤਾਂ ਨਹੀਂ, ਮੈਂ 4 ਸਾਲਾਂ ਦਾ ਇਹ ਚੀਜ਼ ਬੋਲਣ ਡਿਆ ਕਿ 2500 ਕਿਲੋਮੀਟਰ ਤੋਂ ਸਾਡਾ ਵਪਾਰ ਜਾਂਦਾ ਹੈ, ਜਿਹੜਾ ਇੱਕ ਦੂਜੇ ਨੂੰ ਆਦਾਨ ਪ੍ਰਦਾਨ ਹੁੰਦਾ। ਉਹ ਕਰਾਚੀ ਬਾਰਡਰ ਤੋਂ ਬੰਬੇ ਜਿਹੜੇ ਇਹ ਇੱਥੋਂ ਸਾਰਾ ਚੱਲਦਾ। ਅੰਮ੍ਰਿਤਸਰ ਵਾਲਾ ਬਾਰਡਰ ਮੇਰਾ ਖਿਆਲ ਉਹ ਖੁੱਲ੍ਹ ਜਾਵੇ, ਅੱਧਾ ਪੰਜਾਬ ਉਹ ਉੱਥੋਂ ਰੁਜ਼ਗਾਰ ਮਿਲ ਸਕਦਾ। ਥੱਲੀ ਸਾਹਿਬ, ਜੇ ਲੱਗੇ ਹੋ ਪੰਜਾਬ ਲਈ, ਤੁਹਾਡੀ ਕੋਈ ਸੋਚ ਚੰਗੀ ਹੈ ਤੇ ਉਸ ਬਾਰਡਰ ਨੂੰ ਵੀ ਖੋਲ੍ਹੋ, ਉੱਥੋਂ ਪੰਜਾਬ ਬਹੁਤ ਜ਼ਿਆਦਾ ਸੁਖਾਲਾ ਹੋ ਸਕਦਾ। ਅੰਮ੍ਰਿਤਸਰ ਮੈਂ ਤੁਹਾਨੂੰ ਇਹ ਕਹਿਣਾ ਕਿ ਅੱਗੇ ਸਿਫਤੀ ਦਾ ਘਰ ਹੈ, ਗੁਰੂ ਮਹਾਰਾਜ ਦੀ ਕਿਰਪਾ ਹੈ, ਗੁਰੂ ਰਾਮਦਾਸ ਦੀ, ਉਹ ਸੋਨੇ ਦਾ ਬਣ ਸਕਦਾ ਹੈ। ਕਈ ਦੁਨੀਆ ਨੂੰ ਰੁਜ਼ਗਾਰ ਮਿਲ ਸਕਦਾ, ਦੁਨੀਆ ਭਰ ਦੀਆਂ ਕੰਪਨੀਜ਼ ਉਸ ਜ਼ਿਲ੍ਹੇ ਦੇ ਵਿੱਚ ਆ ਕੇ ਆਪਣੇ ਹੈੱਡਕੁਆਟਰ ਬਣਾ ਲੈਣਗੀਆਂ। ਸੁਹਿਰਦਤਾ ਨਾਲ ਚੱਲੋ, ਪੰਜਾਬ ਬਹੁਤ ਪਛੜਿਆ। ਮੇਰੀ ਤੁਹਾਨੂੰ ਅਪੀਲ ਹੈ, ਇਹਦੇ ਵਿੱਚ ਵੀ ਸਾਜ਼ਿਸ਼ ਹੈ, ਮਤਲਬ ਕੋਈ ਇਹਦੇ ਤੇ ਗੌਰ ਕਰੇ ਨਾ ਕਰੇ। ਇੱਕ 2500 ਕਿਲੋਮੀਟਰ ਮਾਲ ਜਾਣਾ ਜ਼ਿਆਦਾ ਔਖਾ ਕਿ ਅੱਗੋਂ 20 ਕਿਲੋਮੀਟਰ ਜਾਣਾ ਜ਼ਿਆਦਾ ਔਖਾ? 2500 ਕਿਲੋਮੀਟਰ ਬਹੁਤ ਔਖਾ। ਉੱਥੇ ਵੱਡੇ ਵੱਡੇ ਵਪਾਰੀ ਬੈਠੇ ਨੇ ਜਿਨ੍ਹਾਂ ਦੇ ਖਿਲਾਫ ਕਿਸਾਨਾਂ ਨੇ ਮਤਲਬ ਲੜਾਈ ਲੜੀ, ਕਈ ਤਰ੍ਹਾਂ ਦੇ ਬੈਠੇ ਨੇ। ਉਹ ਹਮੇਸ਼ਾ ਹੀ ਪੰਜਾਬ ਦਾ ਮਾਹੌਲ ਡਿਸਟਰਬ ਕਰਨ ਦੇ ਵਿੱਚ ਉਹਨਾਂ ਦਾ ਬਹੁਤ ਜ਼ਿਆਦਾ ਯੋਗਦਾਨ ਤੇ ਬਹੁਤ ਜ਼ਿਆਦਾ ਫੰਡਿੰਗ ਰਹਿੰਦੀ ਹੈ ਕਿ ਪੰਜਾਬ ਖੁਸ਼ਹਾਲ ਹੀ ਨਾ ਹੋਵੇ। ਪੰਜਾਬ ਦੇ ਜੋ ਹਾਲਾਤ ਹੁਣ ਪਿਛਲੇ ਸਾਲ 'ਚ ਵੀ ਬਣ ਗਏ, ਮਤਲਬ ਬਹੁਤ ਦੇਰ ਇਹਨੂੰ ਬੰਦ ਰਹਿਣਾ ਪਿਆ, ਇੰਨਾ ਚਿਰ ਅੰਦੋਲਨ ਚੱਲਿਆ। ਪੰਜਾਬ ਨੂੰ ਇੱਕ ਪੈਕੇਜ ਚਾਹੀਦਾ। ਜੇ ਤੁਸੀਂ ਪੈਕੇਜ ਨਹੀਂ ਦੇ ਸਕਦੇ, ਤੁਸੀਂ ਕਮ ਸੇ ਕਮ ਸਾਡਾ ਬਾਰਡਰ ਖੋਲ੍ਹੋ, ਅਸੀਂ ਤੁਹਾਡਾ ਜਿਹੜਾ ਕਰਜ਼ਾ ਹੈ ਕੇਂਦਰ ਦਾ ਉਹ ਕਿਸ਼ਤਾਂ ਲਾਉਣ ਵਾਲੇ, ਇਹਨਾਂ ਚੀਜ਼ਾਂ ਦੇ ਉੱਤੇ ਪਲਾਨ ਕਰਨਾ ਚਾਹੀਦਾ। ਜਦੋਂ ਕੋਈ ਪਾਰਟੀ ਲੱਗੂਗੀ ਮੈਨੂੰ ਕਿ ਇਹਦੇ ਉੱਤੇ ਸੁਹਿਰਦ ਹੈ, ਤੇ ਇੱਥੇ ਤੇ ਹਰ ਪਾਰਟੀ 'ਚ ਮਾੜੇ ਚੰਗੇ ਬੰਦੇ ਨੇ, ਕਿਸੇ ਨੇ ਕੋਈ ਦੰਗੇ ਕਰਾਏ, ਕਿਸੇ ਨੇ ਕੋਈ 84 ਵਾਲੇ ਲਾ ਲਓ, ਕਿਸੇ ਨੇ ਕਿਸੇ ਨਾ ਕਿਸੇ ਨੂੰ ਬੰਦੇ, ਟੀਮ ਤੇ ਅੱਗੋਂ ਚੰਗੀ ਬਣੇ ਨਾ। ਜਦੋਂ ਮੈਨੂੰ ਲੱਗੂਗਾ ਕਿ ਕੋਈ ਟੀਮ ਚੰਗੀ ਬਣੀ ਆ ਤੇ ਮੈਂ ਉਹਦੇ ਨਾਲ ਕੰਮ ਕਰਨਾ ਜਿਹੜਾ ਉਹ ਮੁਨਾਸਬ ਸਮਝੂਗਾ। ਮੈਂ ਬਿਨਾਂ ਟਿਕਟ ਤੋਂ ਵੀ ਅਗਲੇ ਲਈ ਪ੍ਰਚਾਰ ਕਰ ਸਕਦਾ। ਬਿਲਕੁਲ, ਇਹ ਸੀ ਮਨਦੀਪ ਸਿੰਘ ਮੰਨਾ, ਜਿਨ੍ਹਾਂ ਨੇ ਕਿਹਾ ਕਿ ਜੇਕਰ ਉਹਨਾਂ ਨੂੰ ਕੋਈ ਵੀ ਪਾਰਟੀ ਪੰਜਾਬ ਦੇ ਹਾਲਾਤਾਂ ਨੂੰ ਸਹੀ ਕਰਨ ਦੇ ਲਈ ਜਾਂ ਰੋਡ ਮੈਪ ਜਿਹੜੀ ਦਿੰਦੀ ਹੈ ਤੇ ਉਹਦੇ ਤੇ ਲੱਗਦਾ ਵੀ ਹਾਂ ਇਹ ਕੁਝ ਕਰ ਸਕਣਗੇ ਤਾਂ ਉਹਦੇ ਨਾਲੋਂ ਜਾਣਗੇ। ਉਹਦੇ 'ਚ ਭਾਵੇਂ ਬੀਜੇਪੀ ਹੋਵੇ, ਕਾਂਗਰਸ ਹੋਵੇ ਜਾਂ ਕੋਈ ਹੋਰ ਵੀ ਪਾਰਟੀ ਹੋਵੇ ਤਾਂ ਉਹਦੇ ਨਾਲੋਂ ਜ਼ਰੂਰ ਜਾਣਗੇ। ਸਤਨਾਮ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ, ਪੰਜਾਬੀ ਲੋਕ ਚੈਨਲ।